ਉਹ ਸਾਡਾ ਸੀ ਪੰਜਾਬ ਇੱਕ ਖਿੜਿਆ ਗੁਲਾਬ, ਇਹਦੇ ਜੜੀ ਸਪਰੇਹਾਂ ਜਿਹੜੇ ਪਾ ਗਏ। ਹੱਥ ਜੋੜ ਜੋੜ ਜਿਹੜੇ ਮੰਗਦੇ ਸੀ ਵੋਟਾਂ, ਨਾਲੇ ਵੋਟਾਂ ਲੈ ਗਏ ਨਾਲੇ ਸਾਨੂੰ ਖਾ ਗਏ। ਸਾਨੂੰ ਪਿੱਛੇ ਛੱਡ ਉੱਚੀ ਮਾਰ ਗਏ ਉਡਾਰੀ, ਉਹ ਸਾਨੂੰ ਪਿੱਛੇ ਛੱਡ ਉੱਚੀ ਮਾਰ ਗਏ ਉਡਾਰੀ। ਫੜ ਸਾਰੇ ਉਹ ਧਰਤੀ ਤੇ ਤਾਰ ਦਿਓ, ਇਹੋ ਜਿਹੇ ਬੰਦੇ ਤੋਂ ਕਰਾਉਣਾ ਕੀ ਆ ਜੱਗ ਉੱਤੇ। ਚੌਂਕ 'ਚ ਖੜਾ ਕੇ ਗੋਲੀ ਮਾਰ ਦਿਓ। ਇਹ ਗੱਲ ਭਾਈ ਕਿਸੇ ਲਈ ਪੋਲੀਟੀਕਲ ਨਹੀਂ, ਗੱਲ ਉਹਦੇ ਲਈ ਜਿਹੜਾ ਦਗੇਬਾਜ਼ ਆ। ਦਗੇਬਾਜ਼ ਅਸੀਂ ਵੀ ਹੋ ਸਕਦੇ ਹਾਂ, ਕੁਛ ਵੀ ਹੋ ਸਕਦੇ ਹਾਂ, ਕੋਈ ਵੀ ਹੋ ਸਕਦਾ। ਇਹ ਹਰ ਉਸ ਇਨਸਾਨ ਲਈ ਹੈ ਜੋ ਕਿਸੇ ਨਾਲ ਕੋਈ ਦਗਾ ਕਰਦਾ। ਜੇ ਧੀ ਨਾ ਹੁੰਦੀ ਨਾ ਨਾਨਾ ਨਾ ਬਾਬਾ ਹੋਣਾ ਸੀ। ਜੇ ਧੀ ਨਾ ਹੁੰਦੀ ਬਾਪੂ ਕਿਹਦੇ ਨਾਲ ਵਿਆਹੁਣਾ ਸੀ। ਜਨਮ ਦੇਣੀ ਦਾ ਪੁੱਤਾਂ ਵਾਂਗ ਸਤਿਕਾਰ ਕਰੋ ਲੋਕੋ, ਧੀਆਂ ਨੂੰ ਵੀ ਪੁੱਤਾਂ ਵਰਗਾ ਪਿਆਰ ਕਰੋ ਲੋਕੋ। ਔਖੇ ਪੈਂਡੇ ਲੰਮੀਆਂ ਨੇ ਰਾਵਾਂ ਸਾਡੇ ਇਸ਼ਕ ਦੀਆਂ, ਹਾਕਮਾਂ ਤੂੰ ਕੀ ਜਾਣੇ ਸਾਰਾ ਸਾਡੇ ਇਸ਼ਕ ਦੀਆਂ। ਤੂੰ ਚਾਹ ਵੇਚਣ ਵਾਲਾ ਅਨਪੜ੍ਹ ਬੰਦਾ, ਤੈਨੂੰ ਚੱਕ ਕੇ ਪ੍ਰਧਾਨ ਮੰਤਰੀ ਬਣਾਤਾ ਤਾਂ ਸਾਡੇ ਕਿਸਾਨ ਜਿਹੜੇ ਆ ਉਹ ਨਹੀਂ ਅੰਗਰੇਜ਼ੀ ਬੋਲ ਸਕਦੇ, ਤੂੰ ਅੰਗਰੇਜ਼ੀ ਬੋਲ ਸਕਦਾ। जिंदाबाद किसान, जिंदाबाद किसान, जिंदाबाद किसान, जिंदाबाद किसान। ਪੁੱਤਾਂ ਦੀ ਵੀ ਲੋਹੜੀ ਪਾਉਂਦੇ ਆ ਤੇ ਆਪਾਂ ਧੀਆਂ ਦੀ ਵੀ ਉਨੀ ਲੋਹੜੀ ਪਾਉਣੀ ਚਾਹੀਦੀ ਜੀ। ਹਾਂਜੀ, ਔਰ ਧੀਆਂ ਦਾ ਸਤਿਕਾਰ ਕਰੋ, ਧੀਆਂ ਨੂੰ ਪਿਆਰ ਕਰੋ ਜੀ। ਹੋਸ਼ ਵਿੱਚ ਰਹੇ ਜਵਾਨੀ, ਕਰ ਲੈ ਨਾ ਕਿਤੇ ਨਾਦਾਨੀ। ਹੱਕ ਨਾ ਕੋਈ ਕਿਸੇ ਦਾ ਖੋਵੇ, ਸੜਕੀ ਨਾ ਰੁਲੇ ਕਿਸਾਨੀ। ਰਾਜ ਭਲੇ ਬੰਦੇ ਦਾ ਲਿਆਈ ਮੇਰੇ ਮਾਲਕਾ, ਨਵਾਂ ਸਾਲ ਸੁੱਖ ਦਾ ਚੜਾਈ ਮੇਰੇ ਮਾਲਕਾ। ਨਵਾਂ ਸਾਲ ਸੁੱਖ ਦਾ ਚੜਾਈ ਮੇਰੇ ਮਾਲਕਾ। ਲਾਸ਼ਾਂ ਦੇ ਉੱਤੇ, ਲੋਕਾਂ ਦੇ ਮਰੇ ਹੋਇਆਂ ਦੇ ਉੱਤੇ, ਕਬਰਾਂ ਦੇ ਉੱਤੇ ਤੁਸੀਂ ਜਾਂ ਸਿਵਿਆਂ ਦੇ ਉੱਤੇ ਤੁਸੀਂ ਕਾਨੂੰਨ ਬਣਾ ਕੇ ਕੋਈ ਸੁੱਖ ਨਹੀਂ ਪਾ ਸਕਦੇ। ਇਸ ਵੇਲੇ ਵੱਡਾ ਦਿਲ ਦਿਖਾਉਣ ਦੀ ਤੁਹਾਨੂੰ ਲੋੜ ਹੈ। ਤੁਸੀਂ ਫਿਰਾਕ ਦੇ ਲਈ ਦਿਖਾਓ। ਅਗਰ ਤੁਸੀਂ ਕਾਨੂੰਨ ਵਾਪਸ ਲੈਣੇ ਹੋ ਤਾਂ ਜੈ ਜੈਕਾਰ ਤੁਹਾਡੀ ਹੀ ਹੋਣੀ ਹੈ। ਜਿਹੜਾ ਕਿਸਾਨ ਭਾਈਚਾਰਾ, ਕਿਰਤੀ ਭਾਈਚਾਰਾ, ਜਦੋਂ ਉਹਨਾਂ ਨੂੰ ਇਹ ਮਨਜ਼ੂਰ ਹੀ ਨਹੀਂ ਹੈ ਬਿੱਲ, ਤੇ ਮੇਰਾ ਖਿਆਲ ਹੈ ਇਹਦੇ ਤੇ ਸਰਕਾਰ ਨੂੰ ਵੀ ਅੜਨਾ ਨਹੀਂ ਚਾਹੀਦਾ। ਅਸੀਂ ਜੋ ਕੁਝ ਅੱਜ ਤੱਕ ਬਣਾਇਆ, ਜੋ ਕਮਾਇਆ ਜੱਟਾਂ ਸਿਰ ਤੋਂ, ਕਿਸਾਨਾਂ ਸਿਰ ਤੋਂ ਹੀ ਬਣਾਇਆ। ਜੇ ਕਿਸਾਨੀ ਨਹੀਂ ਰਹੀ ਤੇ ਨਾ ਕਲਾਕਾਰੀ ਰਹਿਣੀ ਆ, ਨਾ ਸੋਹਣੇ ਮੋਹਣੇ ਗੀਤ ਰਹਿਣੇ ਆਏ, ਨਾ ਸੱਭਿਆਚਾਰਕ ਮੇਲੇ ਰਹਿਣਾ, ਸੱਭਿਆਚਾਰ ਰਹਿਣਾ। ਸਭ ਤੋਂ ਵੱਡੀ ਗੱਲ ਹੈ ਬਾਈ ਜੀ, ਕੋਈ ਖੂਨ ਖਰਾਬਾ ਨਹੀਂ, ਕੋਈ ਕਿਸੇ ਨਾਲ ਲੜਾਈ ਝਗੜਾ ਨਹੀਂ। ਹਰ ਇੱਕ ਨੂੰ ਕਹਿ ਰਿਹਾ, ਕੋਈ ਡੰਡਾ ਹੀ ਮਾਰ ਰਿਹਾ, ਭਾਈ ਪਹਿਲਾਂ ਰੋਟੀ ਖਾਇਆ ਫਿਰ ਮਾਰ ਲਈ। ਇਸ ਤੋਂ ਵੱਧ ਕੇ ਕੀ ਹੋਣਾ ਯਾਰ। ਇਹ ਸਾਡਾ ਪੰਜਾਬ ਆ ਬਾਈ, ਅਸੀਂ ਖੁਸ਼ਕਿਸਮਤ ਹਾਂ ਕਿ ਅਸੀਂ ਪੰਜਾਬ ਦੇ ਵਿੱਚ ਪੈਦਾ ਹੋਏ ਹਾਂ। ਇਹ ਤੇ ਕੈਨੇਡਾ ਵਰਗਾ, ਅਮਰੀਕਾ ਵਰਗਾ, ਆਸਟ੍ਰੇਲੀਆ ਵਰਗਾ ਦੇਸ਼ ਕਿਉਂ ਨਹੀਂ ਬਣਾਉਂਦੇ ਸਾਡੀ ਸਰਕਾਰ, ਸਾਡੀਆਂ ਸਰਕਾਰਾਂ ਉੱਦਾਂ ਦਾ ਇਹ ਦੇਸ਼ ਬਣਾ ਦੇਣ। ਮੇਰਾ ਖਿਆਲ ਕੋਈ ਵੀ ਜਿਹੜਾ ਨੌਜਵਾਨ ਆ ਉਹ ਬਾਹਰ ਜਾਣ ਦਾ ਨਾਂ ਨਹੀਂ ਲੈਂਦਾ। ਜੇ ਕਿਸਾਨ ਖੁਸ਼ ਹੈ ਤਾਂ ਦੁਨੀਆ ਖੁਸ਼ ਹੈ ਭਾਈ, ਹੈਨਾ। ਜੇ ਕਿਸਾਨ ਹੀ ਨਿਰਾਸ਼ ਹੈ ਤੇ ਫਿਰ ਖਾਵਾਂਗੇ ਕਿੱਥੋਂ ਅਸੀਂ ਲੋਕ। ਇਹ ਸਾਡੀ ਮਾਂ ਦੀ ਲੜਾਈ ਆ, ਸਾਡੀ ਮਾਂ ਦੀ ਹੋਂਦ ਦੀ ਲੜਾਈ ਆ। ਜੇ ਸਾਡੀ ਧਰਤੀ 'ਚ ਲੱਤਾਂ ਪਾਉਣਗੇ ਫਿਰ ਤਾਂ ਵੱਢ ਦੇਣੇ ਗਿੱਟੇ ਇਹਨਾਂ ਦੇ। ਜਿੱਥੇ ਤੁਹਾਡੀ ਕਦਰ ਭੁੱਲ ਜਾਂਦੀ ਹੈ, ਜਿੱਥੇ ਪੰਜਾਬੀਅਤ ਖਤਮ ਹੋਣ ਲੱਗਦੀ ਹੈ, ਫਿਰ ਉੱਥੇ ਪੰਜਾਬੀ ਨੂੰ ਖੜਾ ਹੋਣਾ ਪੈਂਦਾ ਵਾ। ਪੰਜਾਬ ਮੇਲਿਆਂ, ਤਿੱਥਾਂ, ਤਿਉਹਾਰਾਂ ਦੀ ਧਰਤੀ ਹੈ ਤੇ ਸਿਰਫ ਮੇਲੇ, ਤਿੱਥ, ਤਿਉਹਾਰ ਹੀ ਇਹਦੀ ਪਛਾਣ ਨਹੀਂ, ਬਲਕਿ ਜਦੋਂ ਅਸੀਂ ਇਹ ਗੱਲ ਕਹਿੰਦੇ ਆ ਕਿ ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ, ਤੇ ਇਹ ਵੀ ਗੱਲ ਸਾਹਮਣੇ ਆਉਂਦੀ ਹੈ ਕਿ ਇਹ ਕੌਮ ਜੁਝਾਰੂ ਕੌਮ ਆ, ਨਿੱਤ ਨਵੇਂ ਹਾਲਾਤਾਂ ਦੇ ਨਾਲ ਜੂਝਦੀ ਹੈ। ਇਸ ਵੇਲੇ ਵੱਡੇ ਪੱਧਰ ਤੇ ਦੇਖੀਏ ਕਿ ਪੰਜਾਬ ਦੇ ਵਿੱਚੋਂ ਜਿਹੜਾ ਅੰਦੋਲਨ ਸ਼ੁਰੂ ਹੋਇਆ ਸੀਗਾ ਕੇਂਦਰੀ ਖੇਤੀਬਾੜੀ ਕਾਨੂੰਨਾਂ ਨੂੰ ਲੈ ਕੇ, ਉਹਨੂੰ ਲੈ ਕੇ ਲੜਾਈ ਬਹੁਤ ਵੱਡੀ ਹੋ ਚੁੱਕੀ ਹੈ। ਅੰਦੋਲਨ ਵਿਸ਼ਾਲ ਹੋ ਚੁੱਕਾ ਹੈ। ਉਹ ਕਿਸਾਨ ਅੰਦੋਲਨ ਨਾ ਰਹਿ ਕੇ ਜਨ ਅੰਦੋਲਨ ਬਣ ਚੁੱਕਾ ਹੈ। ਤੇ ਜੇ ਤਿੱਥਾਂ ਤਿਉਹਾਰਾਂ ਦੀ ਗੱਲ ਕਰ ਲਈਏ ਤੇ ਜਨਵਰੀ ਦੇ ਮਹੀਨੇ ਦੇ ਵਿੱਚ ਖਾਸ ਤੌਰ ਤੇ ਲੋਹੜੀ ਮਨਾਈ ਜਾਂਦੀ ਹੈ। ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਜਿਹੜੀ ਆ ਉਹ ਹੁਣ ਲੋਹੜੀ ਬਦਲਦੇ ਹਾਲਾਤਾਂ ਦੇ ਮੁਤਾਬਕ ਲੜਕੀਆਂ ਦੀ ਪਾਈ ਜਾਣ ਲੱਗ ਪਈ ਹੈ। ਪਹਿਲਾਂ ਲੜਕਿਆਂ ਦੀ ਲੋਹੜੀ ਪਾਈ ਜਾਂਦੀ ਸੀ, ਲੜਕੇ ਦੇ ਵਿਆਹ ਦੀ ਲੋਹੜੀ ਪਾਈ ਜਾਂਦੀ ਸੀ, ਪਰ ਹੁਣ ਸੋਚ ਥੋੜੀ ਵਿਕਸਿਤ ਹੋਈ ਹੈ। ਕਹਿ ਸਕਦੇ ਹਾਂ ਕਿ ਲੋਕ ਜਾਗਰੂਕ ਹੋਏ ਆ, ਹੁਣ ਲੜਕੀਆਂ ਦੀ ਵੀ ਲੋਹੜੀ ਪਾਈ ਜਾਂਦੀ ਹੈ। ਗੁਰਾਇਆਂ ਦੇ ਨਜ਼ਦੀਕ ਪਿੰਡ ਘੁੜਕਾ ਕਲਾਂ ਹੈ। ਘੁੜਕਾਂ ਦੇ ਵਿੱਚ ਜਿਹੜਾ ਆ ਉਹ ਬਕਾਇਦਾ ਪਿੰਦੂ ਜੌਲ ਯੂਕੇ ਤੋਂ ਔਰ ਉਹਨਾਂ ਦੀ ਸਮਾਜ ਸੇਵੀ ਸੰਸਥਾ ਦੇ ਵੱਲੋਂ ਹਰ ਸਾਲ ਹੀ ਲੜਕੀਆਂ ਦੀ ਲੋਹੜੀ ਪਾਈ ਜਾਂਦੀ ਹੈ। ਇਸ ਵਾਰ ਵੀ
520 ਲੜਕੀਆਂ ਦੀ ਲੋਹੜੀ ਪਾਈ ਜਾ ਰਹੀ ਹੈ। ਪਰ ਇਸ ਧੀਆਂ ਦੀ ਲੋਹੜੀ ਦੇ ਮੌਕੇ ਵੀ ਕੁੱਲ ਮਿਲਾ ਕੇ ਕਹਿ ਸਕਦੇ ਕਿ ਅੱਜ ਦਾ ਸਮਾਗਮ ਇਸ ਕਿਸਾਨ ਅੰਦੋਲਨ ਨੂੰ ਸਮਰਪਿਤ ਹੁੰਦਾ ਨਜ਼ਰ ਆ ਰਿਹਾ। ਝਾਤ ਪਾਉਂਦੇ ਹਾਂ ਇਸ ਸਮਾਗਮ ਦੇ ਉੱਤੇ, ਝਾਤ ਪਾਉਂਦੇ ਹਾਂ ਇਸ ਸਮਾਗਮ ਦੇ ਵਿੱਚ ਆਏ ਹੋਏ ਕਲਾਕਾਰਾਂ ਦੀ ਕਲਾ ਦੇ ਉੱਤੇ ਕਿ ਕੀ ਉਹ ਅੱਜ ਇਸ ਤਿਉਹਾਰ ਦੇ ਉੱਤੇ ਆਣ ਕੇ, ਇਸ ਸਮਾਗਮ ਦੇ ਵਿੱਚ ਆਣ ਕੇ ਇਸ ਸਮਾਗਮ ਦੀ ਗੱਲ ਕਰਦੇ ਨੇ ਜਾਂ ਫਿਰ ਉਹਨਾਂ ਦੇ ਚੇਤਿਆਂ ਦੇ ਵਿੱਚ, ਉਹਨਾਂ ਦੇ ਗਾਣਿਆਂ ਦੇ ਵਿੱਚ, ਉਹਨਾਂ ਦੀਆਂ ਗੱਲਾਂ ਦੇ ਵਿੱਚ ਧੀਆਂ ਦੀ ਲੋਹੜੀ ਦੇ ਨਾਲ ਉਸ ਕਿਸਾਨੀ ਅੰਦੋਲਨ ਦੀ ਸੁਰ ਵੀ ਸੁਣਾਈ ਦੇ ਰਹੀ ਹੈ। ਜਨਵਰੀ ਦਾ ਮਹੀਨਾ ਪੰਜਾਬ ਦੇ ਵਿੱਚ ਖਾਸ ਤੌਰ ਤੇ ਲੋਹੜੀ ਨੂੰ ਲੈ ਕੇ ਸਮਰਪਿਤ ਰਹਿੰਦਾ ਆ। ਲੋਹੜੀਆਂ ਪਾਈਆਂ ਜਾਂਦੀਆਂ ਸੀ, ਕਿਸੇ ਸਮੇਂ ਮੁੰਡਿਆਂ ਦੀਆਂ ਲੋਹੜੀਆਂ ਪੈਂਦੀਆਂ ਸੀ। ਹੁਣ ਥੋੜੀ ਤਬਦੀਲੀ ਆਈ ਹੈ, ਲੋਕ ਜਾਗਰੂਕ ਹੋਏ ਨੇ, ਕੁੜੀਆਂ ਦੀਆਂ ਲੋਹੜੀਆਂ ਵੀ ਪੈਣੀਆਂ ਸ਼ੁਰੂ ਹੋ ਗਈਆਂ ਨੇ। ਪਰ ਇਸ ਵਾਰ ਪੰਜਾਬ ਦੇ ਵਿੱਚ ਵੀ ਤੇ ਪੂਰੇ ਭਾਰਤ ਵਿੱਚ ਵੀ ਕੱਲਾ ਮੁੰਡਿਆਂ ਕੁੜੀਆਂ ਦੀਆਂ ਜਾਂ ਵਿਆਹਾਂ ਦੀਆਂ ਲੋਹੜੀਆਂ ਨਹੀਂ ਪਾਈਆਂ ਜਾ ਰਹੀਆਂ, ਬਲਕਿ ਕਿਸਾਨ ਅੰਦੋਲਨ ਦੇ ਦਰਮਿਆਨ ਉਹਨਾਂ 3 ਕੇਂਦਰੀ ਖੇਤੀ ਕਾਨੂੰਨਾਂ ਨੂੰ ਵੀ ਅੱਗ ਦੇ ਵਿੱਚ ਸਾੜ ਕੇ ਲੋਹੜੀ ਮਨਾਈ ਜਾ ਰਹੀ ਹੈ। ਔਰ ਇਸ ਦੇ ਵਿੱਚ ਪੂਰੇ ਭਾਰਤ ਦੇ ਵਿੱਚੋਂ ਬਕਾਇਦਾ ਹੁੰਗਾਰਾ ਵੀ ਮਿਲ ਰਿਹਾ ਆ। ਅੱਜ ਫਗਵਾੜੇ ਦੇ ਨਜ਼ਦੀਕ ਕੁੜੀਆਂ ਦੀ ਲੋਹੜੀ ਪਾਈ ਜਾ ਰਹੀ ਹੈ ਔਰ ਇਸ ਲੋਹੜੀ ਦੇ ਵਿੱਚ ਸ਼ਾਮਲ ਹੋਣ ਲਈ ਬਹੁਤ ਸਾਰੇ ਕਲਾਕਾਰ ਆਏ ਨੇ ਔਰ ਇਹਨਾਂ ਕਲਾਕਾਰਾਂ ਦੇ ਵਿੱਚੋਂ ਇੱਕ ਪ੍ਰਸਿੱਧ ਗਾਇਕ ਸੁਰਿੰਦਰ ਲਾਡੀ ਹੁਰੀ ਸਾਡੇ ਨਾਲ ਮੌਜੂਦ ਨੇ। ਲਾਡੀ ਜੀ, ਤੁਹਾਡਾ ਗੀਤ ਸੀ ਵਿੱਚ ਪਰਦੇਸਾਂ ਦੇ ਤੇਰੀ ਯਾਦ ਅੰਮੀਆਂ ਨੀ ਬੜੀ ਆਵੇ, ਤੇ ਜਦੋਂ ਉਸ ਧਰਨੇ ਤੇ ਬੈਠੇ ਹੋਏ ਲੋਕਾਂ ਨੂੰ ਤੁਸੀਂ ਦੇਖਦੇ ਆ ਦਿੱਲੀ ਬਾਰਡਰ ਤੇ, ਕੋਈ ਆਪਣੀ ਮਾਂ ਨੂੰ ਇੱਥੇ ਪਿੰਡ ਦੇ ਵਿੱਚ ਛੱਡ ਕੇ ਉੱਥੇ ਗਿਆ, ਕੋਈ ਆਪਣੇ ਪਿਓ ਨੂੰ ਛੱਡ ਕੇ ਗਿਆ, ਕੋਈ ਭਰਾ ਨੂੰ ਭੈਣ ਨੂੰ ਛੱਡ ਕੇ ਉੱਥੇ ਗਿਆ ਆ, ਤੇ ਕਈ ਬਜ਼ੁਰਗ ਉੱਥੇ ਗਏ ਨੇ ਆਪਣੇ ਛੋਟੇ ਛੋਟੇ ਬੱਚਿਆਂ ਨੂੰ ਇੱਥੇ ਛੱਡ ਕੇ। ਤਾਂ ਉਹ ਗੀਤ ਯਾਦ ਅੰਮੀਆਂ ਨੀ ਬੜੀ ਆਵੇ, ਉਹਨੂੰ ਜਦੋਂ ਦੇਖਦੇ ਆ ਤੁਸੀਂ ਤੇ ਉੱਥੇ ਦਿੱਲੀ ਬਾਰਡਰ ਤੇ ਬੈਠੇ ਹੋਏ ਉਹਨਾਂ ਲੋਕਾਂ ਨੂੰ ਦੇਖਦੇ ਆ, ਕਿੱਦਾਂ ਦਾ ਲੱਗਦਾ ਤੁਹਾਨੂੰ? ਕਿਉਂਕਿ ਕਹਿੰਦੇ ਵੀ ਕੰਧ ਵੱਲੇ ਪ੍ਰਦੇਸ਼ ਹੁੰਦਾ ਜੀ, ਤਾਂ ਉੱਥੇ ਜਾ ਕੇ ਮੈਂ ਤਕਰੀਬਨ 3 ਵਾਰੀ ਜਾ ਆਇਆ ਤੇ ਹਰ ਵਾਰ ਜਾ ਕੇ ਮਨ ਬਲੂੰਦੇ ਰਹਿ ਜਾਂਦਾ ਜੀ। ਉੱਥੇ ਉਹਨਾਂ ਦੇ ਕਿਸਾਨਾਂ ਦੇ ਜਿਹੜੇ ਬਜ਼ੁਰਗ ਬੈਠੇ ਹੋਏ ਤੇ ਠੰਡ ਵਿੱਚ ਬੈਠੇ ਹੋਏ ਆ, ਭਾਵੇਂ ਸਾਡੀ ਕਿਸਾਨੀ ਨੂੰ ਇਹਨਾਂ ਬਹੁਤਾ ਸਾਨੂੰ ਇਹਨਾਂ ਫਰਕ ਨਹੀਂ ਪੈਂਦਾ, ਅਸੀਂ ਐਸੇ ਜੁਝਾਰੂ ਕੌਮ ਹੈ, ਸਾਡੀ ਜੁਝਾਰੂ ਲੋਕ ਆ ਅਸੀਂ ਕਿਸਾਨ ਲੋਕ, ਕਿ ਭਾਵੇਂ ਜਦ ਇੱਥੇ ਵੀ ਜਦੋਂ ਰਾਤਾਂ ਨੂੰ ਮੋਟਰਾਂ ਚਲਾਉਣ ਜਾਂਦੇ ਠੰਡ 'ਚ ਹੀ ਜਾਂਦੇ ਆ ਆਪਾਂ, ਕਿਹੜਾ ਕਿਤੇ ਉਹਦੇ ਵਿੱਚ ਨਾਲ ਹੀਟਰ ਨਾਲ ਲੈ ਕੇ ਜਾਂਦੇ ਆ। ਪਰ ਉੱਥੇ ਮੈਂ ਇੱਕ ਖਾਸ ਜ਼ਿਕਰ ਕਰਨਾ ਚਾਹੂੰਗਾ, ਜਿਹੜਾ ਜਿੱਦਾਂ ਪਿੰਦੂ ਜੌਲ ਵਰਗੇ, ਇੱਦਾਂ ਜਿਹੜੇ ਦੋਸਤ ਮਿੱਤਰ ਜੱਸਾ ਭਾਜੀ ਵਰਗੇ, ਜਿਨ੍ਹਾਂ ਜਿਹੜੇ ਮੇਲਾ ਬੇਟੀਆਂ ਲੋਹੜੀ ਜਿਹੜੀ ਪਾ ਰਹੇ ਆ, ਇੱਦਾਂ ਦੇ ਬੰਦਿਆਂ ਨੇ ਬਹੁਤ ਹੈਲਪ ਉੱਥੇ ਭੇਜ ਰਹੇ ਆ, ਪਿੱਛੇ ਬੈਕਅਪ ਭੇਜ ਰਹੇ ਆ, ਕਿ ਤਾਂ ਕਿ ਉਹਨਾਂ ਨੂੰ ਪਤਾ ਲੱਗ ਜਾਵੇ ਮੋਦੀ ਸਰਕਾਰ ਨੂੰ ਕਿ ਇਹ ਕਿਹੜੀ ਕੌਮ ਆ। ਕਿ 19 ਵਾਰੀ ਝੰਡਾ ਪਹਿਲਾਂ ਚਲਾ ਚੁੱਕੇ ਆ ਤੇ 20 ਵਾਰੀ ਫਿਰ ਚਲਾ ਦੇਣਾ ਝੰਡਾ ਇਹਨਾਂ ਨੇ। ਤੇ ਉਹਨਾਂ ਨੂੰ ਸਰਕਾਰ ਨੂੰ ਚਾਹੀਦਾ ਕਿ ਬਹੁਤ ਫਰਾਕ ਦਿਲੀ ਨਾਲ ਜੋ ਗਲਤੀ ਉਹਨਾਂ ਕੋਲ ਹੋ ਗਈ ਹੈ, ਤਾਂ ਗਲਤੀ ਸੁਧਾਰਨੀ ਚਾਹੀਦੀ ਉਹਨਾਂ ਨੂੰ ਆਪਣੀ। ਤੇ ਉਹਨਾਂ ਨੂੰ ਜੋ ਬਾਕੀ ਰਹੀ ਗੱਲ ਗੀਤ ਦੀ, ਤਾਂ ਗੀਤ ਜਦੋਂ ਉੱਥੇ ਜਾ ਕੇ ਮੇਰੇ ਜ਼ਿਹਨ 'ਚ ਆਇਆ ਸੀਗਾ, ਪਰ ਮੇਰੇ ਕੋਲ ਗਾ ਨਹੀਂ ਹੋਇਆ, ਮੈਂ ਇੱਦਾਂ ਭਾਵੁਕ ਹੋ ਗਿਆ। ਤੇ ਕਿਉਂਕਿ ਮੈਂ ਫਿਰ ਕਿਸਾਨੀ 'ਤੇ ਜ਼ਿਆਦਾ ਬੋਲਣਾ ਸੀ ਉੱਥੇ, ਤੇ ਕਿਸਾਨੀ 'ਤੇ ਮੈਂ ਗੀਤ ਉੱਥੇ ਗਾਇਆ। ਤੇ ਇੱਥੇ ਵੀ ਤੁਹਾਨੂੰ ਦੇਖਿਆ ਹੋਣਾ, ਇੱਥੇ ਵੀ ਜਿਹੜੇ ਹਾਜ਼ਰੀ ਲਵਾਈ ਆ ਮੈਂ, ਮੇਰੇ ਖਿਆਲ ਉਹਦੇ 2 ਬੋਲ ਜਿਹੜੇ ਆ ਉਹ ਸਾਡੇ ਟੀਵੀ ਪੰਜਾਬ ਦੇ ਦਰਸ਼ਕਾਂ ਜ਼ਰੂਰ ਸਾਡੇ ਹਲ ਪੰਜਾਲੀਆਂ ਖੋ ਕੇ ਹੱਥ ਹਥਿਆਰ ਫੜਾਉਣੀ ਏ, ਜੱਗ ਦੇ ਅੰਨਦਾਤਿਆਂ ਕੋਲੋਂ ਬਗਾਵਤ ਤੂੰ ਕਰਵਾਉਣੀ ਏ। ਗੱਲ ਸੁਣ ਲੈ ਦਿੱਲੀ ਸਰਕਾਰ, ਤਖਤ ਤੇਰਾ ਪਲਟਾਵਾਂਗੇ, ਕੀ ਹੋਇਆ ਜੇ ਕਿਸਾਨੇ ਅਸੀਂ ਇਨਕਲਾਬ ਲਿਆਵਾਂਗੇ, ਕੀ ਹੋਇਆ ਜੇ ਕਿਸਾਨੇ ਅਸੀਂ ਇਨਕਲਾਬ ਲਿਆਵਾਂਗੇ। ਇਨਕਲਾਬ ਲਿਆਵਾਂਗੇ। ਇੱਕ ਚੀਜ਼ ਜ਼ਰੂਰ ਹੈ, ਇਹ ਪਰਸੈਪਸ਼ਨ ਬਣਾਈ ਗਈ ਹੈ, ਇਹ ਮਿੱਥ ਲਿਆ ਗਿਆ ਆ ਕਿ ਇਹ ਸਰਕਾਰ ਜਿਹੜੀ ਹੈ ਇੱਕ ਵਾਰੀ ਫੈਸਲਾ ਲੈ ਲੈਂਦੀ ਹੈ, ਕਦੀ ਵਾਪਸ ਨਹੀਂ ਲੈਂਦੀ। ਲਗਾਤਾਰ ਮੀਟਿੰਗਾਂ ਦਾ ਦੌਰ ਚੱਲਦਾ ਪਿਆ, ਮੀਟਿੰਗ ਦਾ ਕੋਈ ਵੀ ਜਿਹੜਾ ਉਹ ਕਹਿ ਸਕਦੇ ਫਲ ਮਿਲਦਾ ਨਜ਼ਰ ਨਹੀਂ ਆ ਰਿਹਾ, ਅਜੇ ਤੱਕ ਸਿੱਟਾ ਨਿਕਲਦਾ ਨਜ਼ਰ ਨਹੀਂ ਆ ਰਿਹਾ। ਲੱਗਦਾ ਹੈ ਤੁਸੀਂ ਕਹਿੰਦੇ ਕਿ ਸਰਕਾਰ ਤੋਂ ਜੇ ਗਲਤੀ ਹੋ ਗਈ ਹੈ ਤੇ ਉਹਨੂੰ ਬਿੱਲ ਵਾਪਸ ਲੈ ਲੈਣੇ ਚਾਹੀਦੇ, ਕਾਨੂੰਨ ਵਾਪਸ ਲੈਣੇ ਚਾਹੀਦੇ। ਸਰਕਾਰ ਕਹਿੰਦੀ ਮੇਰੇ ਤੋਂ ਗਲਤੀ ਹੋਈ ਨਹੀਂ ਹੈ, ਉਹ ਤਾਂ ਸਗਾ ਤੇ ਕਹਿੰਦੀ ਹੈ ਕਿਸਾਨ ਗਲਤੀ ਕਰ ਰਹੇ ਆ, ਇਹ ਅੰਦੋਲਨ ਕਰਕੇ ਭਟਕੇ ਹੋਏ ਨੇ, ਗੁੰਮਰਾਹ ਹੋਏ। ਤੁਹਾਨੂੰ ਕੀ ਲੱਗਦਾ ਹੈ ਕੌਣ ਭਟਕਿਆ ਹੋਇਆ, ਕੌਣ ਗੁੰਮਰਾਹ ਆ? ਇਹੀ ਕਾਨੂੰਨ ਬਿਹਾਰ ਵਿੱਚ ਲਾਗੂ ਹੋ ਚੁੱਕਾ। ਉੱਥੇ ਜਿੰਨਾ ਝੋਨਾ 800 ਨੂੰ ਖਰੀਦ ਹੋ ਗਏ, 2000 ਨੂੰ ਪੰਜਾਬ 'ਚ ਵਿਕ ਰਿਹਾ। ਤੁਸੀਂ ਦਿਖਾ ਲਿਆ, ਮੀਡੀਆ ਨੇ ਦਿਖਾ ਲਿਆ ਸਾਰਾ ਕੁਝ। ਤੇ ਕਿੱਦਾਂ ਕਹਿੰਦੇ ਕਾਨੂੰਨ ਸਹੀ ਨਹੀਂ ਹੈਗਾ? ਇਹ ਸਹੀ ਹੈ, ਇਹ ਗਲਤ ਕਿਉਂ ਨਹੀਂ ਹੈਗਾ? ਗਲਤ ਹੈ ਕਾਨੂੰਨ ਇਹ, ਕਿਉਂਕਿ ਇਹ ਸਾਡੀ ਜਿਹੜੀ ਹਾਲਾਤ ਹੋ ਜਾਣੇ ਬੰਦੂਆ ਮਜ਼ਦੂਰਾਂ ਵਰਗੀ। ਇੱਥੇ ਆਪਣੀ ਜ਼ਮੀਨ ਦੇ ਮੂਹਰੇ ਦੇਖ ਲਿਆ ਕਰ ਵੀ ਆਹ ਸਾਡੇ ਖੇਤ ਕਦੀ ਹੁੰਦੇ ਸੀਗੇ, ਜਦ ਕਿ ਹੁਣ ਨਹੀਂ ਤੁਹਾਡੇ। ਉਹ ਕੁਝ ਸਾਲਾਂ ਬਾਅਦ ਉਹਨਾਂ ਨੇ ਸਾਡੇ ਕੋਲ ਹੜੱਪ ਲੈਣੇ ਆ। ਵੱਡੀਆਂ ਕਾਰਪੋਰੇਟ ਕੰਪਨੀਆਂ, ਬੱਬੂ ਮਾਨ ਨੇ ਬਹੁਤ ਚਿਰ ਪਹਿਲਾਂ ਕਹਿਤਾ ਸੀਗੇ ਵੱਡੀਆਂ ਕੰਪਨੀਆਂ ਦੇ ਹੜੱਪਣ ਦੀ ਤਿਆਰੀ ਹੈ, ਪਹਿਲਾਂ ਹੀ ਕਹਿਤਾ ਸੀ 10 ਸਾਲ ਪਹਿਲਾਂ। ਤੇ ਇਹ ਗਲਤੀ ਉਹਨਾਂ ਕੋਲ ਹੋਈ ਆ, ਨਹੀਂ ਮੰਨਦੇ। ਬਾਕੀ ਕਈ ਬੰਦੇ ਨਹੀਂ ਮੰਨਣਾ ਹੁੰਦਾ ਉਹਨਾਂ ਨੇ, ਤੇ ਨਹੀਂ ਮੰਨਣ। ਤੇ ਇਹ ਇੱਦਾਂ ਦਾ ਅੰਦੋਲਨ 100 ਸਾਲ ਪਹਿਲਾਂ ਵੀ ਚੱਲਿਆ ਸੀਗਾ। ਅੰਗਰੇਜ਼ ਸਰਕਾਰ ਨੇ ਵੀ ਇੱਦਾਂ ਦੇ ਬਿੱਲ ਕੋਈ ਲਿਆਂਦੇ ਸੀਗੇ।
ਉਹਨਾਂ ਅੰਗਰੇਜ਼ਾਂ ਨੂੰ ਬਣਾਉਣਾ ਪੈ ਗਿਆ ਸੀ। ਇਹ ਹੁਣ ਆਪਣੇ ਆ, ਇਹ ਥੋੜ੍ਹੇ ਜ਼ਿਆਦਾ ਭੇਤੀ ਸਾਡੇ, ਇਹ ਤਾਂ ਫਿਰ ਵੱਧ ਵੀ ਟਾਈਮ ਲੈਣ ਕੋਈ ਗੱਲ ਨਹੀਂ। ਉਹ 7 ਮਹੀਨੇ ਬਾਅਦ ਮੰਨਿਆ ਸੀ ਉਹਨਾਂ ਨੇ, ਤੇ ਇੱਥੇ 2-2 ਸਾਲ ਦਾ ਅਰੇਂਜਮੈਂਟ ਕਰਕੇ ਗਏ ਹੋਏ ਇੱਥੇ। ਆਪਾਂ ਲੋਕਾਂ ਵਾਸਤੇ ਲੰਗਰ ਲਾਏ ਪੰਜਾਬ ਨੇ ਹਮੇਸ਼ਾ, ਆਪਣੇ ਆਪ ਤਾਂ ਲਾਏ ਪਹਿਲੀ ਵਾਰੀ ਆ। ਬਿਲਕੁਲ, ਤੁਸੀਂ ਪਗੜੀ ਸੰਭਾਲ ਜੱਟਾ ਲਹਿਰ ਦੀ ਗੱਲ ਕਰਦੇ ਹੋ। ਜਦੋਂ ਅੰਗਰੇਜ਼ਾਂ ਨੇ ਇਹ ਕਾਨੂੰਨ ਲਿਆਂਦਾ ਸੀ ਕਿ ਤੁਸੀਂ ਆਪਣੇ ਖੇਤ ਦੇ ਵਿੱਚੋਂ ਦਰਖਤ ਨਹੀਂ ਵੱਢ ਸਕਦੇ, ਜਦੋਂ ਉਸ ਕਾਨੂੰਨ ਦੇ ਵਿੱਚ ਕਿਹਾ ਗਿਆ ਸੀ ਜੇ ਤੁਹਾਡਾ ਪੁੱਤ ਹੋਏਗਾ ਤਾਂ ਤੁਹਾਨੂੰ ਅੱਗੇ ਉਹ ਟਰਾਂਸਫਰ ਕੀਤੀ ਜਾਏਗੀ ਜ਼ਮੀਨ, ਜੇ ਪੁੱਤ ਨਹੀਂ ਹੈ ਤਾਂ ਅੰਗਰੇਜ਼ ਸਰਕਾਰ ਆਪਣੇ ਜ਼ਮੀਨ ਉਹ ਲੈ ਲੇਗੀ। ਉਹ ਕਾਨੂੰਨ ਜਿਹਦੇ ਬਾਰੇ ਭਗਤ ਸਿੰਘ ਦੇ ਚਾਚਾ ਅਜੀਤ ਸਿੰਘ ਹੋਰਾਂ ਨੇ ਜਿਹੜੀ ਪਗੜੀ ਸੰਭਾਲ ਜੱਟਾ ਲਹਿਰ ਸ਼ੁਰੂ ਕੀਤੀ ਸੀ ਉਹਦੀ ਗੱਲ ਕੀਤੀ। ਇਸ ਅੰਦੋਲਨ ਦੇ ਵਿੱਚ ਕਲਾਕਾਰਾਂ ਦੀ ਭੂਮਿਕਾ ਨੂੰ ਕਿਸ ਤਰੀਕੇ ਨਾਲ ਦੇਖਦੇ, ਕਿਉਂਕਿ ਪਹਿਲਾਂ ਬਹੁਤ ਕਿੰਤੂ ਪਰੰਤੂ ਹੋਏ ਕਲਾਕਾਰਾਂ ਤੇ, ਅਸੀਂ ਖੁਦ ਕਿੰਤੂ ਪਰੰਤੂ ਕਰਦੇ ਰਹੇ ਕਿ ਕੀ ਗਾਉਂਦੇ ਆ, ਕਿਵੇਂ ਦਾ ਗਾਉਂਦੇ ਆ, ਨਹੀਂ ਗਾਉਣਾ ਚਾਹੀਦਾ, ਆ ਨਹੀਂ ਕਰਨਾ ਚਾਹੀਦਾ। ਪਰ ਅੰਦੋਲਨ ਦੇ ਵਿੱਚ ਜਿੱਦਾਂ ਦੀ ਗਾਇਕੀ ਇਹਨਾਂ ਕਲਾਕਾਰਾਂ ਨੇ ਦਿਖਾਈ ਹੈ, ਗੀਤ ਪ੍ਰੋਤਸਾਹਿਤ ਕਰਨ ਲਈ ਇਸ ਅੰਦੋਲਨ ਦੇ ਵਿੱਚ ਸ਼ਾਮਲ ਹੋਣ ਲਈ ਨੌਜਵਾਨਾਂ ਨੂੰ ਜਿੱਦਾਂ ਦੇ ਗਾਇਆ, ਉਹ ਭੂਮਿਕਾ ਨੂੰ ਕਿਸ ਨਜ਼ਰੀਏ ਨਾਲ ਦੇਖਦੇ ਹੋ? ਬਿਲਕੁਲ ਜੀ, ਕਿਉਂਕਿ ਇਹ ਜਿਹੜੀ ਸਵਾਲ ਕਰਦੇ ਮੈਨੂੰ ਵੀ ਕਹੀ ਕਿ ਕਲਾਕਾਰ ਕਿਉਂ ਆ ਰਹੇ ਨੇ ਵਿੱਚ ਇਸ ਵਿੱਚ, ਕਿਉਂਕਿ ਕਲਾਕਾਰ ਮਜੀਸ਼ੀਅਨਸ ਗੱਲ ਕੀ ਹਰ ਪੰਜਾਬ ਦਾ, ਹਰ ਇੰਡੀਆ ਦਾ ਬੰਦਾ ਸਿੱਧੇ ਜਾਂ ਅਸਿੱਧੇ ਰੂਪ 'ਚ ਖੇਤੀਬਾੜੀ ਜੁੜਿਆ ਹੋਇਆ। ਜੇ ਖੇਤੀਬਾੜੀ ਨਹੀਂ ਰਹੀ, ਕਿਉਂਕਿ ਸਾਡਾ ਖੇਤੀ ਪ੍ਰਧਾਨ ਦੇਸ਼ ਹੈ, ਅਸੀਂ ਜੋ ਕੁਝ ਅੱਜ ਤੱਕ ਬਣਾਇਆ, ਜੋ ਕਮਾਇਆ ਜੱਟਾਂ ਸਿਰ ਤੋਂ, ਕਿਸਾਨਾਂ ਸਿਰ ਤੋਂ ਹੀ ਬਣਾਇਆ। ਫਰਾਕ ਦਿੱਲੀ ਨਾਲ ਕੋਈ ਕਵੇ ਕੋਈ ਨਾ ਕਵੇ, ਮੈਂ ਕਹਿਣਾ ਇਸ ਗੱਲ ਨੂੰ ਕਿ ਸਾਡੇ ਪ੍ਰੋਗਰਾਮ ਉਹਨਾਂ ਦੇ ਘਰਾਂ 'ਚ ਲੱਗਦੇ, ਕਿਸਾਨਾਂ ਦੇ ਘਰਾਂ 'ਚ ਲੱਗਦੇ ਜ਼ਿਆਦਾ ਪ੍ਰੋਗਰਾਮ ਸਾਡੇ। ਤੇ ਜੇ ਕਿਸਾਨੀ ਨਹੀਂ ਰਹੀ ਤੇ ਨਾ ਕਲਾਕਾਰੀ ਰਹਿਣੀ ਆ, ਨਾ ਸੋਹਣੇ ਮੋਹਣੇ ਗੀਤ ਰਹਿਣੇ ਆਏ, ਨਾ ਸੱਭਿਆਚਾਰਕ ਮੇਲੇ ਰਹਿਣਾ, ਸੱਭਿਆਚਾਰ ਰਹਿਣਾ। ਇਸ ਕਰਕੇ ਕਲਾਕਾਰ ਵਰਗ ਹੀ ਹਰ ਵਰਗ ਨਾਲ ਜੁੜਿਆ ਹੋਇਆ ਕਿ ਭਾਵੇਂ ਉਹ ਕਲਾਕਾਰ ਆ, ਭਾਵੇਂ ਕੋਈ ਮਜ਼ਦੂਰ ਆ, ਭਾਵੇਂ ਕੋਈ ਪ੍ਰਸ਼ਾਸਨ ਦਾ ਬੰਦਾ, ਹਰ ਬੰਦਾ ਕੋਈ ਭਾਵੇਂ ਬਾਹਰੋਂ ਨਾ ਤੁਰੇ, ਅੰਦਰੋਂ ਸਾਰੇ ਤੁਰੇ ਹੋਏ ਨਾਲ। ਤੇ ਹੁਣ ਟਰੈਕਟਰ ਵਾਲੀ ਜਿਹੜੀ ਹੁਣ ਕੀਤੀ ਹੋਈ 6 ਨੂੰ ਪੰਜਾਬ ਵਿੱਚ ਹੋਈ ਆ, ਉਹਦੇ ਨਾਲ ਦੁਨੀਆਂ ਅੱਖਾਂ ਖੁੱਲੀਆਂ ਹੋਣੀਆਂ ਚਾਹੀਦੀਆਂ। ਜਿਹੜੀ 26 ਨੂੰ ਹੋਣੀ ਆ ਉੱਥੇ, ਉਹ ਤਾਂ ਗਾਹ ਪੈਣਾ ਉੱਥੇ, ਤਾਂ ਪਤਾ ਨਹੀਂ ਕਿੰਨੇ ਹਜ਼ਾਰ ਟਰੈਕਟਰ ਪਹੁੰਚਣਾ ਉੱਥੇ, ਤੇ ਇਹ ਉਹਨੂੰ ਅਜੇ ਵੀ ਸੰਭਾਲ ਲੈਣਾ ਚਾਹੀਦਾ। ਅੱਛਾ, ਪੰਜਾਬੀ ਕਲਾਕਾਰਾਂ ਨੂੰ ਕੁਝ ਨੂੰ ਗ੍ਰਿਫਤਾਰ ਕੀਤਾ ਗਿਆ, ਸ਼੍ਰੀ ਬਰਾੜ ਨੂੰ ਜਿਹੜਾ ਉਹ ਗ੍ਰਿਫਤਾਰ ਕਰ ਲਿਆ ਗਿਆ, ਉਹਦੇ ਪੁਰਾਣੇ ਗੀਤ ਦਾ ਮਾਮਲਾ ਕੱਢ ਲਿਆ ਗਿਆ। ਫਿਰ ਜਸ ਬਾਜਵਾ ਨੂੰ ਪਤਾ ਲੱਗਾ ਕਿ ਨੋਟਿਸ ਭੇਜਿਆ ਗਿਆ, ਕਹਿੰਦੇ ਕਿ ਤੁਸੀਂ ਤੁਹਾਡਾ ਇੱਕ ਪੁਰਾਣਾ ਮਹੀਨਾ ਪਹਿਲਾਂ ਗੀਤ ਹੋਇਆ ਸੀ, ਉਹਦੇ ਵਿੱਚ ਤੁਸੀਂ ਗਲਤ ਚੀਜ਼ ਦਿਖਾਈ ਹੈ, ਇਸ ਕਰਕੇ ਉਹਨਾਂ ਨੂੰ ਨੋਟਿਸ ਭੇਜਿਆ ਗਿਆ, ਪੇਸ਼ ਹੋਣ ਲਈ ਕਿਹਾ ਗਿਆ। ਦਲਜੀਤ ਦੋਸਾਂਝ ਨੂੰ IT ਦੇ ਨੋਟਿਸ ਜਿਹੜੇ ਉਹ ਜਾਂਦੇ ਨਜ਼ਰ ਆਉਂਦੇ ਆ। ਉਹਨਾਂ ਸਥਿਤੀਆਂ ਦੇ ਵਿੱਚ ਕੀ ਲੱਗਦਾ ਕਿ ਜਾਣ ਬੁੱਝ ਕੇ ਕਲਾਕਾਰਾਂ ਦੇ ਉੱਤੇ ਇਸ ਅੰਦੋਲਨ ਤੋਂ ਉਹਨਾਂ ਨੂੰ ਵੱਖਰਾ ਕਰਨ ਲਈ ਦਬਾਅ ਬਣਾਇਆ ਜਾ ਰਿਹਾ? ਬਿਲਕੁਲ ਬਿਲਕੁਲ, ਜਿਵੇਂ ਹੁਣ ਕਿਸਾਨਾਂ ਨੇ ਦਬਾਅ ਬਣਾਇਆ ਹੋਇਆ, ਪੂਰੀ ਸਰਕਾਰ ਦੇ, ਪੂਰੀ ਇਹਨਾਂ 'ਤੇ ਪ੍ਰਸ਼ਾਸਨ 'ਤੇ ਵੀ ਦਬਾਅ ਬਣਿਆ ਹੋਇਆ, ਇਸ ਤਰ੍ਹਾਂ ਵੀ ਦਬਾਅ ਬਣਾਉਂਦੇ ਵੀ ਕਲਾਕਾਰ ਕੇ ਪਿੱਛੇ ਹਟੇ। ਕਿਉਂਕਿ ਜਿਹੜੇ ਹੁੰਦੇ ਆ ਸਾਡੇ ਕਲਾਕਾਰ ਹੁੰਦੇ ਆ ਜਾਂ ਸਟਾਰ ਹੁੰਦੇ ਆ, ਇਹ ਰੋਲ ਮਾਡਲ ਹੁੰਦੇ ਆ। ਜਿੱਦਾਂ ਦੇ ਵਾਲ ਬਣਾਉਂਦੇ ਉਹਦੇ ਵਾਲ ਬਣਾਉਣਾ ਸ਼ੁਰੂ ਕਰ ਦਿੰਦੇ ਆ। ਜਿਵੇਂ ਨਿੱਕੂ ਜਿੱਦਾਂ ਦੀ ਪੱਗ ਬੰਨ੍ਹੀ ਸੀਗੀ, ਉੱਦਾਂ ਦੀ ਲੋਕੀ ਪੱਗਾਂ ਬੰਨ੍ਹਣ ਲੱਗ ਗਏ ਸੀਗੇ। ਸਾਨੂੰ ਇਹ ਸਟਾਰਾਂ ਨੂੰ ਫੋਲੋ ਕਰਦੀ ਹੈ ਦੁਨੀਆ, ਜਨਤਾ ਫੋਲੋ ਕਰਦੀ ਆ, ਟੀਨੇਜਰ ਫੋਲੋ ਕਰਦੇ ਆ। ਉਹਨਾਂ ਨੂੰ ਇਹੀ ਆ ਵੀ ਹੁਣ ਲਹਿਰ ਇੱਕ ਬਣੀ ਜਾ ਰਹੀ ਹੈ। ਇਹ ਕਲਾਕਾਰ ਸਭ ਤੋਂ ਮੋਰੇ ਕਲਾਕਾਰਾਂ ਨੂੰ ਵੀ ਫੋਲੋ ਕਰਦੇ, ਕਲਾਕਾਰ ਸਾਰੇ ਜੁੜੇ ਹੋਏ ਉਹਨਾਂ ਨਾਲ। ਉਹ ਚਾਹੁੰਦੇ ਵੀ ਕਲਾਕਾਰ ਪਿੱਛੇ ਕੋਈ ਨਾ ਕੋਈ ਉਹਨਾਂ ਦੀ ਮੁਹਿੰਮ ਤੋਂ ਠੰਡੀ ਪਵੇ, ਪਰ ਕਹਿੰਦੇ दवाएं दबते हैं, कभी उभरने वाले नहीं दबेंगे, ऐसे चलेगा। ऐसे ही चलेगा, दबना नहीं है। ये सीधे तौर पे कह सकते कि सुरिंदर लाडी होਰਾਂ ने कहता कि दबना नहीं है, सरकार दबाउण ਦੀ ਕੋਸ਼ਿਸ਼ ਕਰ ਰਹੀ ਹੈ। ਕਲਾਕਾਰਾਂ ਨੂੰ ਨੋਟਿਸ ਭੇਜੇ ਜਾ ਰਹੇ ਆ, ਗ੍ਰਿਫਤਾਰੀਆਂ ਉਹਨਾਂ ਦੀਆਂ ਹੋ ਰਹੀਆਂ ਨੇ, ਪਰ ਕੀ ਇਹ ਗ੍ਰਿਫਤਾਰੀਆਂ ਉਸ ਅੰਦੋਲਨ ਨੂੰ ਠੰਡਾ ਕਰ ਸਕਣਗੀਆਂ? ਇੰਜ ਲੱਗਦਾ ਨਹੀਂ ਆ। ਹੁਣ ਦੇਖਣਾ ਹੋਏਗਾ ਕਿ 15 ਤਰੀਕ ਨੂੰ ਕੀ ਕੁਝ ਨਿਕਲ ਕੇ ਸਾਹਮਣੇ ਹੋਏਗਾ, ਤੇ ਨਾਲ ਦੀ ਨਾਲ ਇਹ ਵੀ ਦੇਖਣਾ ਹੋਏਗਾ ਕਿ ਇਸ ਅੰਦੋਲਨ ਦੇ ਵਿੱਚ ਜਿਹੜੇ ਯੋਧੇ ਡਟੇ ਹੋਏ ਨੇ, ਜੂਝ ਰਹੇ ਨੇ, ਉਹਨਾਂ ਨੂੰ ਜਿੱਤ ਜਿਹੜੀ ਹੈ ਉਹ ਕਦੋਂ ਨਸੀਬ ਹੁੰਦੀ ਹੈ। ਸੋ ਨਾਲ ਹੀ ਆਪਾਂ ਗੱਲ ਕਰ ਲੈਂਦੇ ਪੰਜਾਬੀ ਗਾਇਕ ਮੰਗੀ ਮਾਲ ਹੋਰੀ, ਗਾਇਕ ਵੀ ਨੇ, ਗੀਤਕਾਰ ਵੀ ਨੇ, ਔਰ ਜਿਹੜੀ ਕੁੜੀਆਂ ਦੀ ਲੋਹੜੀ ਪਾਈ ਜਾ ਰਹੀ ਹੈ ਪਿੰਦੂ ਜੌਲ ਉਹਨਾਂ ਦੇ ਵੱਲੋਂ ਸਪਾਂਸਰ ਕੀਤੀ ਗਈ ਹੈ, ਔਰ ਉਹ ਪੂਰਾ ਜਿਹੜਾ ਦਾਰੋ ਮਦਾਰ ਹੈ ਇਹਨਾਂ ਦੇ ਮੋਢਿਆਂ ਦੇ ਸਿਰ ਤੇ ਅੱਜ ਪੂਰੀ ਇਸ ਪ੍ਰੋਗਰਾਮ ਦੀ ਜਿਹੜੀ ਆ ਉਹ ਕਹਿ ਸਕਦੇ ਹਾਂ ਕਿ ਆਰਗੇਨਾਈਜ਼ ਕਰਨ ਦੀ ਜ਼ਿੰਮੇਵਾਰੀ ਮੰਗੀ ਜੀ ਤੁਹਾਡੇ ਤੇ ਆ। ਕੁੜੀਆਂ ਦੀ ਲੋਹੜੀ ਪਾਈ ਜਾ ਰਹੀ ਹੈ। ਇੱਕ ਲੋਹੜੀ ਜਿਹੜੀ ਆ ਉਹ ਦਿੱਲੀ ਦੇ ਵਿੱਚ ਵੀ ਪੈਣੀ ਆ, ਜਿੱਥੇ ਕਿਸਾਨਾਂ ਨੇ ਇਹਨਾਂ ਤਿੰਨੋਂ ਕੇਂਦਰੀ ਖੇਤੀ ਕਾਨੂੰਨਾਂ ਨੂੰ ਜਿਹੜਾ ਉਹ ਅਗਨ ਭੇਂਟ ਕਰਕੇ ਆਪਣੇ ਤਰੀਕੇ ਨਾਲ ਜਿਹੜਾ ਉਹ ਇੱਕ ਕਹਿ ਸਕਦੇ ਕਿ ਕਿਸਾਨ ਦਿਵਸ ਹੀ ਮਨਾਉਣਾ, ਲੋਹੜੀ ਨੂੰ ਵੀ ਉਹਨਾਂ ਨੇ ਹੋਰ ਰੰਗ ਦੇਣਾ। ਕਿਸ ਤਰੀਕੇ ਨਾਲ ਦੋਨੋਂ ਚੀਜ਼ਾਂ ਦੇਖਦੇ ਹੋ? ਕ੍ਰਾਂਤੀ ਇਹ ਵੀ ਹੈ ਕਿ ਮੁੰਡਿਆਂ ਦੀ ਥਾਂ ਹੁਣ ਕੁੜੀਆਂ ਦੀ ਲੋਹੜੀ ਪੈਣ ਲੱਗ ਪਈ ਹੈ, ਤੇ ਕ੍ਰਾਂਤੀ ਇਹ ਵੀ ਹੈ ਕਿ ਅੱਜ ਹੱਕਾਂ ਲਈ ਜਿਹੜਾ ਉਹ ਪੰਜਾਬ ਦੇ ਲੋਕ ਵੀ ਤੇ ਹੋਰਨਾਂ ਸੂਬਿਆਂ ਦੇ ਲੋਕ ਵੀ ਉੱਥੇ ਦਿੱਲੀ ਦੇ ਬਾਰਡਰ ਤੇ ਬੈਠੇ ਆ, ਤੇ ਉਸ ਸਰਕਾਰ ਨਾਲ ਮੱਥਾ ਲਾਇਆ ਜਿਹੜੀ ਸਰਕਾਰ ਕਹਿੰਦੀ ਮੈਂ ਇੱਕ ਵੀ ਕਦਮ, ਇੱਕ ਵੀ ਇੰਚ ਕਦੀ ਪਿੱਛੇ ਨਹੀਂ ਹਟਦੀ। ਕੀ ਕਹਿਣਾ ਆ? ਸਭ ਤੋਂ ਪਹਿਲਾਂ ਜੀ ਟੀਵੀ ਪੰਜਾਬ ਦੇ ਦੇਖਣ ਵਾਲੇ ਤੇ ਸੁਣਨ ਵਾਲੇ ਸਰੋਤਿਆਂ ਨੂੰ ਮੇਰੇ ਵੱਲੋਂ ਧੀਆਂ ਦੀ ਲੋਹੜੀ ਮੁਬਾਰਕ। ਧੀਆਂ ਦੀ ਲੋਹੜੀ ਅੱਜ ਪਿੰਦੂ ਜੌਲ ਯੂਕੇ ਤੋਂ, ਸਤਨਾਮ ਬਾੜਾ ਸਾਹਿਬ, ਮਨਮੋਹਨ ਵਾਰਿਸ, ਹੀਰ ਕਮਲ, ਸੰਗਤਾਰ ਦੇਵੀ ਭਾਜੀ, ਸਰਬਜੀਤ ਰਾਏ ਜੀ, ਇਹ ਸਾਡੀ ਸਾਰਿਆਂ ਦੀ ਟੀਮ ਹੈ ਜੀ। ਹਰਦੀਪ ਸਿੰਘ ਤੱਗੜ ਸਰਪੰਚ,
ਅਸੀਂ ਸਾਰੀ ਟੀਮ ਇਕੱਠੇ ਹੋ ਕੇ ਕੰਮ ਕਰ ਰਹੇ ਹਾਂ। 11 ਸਾਲਾਂ ਤੋਂ ਇਹ ਲੋਹੜੀ ਪੈ ਰਹੀ ਹੈ ਧੀਆਂ ਦੀ, ਔਰ ਇਹਦੇ ਵਿੱਚ ਤਕਰੀਬਨ ਅੱਜ 5000 ਕੁੜੀਆਂ ਦੀ ਲੋਹੜੀ ਪੈ ਚੁੱਕੀ ਹੈ ਜੀ। 5000 ਕੁੜੀਆਂ ਦੀ। ਫਿਰ ਧੀਆਂ ਦੇ ਵਿਆਹ ਵੀ ਕੀਤੇ ਜਾਂਦੇ ਆ। ਫਿਰ ਕਰੋਨਾ ਦੀ ਤਰਾਸਦੀ ਦੇ ਵਿੱਚ ਸਾਰੀ ਟੀਮ ਨੇ ਕੰਮ ਵੀ ਕੀਤਾ, ਜਿੱਥੇ ਲੰਗਰ ਦੀ ਲੋੜ ਸੀ ਉੱਥੇ ਲੰਗਰ ਪਹੁੰਚਾਇਆ। ਸੋ ਵਾਹਿਗੁਰੂ ਇੱਦਾਂ ਹੀ ਚੜ੍ਹਦੀ ਕਲਾ ਦੇ ਵਿੱਚ ਰੱਖੇ ਪਿੰਦੂ ਹੋਣਾ ਨੂੰ ਤੇ ਬਾੜਾ ਸਾਹਿਬ ਨੂੰ, ਕਿਉਂਕਿ ਇਹ ਸਾਡੀ ਗੱਡੀ ਦੇ ਇੰਜਣ ਨੇ, ਅਸੀਂ ਮਗਰ ਲੱਗੇ ਡੱਬੇ ਆ ਸਾਰੇ। ਤੇ ਇਹੀ ਕਹਿੰਦੇ ਆ ਪਿੰਦੂ ਜਿਸ ਧਰਤੀ ਤੇ ਜੰਮਿਆ ਉਸ ਧਰਤੀ ਲਈ ਵੀ ਬੜਾ ਕੁਝ ਕਰ ਰਿਹਾ, ਔਰ ਜਿਸ ਧਰਤੀ ਤੇ ਰਹਿੰਦਾ ਆ ਜਿੱਥੋਂ ਉਹਨੂੰ ਰੁਜ਼ਗਾਰ ਮਿਲਿਆ ਉਸ ਧਰਤੀ ਲਈ ਵੀ ਕਰੋਨਾ ਦੇ ਵਿੱਚ ਬੜਾ ਉਹਨੇ ਸੇਵਾ ਕੀਤੀ ਆ ਪਿੰਦੂ ਜੌਹਲ ਨੇ। ਸੋ ਆਓ ਸਾਰੇ ਰਲ ਕੇ ਪ੍ਰਮਾਤਮਾ ਅੱਗੇ ਅਰਦਾਸ ਕਰੀਏ ਕਿ ਉਹਦੀਆਂ ਵੱਡੀਆਂ ਉਮਰਾਂ ਪ੍ਰਮਾਤਮਾ ਕਰੇ, ਸਿਹਤਯਾਬੀ ਹੋਵੇ, ਕਿਉਂਕਿ ਇਹੋ ਜਿਹੇ ਲੋਕਾਂ ਦੀ ਉਮਰ ਜਿਹੜੀ ਆ ਉਹ ਬਹੁਤ ਵੱਡੀ ਹੋਣੀ ਚਾਹੀਦੀ, ਵਡੇਰੀ ਉਮਰ ਵਾਲੇ ਹੋਣੇ ਚਾਹੀਦੇ ਆ, ਕਿਉਂਕਿ ਲੋਕਾਂ ਤੋਂ ਪੈਸਾ ਬੜਾ ਆ ਪਰ ਦਾਨ ਕਰਨ ਦੇ ਲਈ ਦਿਲ ਚਾਹੀਦਾ, ਜੇਬ ਚੋਂ ਪੰਜੀ ਨਹੀਂ ਨਿਕਲਦੀ। ਇਹ ਮਾਂ ਦਾ ਪੁੱਤ ਐਸਾ ਸ਼ੇਰ ਪੁੱਤ ਆ ਜਿਹੜਾ ਕੋਈ ਵੀ ਤਰਾਸਦੀ ਹੋਵੇ ਕਿਤੇ ਵੀ ਇਹ ਵੱਧ ਚੜ ਕੇ ਮੋਹਰੇ ਹੋ ਕੇ ਖੜਦਾ ਸੇਵਾ ਕਰਨ ਲਈ, ਔਰ ਆਪ ਖੁਦ ਹੱਥੀਂ ਵੀ ਸੇਵਾ ਕਰਦਾ, ਇਹ ਨਹੀਂ ਪੈਸਿਆਂ ਲਈ ਸੇਵਾ ਕਰਨ ਲਈ ਖੜਦਾ। ਮੈਂ ਤਾਂ ਦੇਖਿਆ ਨਾ ਯੂਕੇ 'ਚ ਰਹਿ ਕੇ। ਸੋ ਧੀਆਂ ਦੀ ਲੋਹੜੀ ਮੁਬਾਰਕ ਹੋਵੇ, ਪਰਮਾਤਮਾ ਸਭ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ। ਬਾਕੀ ਗੱਲ ਜਿਹੜੀ ਤੁਸੀਂ ਦਿੱਲੀ ਦੀ ਕਰਤੀ ਹੈ ਜੀ, ਉੱਥੇ ਲਈ ਮੈਂ ਇਹ ਕਹਿ ਸਕਦਾ ਜੇ ਧੀ ਨਾ ਹੁੰਦੀ ਨਾ ਨਾਨਾ ਨਾ ਬਾਬਾ ਹੋਣਾ ਸੀ, ਜੇ ਧੀ ਨਾ ਹੁੰਦੀ ਬਾਪੂ ਕਿਹਦੇ ਨਾਲ ਵਿਆਹੁਣਾ ਸੀ। ਜਨਮ ਦੇਣੀ ਦਾ ਪੁੱਤਾਂ ਵਾਂਗ ਸਤਿਕਾਰ ਕਰੋ ਲੋਕੋ, ਧੀਆਂ ਨੂੰ ਵੀ ਪੁੱਤਾਂ ਵਰਗਾ ਪਿਆਰ ਕਰੋ ਲੋਕੋ। ਧੀ ਜਿਹੜੇ ਜੰਮੀ ਹੋਵੇ ਉਹਨੂੰ ਪਤਾ ਹੁੰਦਾ ਜਿਹੜੀ ਤੁਸੀਂ ਗੱਲ ਕਰਦੇ ਆ। ਇਹ ਤਾਂ ਸਾਰੇ ਛੜੇ ਇਕੱਠੇ ਹੋਏ ਆ, ਮੋਦੀ ਛੜਾ, ਇੱਕ ਉਹ ਜਿਹੜਾ ਯੂਪੀ ਦੇ ਵਿੱਚ ਬਣਾਤਾ ਆ ਉਹ ਛੜਾ, ਮੈਨੂੰ ਤਾਂ ਸਮਝ ਖੱਟੜ ਛੜਾ। ਇਹਨਾਂ ਦੇ ਬੱਚੇ ਹੀ ਨਹੀਂ ਜਿਹਨਾਂ ਨੂੰ ਪਤਾ ਹੀ ਨਹੀਂ ਫੀਲਿੰਗ ਕੀ ਆ, ਬੱਚਿਆਂ ਦੀ ਫੀਲ ਹੁੰਦੀ ਕੀ ਆ, ਬੱਚਿਆਂ ਦੀ ਫੀਲਿੰਗ ਕੀ ਹੁੰਦੀ ਆ, ਧੀਆਂ ਦੀ ਪੁੱਤਾਂ ਦੀ ਫੀਲਿੰਗ ਕੀ ਹੁੰਦੀ ਆ, ਇਹ ਨਹੀਂ ਜਾਣ ਸਕਦੇ। ਜਿਸ ਬੰਦੇ ਦਾ ਟੱਬਰ ਆ ਉਹ ਜਾਣ ਸਕਦਾ ਆ ਆਪਣੇ ਟੱਬਰ ਲਈ, ਆਪਣੇ ਪਰਿਵਾਰ ਦੇ ਲਈ। ਤੁਹਾਡੇ ਦਿਲ 'ਚ ਰਹਿਮ ਆ। ਇਹਨਾਂ ਦੀ ਤਾਂ ਜਿਹੜੀ ਬਿਰਤੀ ਆ ਉਹ ਜਾਨਵਰਾਂ ਵਾਲੀ ਬਣੀ ਆ। 70 ਜਿਹੜੇ ਕਿਸਾਨ ਸ਼ਹੀਦ ਹੋ ਚੁੱਕੇ ਅੱਜ ਦੇਖੋ ਤੁਸੀਂ ਸੰਘਰਸ਼ ਵਿੱਚ। ਇੱਕ ਵਾਰੀ ਮੈਨੂੰ ਯਾਰ ਦਿਲ 'ਚ ਰਹਿਮ ਆਉਂਦਾ, ਇਨਸਾਨ ਹੈ ਯਾਰ ਤੁਸੀਂ, ਬੰਦੇ ਦੀ ਜੂਨੇ ਆਏ ਆ, ਤੁਸੀਂ ਤਾਂ ਜਾਨਵਰ ਬਣ ਕੇ ਬੈਠੇ ਹੋ। ਇੱਦਾਂ ਤਾਂ ਜਾਨਵਰ ਵੀ ਨਹੀਂ ਕਰਦਾ। ਜਾਨਵਰ ਵੀ ਆਪਣੇ ਬੱਚਿਆਂ ਨੂੰ, ਆਪਣੇ ਆਲੇ ਦੁਆਲੇ ਨੂੰ ਪਿਆਰ ਮੁਹੱਬਤ ਕਰਦੇ ਨੇ, ਠੀਕ ਹੈ। ਇਹ ਤਾਂ ਬਿਲਕੁਲ ਜਾਨਵਰ। ਉਹ ਜਿਹੜਾ ਦੂਜਾ ਯੂਪੀ ਵਾਲਾ ਇੱਦਾਂ ਦੇ ਸੱਪ ਫੜਦੇ ਹੁੰਦੇ ਆਪਣੇ ਪਿੰਡਾਂ 'ਚ, ਦੇਖਿਆ ਤੁਸੀਂ? ਆ ਪਿੰਡਾਂ ਦੇ ਵਿੱਚ ਤੁਰੇ ਫਿਰਦੇ ਹੁੰਦੇ ਸੱਪ ਲੈ ਕੇ, ਉਹ ਸੱਪ ਫੜਨ ਵਾਲੇ ਇਹਨਾਂ ਨੇ ਮੁੱਖ ਮੰਤਰੀ ਬਣਾਏ। ਮੈਨੂੰ ਤਾਂ ਸਮਝ ਨਹੀਂ ਲੱਗਦੀ ਹੈ ਕੀ ਸੰਦੇਸ਼ ਕੀ ਦਿੱਤਾ। 6-7 ਸਾਲ ਹੋ ਗਏ ਜਿੱਦਣ ਦੇ ਨੈਸ਼ ਬੰਦੇ ਆ ਗਏ, ਮੁਲਕ ਦਾ ਬੇੜਾ ਗਰਕ ਕਰਤਾ ਇਹਨਾਂ ਨੇ, ਛੱਡੇ ਕੱਖ ਨਹੀਂ ਮੁਲਕ ਦਾ। ਬੇਵਕੂਫ ਬਣਾ ਕੇ ਲੋਕਾਂ ਦੇ ਵਿੱਚ ਵੰਡੀਆਂ ਪਾ ਕੇ ਲੋਕਾਂ ਨੂੰ ਲੜਾਈ ਜਾਂਦੇ ਆ ਜਾਤਾਂ ਧਰਮਾਂ ਦੇ ਨਾਂ ਤੇ। ਇਹ ਭੁੱਲ ਗਿਆ ਸੀ ਕਿ ਜਿਹੜੀ ਪੰਜਾਬੀ ਕੌਮ ਆ, ਮਾਰਸ਼ਲ ਕੌਮ ਆ, ਇਹ ਰੁਕਣ ਵਾਲੀ ਕੌਮ ਨਹੀਂ। ਇਹ ਛੇੜ ਕੇ ਬਹੁਤ ਵੱਡਾ ਭੁਲੇਖਾ ਇਹਨਾਂ ਨੇ ਆਪਣੇ ਗਲ ਜਿਹੜਾ ਸਹੇੜ ਲਿਆ। ਇਹ ਦੇਖੋ ਅੱਜ ਮੈਂ ਅੱਗੇ ਵੀ ਤੁਹਾਨੂੰ ਇੰਟਰਵਿਊ ਦੇ ਵਿੱਚ ਆਪਾਂ ਉਦੋਂ ਵੀ ਕੀਤੀ ਸੀ ਗੱਲ, ਇਹ ਲੜਾਈ ਯਾਰ ਕਿਸੇ ਧਰਮ ਜਾਂ ਮਜ਼ਹਬ ਜਾਂ ਜਾਤ ਦੀ ਨਹੀਂ ਗੀ, ਨਾ ਸਿਆਸੀ ਪਾਰਟੀ ਦੀ ਆ, ਇਹ ਸਾਡੀ ਮਾਂ ਦੀ ਲੜਾਈ ਆ। ਔਰ ਬਾਬੇ ਸਾਡੇ ਨੇ ਕਿਹਾ ਸੀ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ, ਇਹ ਸਾਡੀ ਮਾਂ ਦੀ ਲੜਾਈ ਆ, ਸਾਡੀ ਮਾਂ ਦੀ ਹੋਂਦ ਦੀ ਲੜਾਈ ਆ। ਜੇ ਸਾਡੀ ਧਰਤੀ 'ਚ ਲੱਤਾਂ ਪਾਉਣਗੇ ਫਿਰ ਤਾਂ ਵੱਢ ਦੇਣੇ ਗਿੱਟੇ ਇਹਨਾਂ ਦੇ, ਵੀ ਜਾਂ ਤਾਂ ਆਪ ਮਰ ਜਾਾਂਗੇ ਜਾਂ ਇਹਨਾਂ ਨੂੰ ਮਾਰਾਂਗੇ। ਗੱਲਾਂ ਤਾਂ ਦੋ ਹੀ ਆ। ਇੱਕ ਚੀਜ਼ ਹੋਰ ਨੁਕਤਾ ਆ, ਮੀਟਿੰਗ ਦਰ ਮੀਟਿੰਗ ਜਿਹੜੀ ਆ ਹੋ ਰਹੀ ਆ ਮੰਗੀ ਜੀ, ਔਰ ਇਹ ਜਦੋਂ ਹਰ ਵਾਰ ਮੀਟਿੰਗ ਦੇ ਵਿੱਚ ਜਾਂਦੇ ਨੇ ਕਿਸਾਨ ਆਗੂ, ਤੇ ਇੱਕ ਉਮੀਦ ਵੱਜਦੀ ਆ ਲੋਕਾਂ ਨੂੰ ਵੀ, ਦੇਖਣ ਵਾਲਿਆਂ ਨੂੰ, ਕਿ ਸ਼ਾਇਦ ਅੱਜ ਕੋਈ ਚੰਗਾ ਸੁਨੇਹਾ ਆ ਜਾਏਗਾ ਤੇ ਫੈਸਲਾ ਕੋਈ ਹੋਏਗਾ ਤੇ ਅਸੀਂ ਜਿੱਤ ਕੇ ਵਾਪਸੀ ਜਿਹੜੀ ਆ ਉਹ ਕਰਾਂਗੇ। ਪਰ ਹਰ ਵਾਰ ਨਿਰਾਸ਼ਾ ਦੇਖਣ ਨੂੰ ਮਿਲਦੀ। ਮੈਂ ਤਸਵੀਰਾਂ ਦੇਖ ਰਿਹਾ ਸੀ 8 ਤਰੀਕ ਦੀ ਮੀਟਿੰਗ ਦੀਆਂ। 8 ਤਰੀਕ ਦੀ ਮੀਟਿੰਗ ਤੋਂ ਬਾਅਦ ਇੱਕ ਬੀਬੀ ਨਰਿੰਦਰ ਕੌਰ ਗਿੱਲ ਜਿਹੜੀ ਹੈ, ਉਹ ਜਦੋਂ ਬਾਹਰ ਨਿਕਲਦੀ ਹੈ ਮੀਟਿੰਗ ਤੋਂ ਤੇ ਉਹਦੀਆਂ ਅੱਖਾਂ ਦੇ ਵਿੱਚ ਪਾਣੀ ਨਜ਼ਰ ਆਉਂਦਾ। ਕਹਿੰਦੀ ਮੈਨੂੰ ਇਸ ਗੱਲ ਦਾ ਦੁੱਖ ਹੈ ਕਿ ਸਾਡੇ ਕਿਸਾਨ ਵੀਰ ਜਿਹੜੇ ਆ ਉਹ ਇਸ ਧਰਨੇ ਦੇ ਦੌਰਾਨ ਸ਼ਹੀਦੀਆਂ ਪਾ ਰਹੇ ਆ, ਉਹ ਇਸ ਜਹਾਨ ਤੋਂ ਰੁਖਸਤ ਹੋ ਰਹੇ ਆ, ਪਰ ਸਰਕਾਰ ਨੂੰ ਜ਼ਰਾ ਜਿੰਨੀ ਵੀ ਉਹਨਾਂ ਦੀ ਫਿਕਰ ਨਹੀਂ ਹੈਗੀ। ਉਹ ਪਾਣੀ ਅੱਖਾਂ ਦੇ ਵਿੱਚ ਜਦੋਂ ਮੈਂ ਦੇਖਦਾ ਤੇ ਉਦੋਂ ਬਾਅਦ ਨਰਿੰਦਰ ਸਿੰਘ ਤੋਮਰ ਨੂੰ ਜਦੋਂ ਦੇਖਦਾ ਬਾਹਰ ਆਣ ਕੇ ਮੀਡੀਆ ਨਾਲ ਗੱਲ ਕਰਦੇ, ਹੱਸ ਕੇ ਗੱਲਾਂ ਕਰਦੇ, ਇੱਕ ਪਾਸੇ ਹੰਝੂ ਤੇ ਦੂਜੇ ਪਾਸੇ ਹਾਸਾ। ਇਹਨੂੰ ਕਿੱਦਾਂ ਦੇਖਦੇ ਹੋ? ਯਾਰ ਮੈਂ ਤਾਂ ਤੁਹਾਨੂੰ ਪਹਿਲਾਂ ਹੀ ਦੱਸ ਦਿੱਤਾ, ਇਹਨਾਂ ਲੋਕਾਂ ਦੀ ਫੀਲਿੰਗ ਹੀ ਨਹੀਂ, ਬਸ਼ਰਮ ਲੋਕ ਇਕੱਠੇ ਹੋਏ ਆ। ਇਹ ਜਿੰਨਾ ਟੋਲਾ ਆ ਬਸ਼ਰਮਾਂ ਦਾ ਇਕੱਠਾ ਹੋਇਆ, ਵਪਾਰੀਆਂ ਦਾ ਇਕੱਠਾ ਹੋਇਆ ਆ। ਪੂਰੇ ਮੁਲਕ ਨੂੰ ਵਪਾਰੀਕਰਨ ਕਰਕੇ ਵਪਾਰੀਆਂ 2-3 ਘਰਾਣਾਂ ਨੂੰ ਵੇਚ ਰਹੇ ਆ, ਔਰ ਛੋਟਾ ਵਪਾਰੀ ਵੀ ਮਾਰਤਾ, ਮਜ਼ਦੂਰ ਵੀ ਮਾਰਤਾ, ਕਿਸਾਨ ਨੂੰ ਵੀ ਮਾਰਨ ਨੂੰ ਤੁਰੇ ਫਿਰਦੇ ਆ। ਇਹ ਇਹਨਾਂ ਦਾ ਕੰਮ ਤਾਂ ਉਹ ਆ, 2 ਗੁਜਰਾਤੀ ਉੱਤੇ ਇਕੱਠੇ ਹੋਏ ਆ। ਅੱਛਾ 2 ਗੁਜਰਾਤੀ ਆ ਜਿਹਨਾਂ ਨੂੰ ਸਭ ਕੁਝ ਵੇਚੀ ਜਾਂਦੇ, ਇਹਨਾਂ ਦਾ ਕੰਮ ਉਹ ਵੀ ਅੰਨੀ ਵੰਡੇ ਸੀਰ ਨਹੀਂ ਮੁੜ ਕੇ ਆਪਣੇ ਨੂੰ, ਉਹਨਾਂ ਨੂੰ ਸਾਰਾ ਮੁਲਕ ਵੇਚੀ ਤੁਰੇ ਜਾਂਦੇ ਆ। ਇਹ ਗੱਲਾਂ ਜਿਹੜੀਆਂ ਹੁਣ ਨਹੀਂ ਚੱਲਣੀਆਂ। ਜਿਹੜਾ ਤੁਸੀਂ ਕਹਿੰਦੇ ਅੱਖਾਂ 'ਚ ਪਾਣੀ ਆ, ਮੈਂ ਤਾਂ ਆਪ ਯਾਰ ਬੜਾ ਭਾਵ ਗਿਆ, ਮੈਂ ਬੜਾ ਘੈਂਟ ਬੰਦਾ, ਮੈਂ ਕਦੀ ਨਹੀਂ ਰੋਂਦਾ ਸੱਚੀ ਗੱਲ ਦੱਸਾਂ, ਪਰ ਮੈਂ ਪਤਾ ਨਹੀਂ ਕਿੰਨੀ ਵਾਰੀ ਰੋ ਚੁੱਕਾ। ਮੈਂ ਵੀ ਭਾਵਕ ਹੁੰਦਾ ਯਾਰ, ਕਿੱਦਾਂ ਦੇ ਬਜ਼ੁਰਗ ਸਾਡੇ ਜਿਨ੍ਹਾਂ ਦੀਆਂ ਬਾਹਾਂ ਤੱਕ ਹੈ ਨਹੀਂ ਯਾਰ, ਉਹਨਾਂ ਨੂੰ ਰੋਟੀ ਕੋਈ ਹੋਰ ਬੰਦਾ ਬੈਠਾ ਖਿਲਾ ਰਿਹਾ। ਫੋਟੋ ਦੇਖੀਆਂ ਤਸਵੀਰਾਂ ਕਿੱਦਾਂ ਦੀਆਂ,
ਕਿੱਦਾਂ ਦੇ ਬਜ਼ੁਰਗ ਯਾਰ ਸਾਈਕਲ ਚਲਾ ਕੇ ਲੱਖ ਲਾਂ ਤੇ ਯਾਰ ਤੁਸੀਂ ਗਵਰਨਮੈਂਟ ਚਲਾ ਰਹੇ ਹੋ, ਰਾਜੇ ਹੋ ਤੁਸੀਂ ਕੋਈ। ਔਰ ਇਹ ਜਿਹੜੇ ਗੁਜਰਾਤੀ ਆ, ਇਹਨਾਂ ਦੀ ਦੇਸ਼ ਦੀ ਕੁਰਬਾਨੀ ਦੇ ਵਿੱਚ ਇੱਕ ਵੀ ਕੁਰਬਾਨੀ ਨਹੀਂ ਦੇਸ਼ ਦੀ ਆਜ਼ਾਦੀ ਦੀ। ਗਦਾਰਾਂ ਦੀ ਕੌਮ ਹੈ ਯਾਰ। ਅੱਜ ਗੁਜਰਾਤੀ ਸਾਡੇ ਦੇਸ਼ ਨੂੰ, ਸਾਰੇ ਨੂੰ, ਹਿੰਦੁਸਤਾਨ ਨੂੰ ਬੇਵਕੂਫ ਬਣਾ ਕੇ ਲੁੱਟ ਰਹੇ ਆ, ਖਾ ਰਹੇ ਆ। ਪਤਾ ਨਹੀਂ ਸਾਡੇ ਲੋਕਾਂ ਨੂੰ ਕਿਉਂ ਨਹੀਂ ਸਮਝ ਆਉਂਦੀ, ਜਿਨ੍ਹਾਂ ਦੇ ਅੱਖਾਂ ਦੇ ਉੱਤੇ ਪਰਦੇ ਬੰਨੇ ਆ ਜਾਂ ਪੱਟੀਆਂ ਬੰਨ ਲਈਆਂ, ਪੱਟੀਆਂ ਖੋਲ੍ਹ ਲਓ। ਤੁਹਾਨੂੰ ਰੱਬ ਨੇ ਦਿਮਾਗ ਦਿੱਤਾ, ਆਪਣੇ ਦਿਮਾਗ ਦੀ ਵਰਤੋਂ ਕਰੋ। ਅੱਛਾ, ਇੱਕ ਚੀਜ਼ ਹੋਰ ਮੰਗੀ ਜੀ, ਮੈਂ ਖਾਸ ਤੌਰ ਤੇ ਗੱਲ ਕਰਨੀ ਚਾਹੁੰਦਾ ਆ ਪਿਛਲੇ ਕੁਝ ਦਿਨਾਂ ਤੋਂ ਇਹ ਬਹੁਤ ਵਰਤਾਰਾ ਚੱਲ ਰਿਹਾ ਆ। IRTC ਰੇਲਵੇ ਵੱਲੋਂ ਜਿਹੜਾ ਆ ਉਹ 2 ਕਰੋੜ ਦੇ ਕਰੀਬ ਈਮੇਲਾਂ ਕੀਤੀਆਂ ਗਈਆਂ, ਜਿਹਦੇ ਵਿੱਚ ਇਹ ਇੱਕ 40 ਕੁ ਪੇਜਾਂ ਦਾ ਕਿਤਾਬਚਾ ਹੈ, ਜਿਹਦੇ ਵਿੱਚ ਦੱਸਿਆ ਜਾ ਰਿਹਾ ਕਿ ਇਸ ਸਰਕਾਰ ਨੇ ਸਿੱਖਾਂ ਲਈ ਕੀ ਕੁਝ ਕੀਤਾ। ਹੁਣ ਤਾਜ਼ਾ ਖਬਰ ਹੈ ਕਿ ਸੁਪਰੀਮ ਕੋਰਟ ਵੱਲੋਂ ਕਹਿ ਦਿੱਤਾ ਗਿਆ ਕਿ 26 ਜਨਵਰੀ ਤੋਂ ਪਹਿਲਾਂ ਰਾਜੋਆਣ ਹੋਰਾਂ ਦੀ ਸਜ਼ਾ ਦੇ ਉੱਤੇ ਕੋਈ ਨਾ ਕੋਈ ਫੈਸਲਾ ਸਰਕਾਰ ਜਿਹੜਾ ਉਹ ਕਰੇ। ਇਹਦੇ ਤੋਂ ਇਲਾਵਾ ਲਗਾਤਾਰ ਪ੍ਰਚਾਰ ਕੀਤਾ ਜਾ ਰਿਹਾ ਕਿ ਅਸੀਂ ਸਿੱਖਾਂ ਦੇ ਵਾਸਤੇ ਬਹੁਤ ਸਾਰਾ ਕੁਝ ਕਰ ਰਹੇ ਹਾਂ, ਸਾਡੇ ਸਬੰਧ ਬੜੇ ਸੁਖਾਵੇਂ ਆ। ਕੀ ਇਹ ਇਸ ਅੰਦੋਲਨ ਦੀ ਵਜ੍ਹਾ ਕਰਕੇ ਸਾਰਾ ਕੁਝ ਕੀਤਾ ਜਾ ਰਿਹਾ ਜਾਂ ਕਾਰਨ ਤੁਹਾਨੂੰ ਕੁਝ ਹੋਰ ਨਜ਼ਰ ਆ ਰਹੇ ਨੇ? ਉਹ ਯਾਰ ਕਾਰਨ ਆ, ਹਰ ਚੀਜ਼ ਦੇ ਵਿੱਚ ਸਿਆਸੀਕਰਨ ਕਰਦੇ ਆ ਭਾਜੀ ਇਹ, ਠੀਕ ਹੈ ਨਾ। ਹੁਣ ਇਹ ਬਾਬਾ ਜੀ ਦੇ ਉੱਥੇ ਸ਼ਹੀਦੀ ਦਿਹਾੜੇ ਤੇ ਮੱਥਾ ਟੇਕਣ ਚਲੇ ਗਿਆ, 6 ਸਾਲ ਤੋਂ ਪਹਿਲਾਂ ਨਹੀਂ ਚੇਤੇ ਆਇਆ ਵੀ ਮੱਥਾ ਟੇਕਣ ਜਾਣਾ ਆ। ਇਹ ਸਭ ਸਿਆਸੀਕਰਨ ਆ, ਸਭ ਡਰਾਮੇ ਆ ਨਾ ਲੋਕਾਂ ਦੇ। ਇਹਨਾਂ ਦੇ ਡਰਾਮਿਆਂ ਤੋਂ ਬਚੋ, ਕਿਉਂਕਿ ਇਹਨੇ ਬੋਲਿਆ ਝੂਠ ਆ। ਸਭ ਤੋਂ ਵੱਡਾ ਝੂਠਾ ਬੰਦਾ ਦੁਨੀਆ ਦੇ ਵਿੱਚ ਜੇ ਹੈਗਾ ਤੇ ਇਹ ਆ। ਝੂਠ, ਹਰ ਗੱਲ ਝੂਠ ਆ। ਇੱਕ ਵੀ ਗੱਲ ਜੇ ਤੁਸੀਂ ਦੱਸੋ, ਤੁਸੀਂ ਬੁੱਧੀਜੀਵੀ ਹੋ, ਤੁਸੀਂ ਇੰਨੇ ਪੜ੍ਹੇ ਲਿਖੇ ਹੋ, ਪੱਤਰਕਾਰ ਹੋ, ਤੁਸੀਂ ਮੈਨੂੰ ਦੱਸ ਦਿਓ ਵੀ ਜਿੰਨੀਆਂ ਵੀ ਇਹਨੇ ਗੱਲਾਂ ਕਹੀਆਂ ਉਹਨਾਂ ਦੇ ਵਿੱਚ ਇੱਕ ਵੀ ਸੱਚ ਕੀਤੀ ਹੋਵੇ। ਇੱਕ ਵੀ ਗੱਲ ਗਿਣਾ ਦਿਓ ਮੈਨੂੰ, ਮੈਂ ਤੁਹਾਨੂੰ ਮੰਨ ਜਾਊਂਗਾ। ਉਹ ਤਾਂ ਕਹਿੰਦੇ ਅਸੀਂ ਭਲਾ ਹੀ ਬੜਾ ਕੀਤਾ, ਕਿਸਾਨਾਂ ਦਾ 6000 ਸਾਲ ਦਾ ਯਾਨੀ ਕਿ 16 ਰੁਪਏ ਰੋਜ਼ ਦੇ ਕਿਸਾਨਾਂ ਨੂੰ ਦਿੰਦੇ ਆ, ਤੇ ਉਹ ਕਹਿੰਦੇ ਇਦਾਂ ਦਾ ਤਾਂ ਕਿਸੇ ਸਰਕਾਰ ਨੇ ਕੀਤਾ ਹੀ ਨਹੀਂ ਕਦੀ। ਜਿੰਨਾ ਕਿਸਾਨਾਂ ਦਾ ਇਹਨਾਂ ਨੇ ਫਾਇਦਾ ਚੱਕਿਆ, ਬੇਵਕੂਫ ਬਣਾਇਆ ਕਿਸਾਨਾਂ ਨੂੰ। ਅੱਜ ਕਿਸਾਨ, ਇਹਨਾਂ ਨੂੰ ਇਹੀ ਤਾਂ ਤਕਲੀਫ ਆ। ਹੁਣ ਉਹ ਕਿਸਾਨ ਉਹ ਨਹੀਂ ਰਹਿ ਗਿਆ ਨਾ, ਹੁਣ ਕਿਸਾਨ ਪੜ੍ਹ ਲਿਖ ਗਿਆ। ਹੁਣ ਜਿਹੜੇ ਸਾਡੇ ਬਜ਼ੁਰਗ ਉੱਥੇ ਆ, ਬੁੱਧੀਜੀਵੀ ਆ, ਸਾਡੀ ਜਿਹੜੀ ਉਹ ਰਹਿਨੁਮਾਈ ਕਰ ਰਹੇ ਆ, ਉਹ ਬੁੜੇ ਜਾਂਦੇ ਆ ਨਾ ਫਿਰ ਬੰਨ੍ਹ ਕੇ ਪੱਗਾਂ ਤੇ ਮੁੱਛਾਂ ਨੂੰ ਵੱਟ ਦੇ ਕੇ ਉਹ ਬਹਿੰਦੇ ਆ। ਇਹ ਨਾਲ ਕਿਹਨੂੰ ਲੈ ਕੇ ਬਹਿੰਦੇ? IAS ਅਫਸਰਾਂ ਨੂੰ, ਕਿਉਂਕਿ ਇਹ ਅਨਪੜ੍ਹ ਆ ਯਾਰ। ਇਹ ਅਨਪੜ੍ਹ ਬੰਦੇ ਇਕੱਠੇ ਹੋਏ ਆ, ਇਹ ਬੇਵਕੂਫ ਬੰਦੇ ਇਕੱਠੇ ਹੋਏ ਆ, ਠੀਕ ਆ। ਇਹ ਨਾਲ IAS ਅਫਸਰ ਲੈ ਕੇ ਬਹਿੰਦੇ ਆ ਤੇ ਬੁੜੇ ਸਾਡੇ ਜਾਂਦੇ, ਉਹ ਕਹਿੰਦੇ ਦੱਸੋ ਕਿਹੜੀ ਭਾਸ਼ਾ 'ਚ ਗੱਲ ਕਰਨੀ ਆ? ਇੰਗਲਿਸ਼ ਵਿੱਚ ਕਰਨੀ, ਹਿੰਦੀ 'ਚ ਕਰਨੀ, ਪੰਜਾਬੀ 'ਚ ਕਰਨੀ? ਦੱਸੋ ਕਿਹੜੇ ਮੁੱਦੇ ਤੇ ਕਰਨੀ ਆ, ਕਰੋ ਗੱਲ। ਇਹ ਲਾਜਵਾਬ ਹੋ ਜਾਂਦੇ ਆ, ਮੀਟਿੰਗਾਂ ਕਰਦੇ ਆ। ਉਹਨਾਂ ਨੂੰ ਦੇਖੋ ਜਾਣਾ ਤਾਂ ਕਰਕੇ ਸਾਡੇ ਜਿਹੜੇ ਬਜ਼ੁਰਗ ਤਾਂ ਜਾ ਰਹੇ ਆ ਕਿ ਕੱਲ੍ਹ ਨੂੰ ਦੁਨੀਆ ਦੇ ਵਿੱਚ ਇੱਕ ਇਹ ਸੰਦੇਸ਼ ਨਾ ਇਹ ਦੇਣ, ਨਹੀਂ ਜੀ ਅਸੀਂ ਤਾਂ ਨਿਬੇੜਨ ਲਈ ਇਹਨਾਂ ਨੂੰ ਮੀਟਿੰਗ ਸਾਦੇ ਸੀ, ਇਹ ਨਹੀਂ ਮੀਟਿੰਗ ਦੇ ਵਿੱਚ ਆਏ। ਉਹ ਬੜੇ ਸਿਆਣੇ ਬਜ਼ੁਰਗ ਆ, ਉਹ ਜਾਂਦੇ, ਉਹ ਕਹਿੰਦੇ ਜਾਵਾਂਗੇ। ਦੱਸੋ ਜਿੰਨੀ ਵਾਰੀ ਮੀਟਿੰਗਾਂ 'ਤੇ ਸੱਦੋਗੇ ਅਸੀਂ ਜਾਵਾਂਗੇ, ਠੀਕ ਹੈ। ਉਹ ਜਾਣਗੇ ਔਰ ਜਿੱਤ ਮੁਬਾਰਕ ਹੋਣੀ ਆ, ਜਿੱਤ ਪੱਕੀ ਆ। ਇਹਨਾਂ ਦੀ ਪੁੱਠੀ ਗਿਣਤੀ ਸ਼ੁਰੂ ਹੋ ਚੁੱਕੀ ਆ ਯਾਰ। ਇਹ ਇਕੱਲਾ ਇੱਕ ਬੰਦੇ ਦਾ ਮਸਲਾ ਸੁਣੋ, ਪੰਜਾਬੀ ਦਾ ਸੁਣੋ ਜਾਂ ਸਰਦਾਰ ਦਾ ਮਸਲਾ ਸੁਣੋ। ਅੱਜ ਸਾਰਾ ਹਿੰਦੁਸਤਾਨ ਪਿੱਟ ਰਿਹਾ ਇਹਨਾਂ ਦੀ ਜਾਨ ਨੂੰ, ਸਾਰਾ ਹਿੰਦੁਸਤਾਨ ਇਕੱਠਾ ਹੋ ਗਿਆ। ਤੁਸੀਂ ਦੇਖਿਓ ਫੌਜੀ ਵੀ ਵਿੱਚ ਆ ਗਏ ਨਾ, ਫੌਜ ਵਾਲੇ ਵੀ ਪੱਟਣ ਲੱਗ ਪਏ ਨਾ ਯਾਰ। ਤੁਸੀਂ ਜਿਹੜੇ ਸਰਹੱਦਾਂ ਦੇ ਉੱਤੇ ਰਾਖੀ ਕਰਦੇ ਆ, ਉੱਥੇ ਮਰਦੇ ਆ, ਜਾਨ ਦਿੰਦੇ ਆ ਬਾਰਡਰਾਂ ਦੇ ਉੱਤੇ, ਤੇ ਉਹਨਾਂ ਦੇ ਵਿੱਚ ਪੰਜਾਬ ਦੇ ਜਾਂ ਕਿਸੇ ਹੋਰ ਪਾਸੇ ਉਹਨਾਂ ਦੇ ਮਾਂ ਪੇ ਭਰਾਵਾਂ ਨੂੰ ਸਤਾਓਗੇ, ਕੀ ਖਿਆਲ ਹੈ ਤੁਹਾਨੂੰ? ਉਹ ਬੇਵਕੂਫ ਹੈ, ਉੱਦਾਂ ਹੀ ਬੈਠੇ ਰਹਿਣਗੇ, ਠੀਕ ਹੈ ਨਾ। ਹਟ ਜਾਓ, ਹਟ ਜਾਓ, ਹਟ ਜਾਓ, ਹੱਥ ਜੋੜ ਕੇ ਬੇਨਤੀ, ਹਟ ਜਾਓ, ਬੰਦੇ ਦੇ ਪੁੱਤ ਬਣ ਜਾਓ। ਤੁਸੀਂ ਇਸ ਦੇਸ਼ ਨੂੰ ਖੁਸ਼ਹਾਲ ਰਹਿਣ ਦਿਓ। ਹਿੰਦੁਸਤਾਨ ਵਰਗਾ ਦੁਨੀਆ ਦੇ ਉੱਤੇ ਸੋਹਣਾ ਦੇਸ਼ ਕੋਈ ਨਹੀਂ। ਇਹ ਮਾੜੇ ਲੀਡਰ ਇਸ ਦੇਸ਼ ਨੂੰ ਲੁੱਟ ਕੇ ਖਾ ਗਏ। ਮੈਂ ਪਹਿਲੇ ਦਿਨ ਤੋਂ ਤੁਹਾਨੂੰ ਇਹ ਗੱਲ ਕਹਿਣਾ, ਇਹਨਾਂ ਲੀਡਰਾਂ ਦਾ ਬੇੜਾ ਗਰਕ ਹੋ ਜਾਏ ਇਹਨਾਂ ਦਾ। ਇਹ ਘਰਾਣਿਆਂ ਦੇ ਹੱਥਾਂ 'ਚ ਖੇਡੇ ਆ ਸ਼ੁਰੂ ਤੋਂ, ਔਰ ਘਰਾਣਿਆਂ ਨੂੰ ਸਾਰਾ ਮੁਲਕ ਵੇਚੀ ਜਾਂਦੇ। ਨਹੀਂ, ਇਹਦਾ ਮਤਲਬ ਕਿਤੇ ਨਾ ਕਿਤੇ ਕਸੂਰਵਾਰ ਤਾਂ ਅਸੀਂ ਵੀ ਹੈਗੇ ਆ ਨਾ, ਜੇ ਸਾਨੂੰ ਲੱਗਦਾ ਕਿ ਉਹ ਘਰਾਣੇ ਜਾਂ ਉਹ ਸਿਆਸਤਦਾਨ ਮੁਲਕ ਨੂੰ ਲੁੱਟ ਕੇ ਖਾ ਰਹੇ। ਅਸੀਂ ਵਾਰ-ਵਾਰ ਜਦੋਂ ਉਹਨਾਂ ਨੂੰ ਹੀ ਵੋਟ ਪਾ ਕੇ ਚੁਣਦੇ ਆ, ਤੇ ਗਲਤੀਆਂ ਤੇ ਫਿਰ ਸਾਡੀਆਂ ਵੀ ਹੈਗੀਆਂ, ਇਹ ਵੀ ਤਾਂ ਸਾਨੂੰ ਕਬੂਲ ਕਰਨਾ ਪਏਗਾ। ਥੋੜਾ ਜਿਹਾ ਅਗਲੀ ਵਾਰ ਚੋਣ ਕਰਨ ਲੱਗਿਆ ਸਾਨੂੰ ਵੀ ਤਾਂ ਸੋਚਣਾ ਪਏਗਾ ਕਿ ਕਿਹੜੇ ਬੰਦੇ ਨੂੰ ਚੁਣਨਾ ਤੇ ਕਿਹਨੂੰ ਨਹੀਂ ਚੁਣਨਾ। ਜਸਵੀਰ ਜੀ, ਜਦੋਂ ਮੈਂ ਤੁਹਾਡੇ ਨਾਲ ਪਹਿਲੀ ਇੰਟਰਵਿਊ ਕੀਤੀ ਸੀ, ਮੈਂ ਤੁਹਾਨੂੰ ਇਹ ਕਿਹਾ ਸੀ ਨਾ ਕਿ ਹੁਣ ਨਹੀਂ, ਮੈਂ ਕਲਾਕਾਰੀ ਕਰਦਾ, ਆਪਣੀ ਰੋਜੀ ਰੋਟੀ ਕਮਾਉਣਾ, ਚੱਲ ਠੀਕ ਆ, ਪਰ ਹੁਣ ਨਹੀਂ, ਹੁਣ ਇਹ ਦੇਖ ਨਹੀਂ ਹੁੰਦਾ ਯਾਰ, ਇਹ ਧੱਕੇ ਨਹੀਂ ਦੇਖ ਹੁੰਦੇ। ਮੈਂ ਤਾਂ ਰੋਟੀ ਖਾਣਾ ਆ, ਜਿਹੜੇ ਯਾਰ ਬਾਕੀ ਬੰਦੇ ਜਿਹੜੇ ਗਰੀਬ ਆ, ਤੁਸੀਂ ਥੱਲੇ ਦੇ ਲੈਵਲ ਦੇ ਉੱਤੇ ਜਾ ਕੇ ਤਾਂ ਦੇਖੋ, ਲੋਕਾਂ ਦੇ ਕੋਲ ਰੋਟੀ ਖਾਣ ਤੋਂ ਮਹਤਾਜ ਹੋਏ ਪਏ ਲੋਕ। ਦਾਲ ਬਣਾਉਣ ਤੋਂ, ਦਾਲ ਇੰਨੀਆਂ ਮਹਿੰਗੀਆਂ, ਸਬਜ਼ੀਆਂ ਇੰਨੀਆਂ ਮਹਿੰਗੀਆਂ ਕਿ ਵਿਚਾਰਾ ਆਪਣੇ ਬੱਚੇ ਨੂੰ ਖਿਲਾ ਹੀ ਕੱਖ ਨਹੀਂ ਸਕਦਾ। ਇਹ ਸਾਡਾ ਕੰਟਰੀ ਇਹ ਆ ਯਾਰ, ਸਾਡਾ ਦੇਸ਼। ਇਹ ਭਗਤ ਸਿੰਘ ਦਾ ਸੁਪਨਾ ਇਹ ਦੇਸ਼ ਦਾ ਸੀਗਾ। ਭਗਤ ਸਿੰਘ ਦਾ ਸੁਪਨਾ ਇਹ ਦੇਸ਼ ਦਾ ਨਹੀਂ ਸੀਗਾ। ਮੈਂ ਅੱਗੇ ਵੀ ਤੁਹਾਨੂੰ ਕਿਹਾ ਸੀਗਾ, ਭਗਤ ਸਿੰਘ ਦੀ ਫਿਲਾਸਫੀ ਪੜ੍ਹੋ, ਠੀਕ ਹੈ ਜੀ। ਉਹਨੇ ਜੋ ਲਿਖਿਆ ਉਹ ਪੜ੍ਹੋ ਕਿ ਉਹ ਕਿੱਦਾਂ ਦਾ ਮੁਲਕ ਚਾਹੁੰਦਾ ਸੀਗਾ। ਇਹ ਤਾਂ ਸਿਰਫ ਇੱਕ ਘਰਾਣਿਆਂ ਨੂੰ ਵੇਚੀ ਜਾਂਦੇ ਆ। ਅੱਛਾ, ਮੈਂ ਤਾਂ ਫਕੀਰ ਹੂੰ, ਠੀਕ ਹੈ ਜੀ। ਅੱਛਾ, ਕਿਸਾਨਾਂ ਨੂੰ ਕਹਿੰਦੇ ਆ ਤੁਸੀਂ ਅੰਗਰੇਜ਼ੀ ਕਿਉਂ ਬੋਲਦੇ ਆ, ਠੀਕ ਹੈ ਜੀ। ਜੀਨ ਕਿਉਂ ਪਾਉਂਦੇ ਆ? ਤੂੰ ਚਾਹ ਵੇਚਣ ਵਾਲਾ ਅਨਪੜ੍ਹ ਬੰਦਾ, ਤੈਨੂੰ ਚੱਕ ਕੇ ਪ੍ਰਧਾਨ ਮੰਤਰੀ ਬਣਾਤਾ, ਤਾਂ ਸਾਡੇ ਕਿਸਾਨ ਜਿਹੜੇ ਆ ਉਹ ਨਹੀਂ ਅੰਗਰੇਜ਼ੀ ਬੋਲ ਸਕਦੇ, ਤੂੰ ਅੰਗਰੇਜ਼ੀ ਬੋਲ ਸਕਦਾ।
ਬੇਵਕੂਫੀਆਂ ਬਹੁਤ ਕਰ ਲਈਆਂ ਔਰ ਅਸੀਂ ਝੱਲ ਵੀ ਲਈਆਂ। ਹੁਣ ਨਹੀਂ ਅਸੀਂ ਝੱਲਣਾ, ਹੁਣ ਸਾਡੀ ਅੱਤ ਹੋ ਚੁੱਕੀ ਆ। ਕਹਿੰਦੇ ਹੁੰਦੇ ਅੱਤ ਖੁਦਾ ਦਾ ਬੈਰ, ਕਹਿੰਦੇ ਅੱਤ ਬਹੁਤ ਚੱਕ ਲਈ ਸੀ। ਹੁਣ ਨਹੀਂ, ਹੁਣ ਸਾਡੇ ਤੋਂ ਝੱਲ ਨਹੀਂ ਹੋਣਾ। ਮਰਨਾ ਮਨਜ਼ੂਰ ਆ, ਹੁਣ ਝੁਕਣਾ ਨਹੀਂ। ਮਰਨਾ ਮਨਜ਼ੂਰ ਹੈ, ਝੁਕਣਾ ਨਹੀਂ। ਅੰਦੋਲਨ ਜਿਹੜਾ ਆ ਉਹ ਸਿਖਰ ਵੱਲ ਲਗਾਤਾਰ ਵਧਦਾ ਪਿਆ ਆ ਔਰ ਹਰ ਤਿੱਥ ਤਿਉਹਾਰ, ਖਾਸ ਤੌਰ ਤੇ ਪੰਜਾਬ ਦੇ ਸੰਦਰਭ 'ਚ ਗੱਲ ਕਰਾਂ, ਪੰਜਾਬੀਆਂ ਦਾ ਹਰ ਤਿੱਥ ਤਿਉਹਾਰ ਹੁਣ ਸਮਰਪਿਤ ਹੋ ਰਿਹਾ ਆ ਇਸ ਕਿਸਾਨ ਅੰਦੋਲਨ ਨੂੰ। ਔਰ ਅੱਜ ਜਿਹੜੀ ਧੀਆਂ ਦੀ ਲੋਹੜੀ ਪਾਈ ਜਾ ਰਹੀ ਹੈ, ਇਹ ਵੀ ਜਿੱਥੇ ਧੀਆਂ ਦੀ ਲੋਹੜੀ ਪਾਈ ਜਾ ਰਹੀ ਆ ਉੱਥੇ ਹੀ ਇਸ ਕਿਸਾਨ ਅੰਦੋਲਨ ਨੂੰ ਵੀ ਸਮਰਪਣ ਆ ਇਸ ਲੋਹੜੀ ਦੇ ਤਿਉਹਾਰ ਦਾ। ਮੰਚ ਦੇ ਉੱਤੇ ਜਦੋਂ ਕੋਈ ਕਲਾਕਾਰ ਗਾਉਂਦਾ ਆ, ਜਿੱਥੇ ਧੀਆਂ ਦੀ ਗੱਲ ਕਰਦਾ ਤੇ ਉਸ ਕਿਸਾਨ ਅੰਦੋਲਨ ਦੀ ਵੀ ਗੱਲ ਕਰਦਾ ਆ। ਜਦੋਂ ਕੋਈ ਮੰਚ ਤੇ ਬੁੱਧੀਜੀਵੀ ਚੜ੍ਹਦਾ ਆ, ਕੋਈ ਲੀਡਰ ਆਣ ਕੇ ਗੱਲ ਕਰਦਾ ਤੇ ਉਸ ਅੰਦੋਲਨ ਦੀ ਗੱਲ ਲਾਜ਼ਮੀ ਤੌਰ ਤੇ ਕਰਦਾ। ਸੋ ਕੁੱਲ ਮਿਲਾ ਕੇ ਕਹਿ ਸਕਦੇ ਆ ਕਿ ਇਸ ਸਮੇਂ ਹਰ ਸੋਚਣ, ਦੇਖਣ ਤੇ ਸੰਵੇਦਨਸ਼ੀਲ ਮਨੁੱਖ ਜਿਹੜਾ ਹੈਗਾ ਆ, ਉਹ ਹਰ ਮਨੁੱਖ ਜਿਹੜਾ ਇਸ ਅੰਦੋਲਨ ਦੇ ਨਾਲ ਸਾਫ਼ ਤੇ ਸਪਸ਼ਟ ਤੌਰ ਤੇ ਜੁੜਿਆ ਹੋਇਆ ਨਜ਼ਰ ਆ ਰਿਹਾ ਆ। ਬਾਰਡਰ, ਜਦੋਂ ਪਹਿਲਾਂ ਬਾਰਡਰ ਦੀ ਗੱਲ ਕਰਦੇ ਸੀ ਤੇ ਚੇਤੇ ਆਉਂਦਾ ਸੀ ਪਾਕਿਸਤਾਨ ਦੇ ਨਾਲ ਲੱਗਦਾ ਭਾਰਤ ਦਾ ਬਾਰਡਰ, ਪਰ ਜਦੋਂ ਹੁਣ ਬਾਰਡਰ ਦੀ ਗੱਲ ਚੱਲਦੀ ਹੈ ਤੇ ਸਿੰਘੂ ਦੀ ਗੱਲ ਚੱਲਦੀ ਹੈ, ਟਿਕਰੀ ਦੀ ਗੱਲ ਚੱਲਦੀ ਹੈ, ਗਾਜ਼ੀਪੁਰ ਦੀ ਗੱਲ ਚੱਲਦੀ ਹੈ। ਇਹ ਸਾਰੇ ਬਾਰਡਰਾਂ ਦਾ ਜ਼ਿਕਰ ਇਸ ਕਰਕੇ ਹੁਣ ਹੁੰਦਾ ਕਿਉਂਕਿ ਕਿਸਾਨ ਧਰਨੇ ਤੇ ਬੈਠੇ ਨੇ ਤੇ ਉਸ ਬਾਰਡਰ ਦੇ ਉੱਤੇ ਪੰਜਾਬੀ ਕਲਾਕਾਰ ਲਗਾਤਾਰ ਜਾ ਕੇ ਆਪਣੀ ਹਾਜ਼ਰੀ ਵੀ ਲਵਾ ਰਹੇ ਆ ਔਰ ਉੱਥੇ ਬੈਠੇ ਕਿਸਾਨਾਂ ਦਾ ਹੌਸਲਾ ਵੀ ਵਧਾ ਰਹੇ ਨੇ। ਇਸ ਵੇਲੇ ਸਾਡੇ ਨਾਲ ਪੰਜਾਬੀ ਗਾਇਕ ਸਰਬਜੀਤ ਚੀਮਾ ਹੋਰੀ ਮੌਜੂਦ ਨੇ, ਜਿਹੜੇ ਬਾਰਡਰ ਤੋਂ ਬਕਾਇਦਾ ਉੱਥੋਂ ਫੇਰੀ ਲਾ ਕੇ ਆਏ ਆ ਔਰ ਉਸ ਅੰਦੋਲਨ ਦਾ ਹਿੱਸਾ ਬਣ ਕੇ ਆਏ। ਚੀਮਾ ਸਾਹਿਬ, ਸਪੈਸ਼ਲੀ ਤੁਸੀਂ ਵਿਦੇਸ਼ ਤੋਂ ਆਏ ਹੋ ਇਸ ਅੰਦੋਲਨ ਦਾ ਹਿੱਸਾ ਬਣਨ ਦੇ ਲਈ, ਕਿੱਦਾਂ ਦਾ ਮਹਿਸੂਸ ਹੋਇਆ ਜਦੋਂ ਉਸ ਬਾਰਡਰ ਦੇ ਉੱਤੇ ਜਾ ਕੇ ਉਹ ਬਜ਼ੁਰਗਾਂ ਨੂੰ, ਨੌਜਵਾਨਾਂ ਨੂੰ, ਬੀਬੀਆਂ ਨੂੰ, ਬੱਚਿਆਂ ਨੂੰ ਉਹ ਠੰਡ ਦੇ ਵਿੱਚ ਜਿਹੜਾ ਬੈਠਿਆ ਧਰਨੇ ਦੇ ਉੱਤੇ ਦੇਖਿਆ ਤੇ ਹੌਸਲੇ ਉਹਨਾਂ ਦੇ ਪਸਤ ਨਹੀਂ ਨਜ਼ਰ ਆਉਂਦੇ, ਕਿਤੇ ਵੀ ਚਿਹਰਿਆਂ ਦੇ ਉੱਤੇ ਮਾਯੂਸੀ ਨਜ਼ਰ ਨਹੀਂ ਆਉਂਦੀ, ਪਰ ਸਰਕਾਰ ਦੇ ਨਾਲ ਆਡਾ ਲਾ ਕੇ ਬੈਠੇ, ਕਹਿੰਦੇ ਜਿੰਨੀ ਦੇਰ ਹੋ ਸਕਿਆ ਉਨੀ ਦੇਰ ਅਸੀਂ ਬੈਠਣਾ। ਕਿੱਦਾਂ ਦਾ ਮਹਿਸੂਸ ਹੈ ਜਦੋਂ ਤੁਸੀਂ ਉੱਥੇ ਗਏ? ਸਭ ਤੋਂ ਪਹਿਲਾਂ ਤਾਂ ਟੀਵੀ ਪੰਜਾਬ ਦੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਔਰ ਜਿਹੜਾ ਤੁਸੀਂ ਸਿੰਘੂ ਬਾਰਡਰ ਜਾਂ ਟੀਕਰੀ ਬਾਰਡਰ ਕਹਿ ਦਈਏ ਜਾਂ ਗਾਜ਼ੀਪੁਰ ਬਾਰਡਰ ਕਹਿ ਦਈਏ ਜੀ, ਇਹ ਸਾਰੇ ਬਾਰਡਰ ਜਿਹੜੇ ਚਾਰੇ ਪਾਸਿਓਂ ਸਾਡੇ ਕਿਸਾਨਾਂ ਨੇ ਬਾਰਡਰ ਮੱਲੇ ਹੋਏ ਨੇ ਔਰ ਦਿੱਲੀ ਦੀ ਹਿੱਕ ਦੇ ਉੱਪਰ ਚੜ੍ਹ ਕੇ ਬੈਠਾ ਕਿਰਤੀ ਕਿਸਾਨ। ਔਰ ਬਹੁਤ ਖੁਸ਼ੀ ਮਹਿਸੂਸ ਹੋਈ ਹੈ ਦੇਖ ਕੇ ਜਦੋਂ ਉਹਨਾਂ ਦੇ ਹੌਸਲੇ, ਉਹਨਾਂ ਦੀ ਹਿੰਮਤ, ਉਹਨਾਂ ਦੇ ਬੁਲੰਦ ਹੌਸਲੇ ਦੇਖੇ ਆ ਔਰ ਸਾਡਾ ਹੌਸਲਾ ਵੀ ਨਾਲ ਵਧਿਆ ਔਰ ਅਸੀਂ ਵੀ ਸਪੈਸ਼ਲ ਇਸੇ ਕੋਜ਼ ਲਈ ਉੱਥੋਂ ਆਏ ਆ ਤੇ ਸਾਡਾ ਫਰਜ਼ ਵੀ ਬਣਦਾ। ਸਾਡੇ ਆਰਟਿਸਟ ਭਾਈਚਾਰੇ ਨੇ ਬਹੁਤ ਵੱਧ ਚੜ੍ਹ ਕੇ ਇਹਦੇ ਵਿੱਚ ਹਿੱਸਾ ਪਾਉਣਾ ਚਾਹੀਦਾ ਵੀ ਇਹ ਸਾਡਾ ਸਾਰਿਆਂ ਦਾ ਫਰਜ਼ ਬਣਦਾ। ਔਰ ਉੱਥੇ ਤੁਸੀਂ ਬਜ਼ੁਰਗਾਂ ਦੀ ਗੱਲ ਕੀਤੀ ਆ, ਮਾਤਾਵਾਂ ਦੀ ਗੱਲ ਕੀਤੀ ਆ ਤੇ ਇਹ ਜਿਹੜੇ ਬਜ਼ੁਰਗ ਨੇ ਸਾਡੇ, ਇਹ ਤਾਂ ਅਸੀਂ ਤਾਂ ਹੁਣ ਇਹਨਾਂ ਦੇ ਨਾਲ ਰਲ ਰਹੇ ਆ, ਇੱਕ ਸਪੋਰਟ ਲਾ ਰਹੇ ਆ, ਤੁਲ ਲਾ ਰਹੇ ਆ। ਇਹਨਾਂ ਦੇ ਤਾਂ ਬਹੁਤ ਵੱਡੇ ਹੌਸਲੇ ਆ ਜੀ, ਇਹਨਾਂ ਨੇ ਤਾਂ ਬਹੁਤ ਕੁਝ ਦੇਖਿਆ ਆਪਣੀ ਲਾਈਫ ਦੇ ਵਿੱਚ, ਬੜੇ ਸੰਘਰਸ਼ ਲੜੇ ਆ ਕਿਸਾਨਾਂ ਨੇ। ਇਹਨਾਂ ਨੂੰ ਤਾਂ ਤਰੀਕੇ, ਵਿਧੀਆਂ ਪਤਾ ਕਿ ਸੰਘਰਸ਼ ਕਿੱਦਾਂ ਲੜਿਆ ਜਾਂਦਾ ਤੇ ਯੂਥ ਨੂੰ ਤਾਂ ਸਾਨੂੰ ਹਾਲੇ ਸੰਭਾਲ ਕੇ ਰੱਖਣਾ ਪੈ ਰਿਹਾ। ਔਰ ਇਹ ਵੀ ਇੱਕ ਬਹੁਤ ਵੱਡੀ ਗੱਲ ਹੈ ਕਿ ਯੂਥ ਕਹਿਣਾ ਮੰਨ ਰਿਹਾ। ਮੇਰਾ ਖਿਆਲ ਹੈ ਕਿ ਪੂਰੇ ਵਰਲਡ ਦਾ ਹੁਣ ਤੱਕ ਦੁਨੀਆ ਦਾ ਇੱਕ ਇਤਿਹਾਸ ਲਿਖਿਆ ਜਾ ਰਿਹਾ ਆਲਰੇਡੀ। ਆਉਣ ਵਾਲਾ ਸਮਾਂ ਤੇ ਹੋਰ ਇਹ ਅੰਦੋਲਨ ਬਹੁਤ ਵੱਡਾ ਬਣ ਜਾਣਾ ਔਰ ਬਹੁਤ ਲੰਬਾ ਤੇ ਸ਼ਾਂਤਮਈ ਸੰਘਰਸ਼ ਜਿਹੜਾ ਇਹ ਸਾਬਤ ਹੋ ਚੁੱਕਾ ਤੇ ਇਹਦੇ ਵਿੱਚ ਮੈਂ ਦੁਆ ਵੀ ਕਰਦਾ ਔਰ ਮੈਂ ਪੂਰਾ ਕੌਨਫੀਡੈਂਟ ਵੀ ਹਾਂ ਜਿਹੜੀ ਜਿੱਤ ਆ ਇਹ ਕਿਰਤੀਆਂ ਦੇ ਤਾਂ ਕਿਸਾਨਾਂ ਦੀ ਝੋਲੀ 'ਚ ਪੈ ਜਾਣੀ, ਅੱਜ ਨਹੀਂ ਪਏਗੀ ਕੱਲ੍ਹ ਪਏਗੀ। ਸਾਡੀਆਂ ਦੁਆਵਾਂ ਆ ਕਿਉਂਕਿ ਜਦੋਂ ਜਿਹੜਾ ਕਿਸਾਨ ਭਾਈਚਾਰਾ, ਕਿਰਤੀ ਭਾਈਚਾਰਾ, ਜਦੋਂ ਉਹਨਾਂ ਨੂੰ ਇਹ ਮਨਜ਼ੂਰ ਹੀ ਨਹੀਂ ਹੈ ਬਿੱਲ, ਤੇ ਮੇਰਾ ਖਿਆਲ ਹੈ ਇਹਦੇ ਤੇ ਸਰਕਾਰ ਨੂੰ ਵੀ ਅੜਨਾ ਨਹੀਂ ਚਾਹੀਦਾ। ਤੇ ਮੈਂ ਸਰਕਾਰ ਨੂੰ ਨਿਮਰਤਾ ਸਹਿਤ ਬੇਨਤੀ ਕਰਦਾ ਕਿ ਜੋ ਵੀ ਡਿਮਾਂਡਾਂ, ਮੰਗਾਂ ਨੇ, ਜੋ ਕਿਸਾਨ ਚਾਹੁੰਦੇ ਆ ਉਹ ਮੰਗਾਂ ਉਹਨਾਂ ਦੀਆਂ ਪੂਰੀਆਂ ਕਰਕੇ ਉਸੇ ਤਰ੍ਹਾਂ ਹੀ ਜਿਹੜੇ ਬਿੱਲ ਵਾਪਸ ਲਏ ਜਾਣ ਤਾਂ ਕਿ ਕਿਸਾਨ ਆਪਣੀ ਜਿੱਤ ਲੈ ਕੇ ਆਪਣੇ ਘਰਾਂ ਨੂੰ ਪਰਤਣ। ਨੁਕਸਾਨ ਹੋ ਰਿਹਾ, ਬਹੁਤ ਸਾਰੇ ਹਾਰਟ ਅਟੈਕਸ ਆ ਰਹੇ ਆ, ਠੰਡ ਬੜੀ ਆ, ਸਰਦੀ ਬੜੀ ਆ, ਬਰਸਾਤਾਂ ਵਿੱਚ ਪੈ ਗਈਆਂ, ਅੱਗੇ ਵੀ ਪੈ ਸਕਦੀਆਂ, ਵੈਦਰ ਵਿਗੜ ਸਕਦਾ ਤੇ ਜਿੰਨਾ ਵੀ ਜਲਦੀ ਇਹਦਾ ਫੈਸਲਾ ਹੋ ਜਾਏ ਉਨਾ ਹੀ ਅੱਛੀ ਗੱਲ ਆ, ਨੁਕਸਾਨ ਨਹੀਂ ਹੋਏਗਾ। ਅੱਛਾ, ਤੁਹਾਡਾ ਗੀਤ ਸੀ ਰੰਗਲਾ ਪੰਜਾਬ, ਜਿਹੜਾ ਲੋਕ ਗੀਤ ਹੀ ਬਣ ਗਿਆ, ਹੁਣ ਤਾਂ ਲੋਕ ਗੀਤ ਵਾਂਗੂ ਗੂੰਜਦਾ। ਰੰਗਲੇ ਪੰਜਾਬ ਦੀ ਗੱਲ ਕਰਦੇ ਆ, ਤੁਸੀਂ ਨੌਜਵਾਨਾਂ ਦੀ ਗੱਲ ਕੀਤੀ ਸੀ, ਹੁਣ ਵੀ ਗੱਲ ਕੀਤੀ ਕਿ ਨੌਜਵਾਨ ਬੜੇ ਸੰਭਲ ਕੇ ਚੱਲ ਰਹੇ ਨੇ, ਉਹ ਕਹਿਣਾ ਮੰਨ ਰਹੇ ਨੇ।
ਪਿਛਲੇ ਕੁਝ ਸਮੇਂ ਤੋਂ ਨਾ ਪੰਜਾਬ ਦੇ ਨੌਜਵਾਨਾਂ ਦੇ ਉੱਤੇ ਇੱਕ ਠੱਪਾ ਲਾ ਦਿੱਤਾ ਸੀਗਾ ਕਿ ਇਹ ਤਾਂ ਨਸ਼ੇ ਕਰਨ ਵਾਲੇ ਆ ਜੀ, ਇਹ ਇੱਥੇ ਰਹਿਣਾ ਨਹੀਂ ਚਾਹੁੰਦੇ, ਇਹ ਤਾਂ ਆਇਲਸ ਕਰਕੇ ਬਾਹਰ ਦੌੜਨਾ ਚਾਹੁੰਦੇ ਆ, ਭਾਜੂ ਹੋ ਗਏ ਨੇ ਇਹਨਾਂ ਹਾਲਾਤਾਂ ਤੋਂ। ਸੋ ਇਹ ਠੱਪਾ ਲੱਗਾ ਸੀ, ਪਰ ਇਸ ਅੰਦੋਲਨ ਦੇ ਵਿੱਚ ਨੌਜਵਾਨਾਂ ਨੇ ਸਾਬਤ ਕਰ ਦਿੱਤਾ ਨਾ ਅਸੀਂ ਭਾਜੂ ਆ, ਨਾ ਅਸੀਂ ਨਸ਼ੇੜੀਆਂ, ਅਸੀਂ ਆਪਣੇ ਬਜ਼ੁਰਗਾਂ ਦਾ ਕਹਿਣਾ ਮੰਨਣ ਵਾਲੇ ਵੀ ਆ। ਉਹ ਵੀ ਇਲਜ਼ਾਮ ਜਿਹੜੇ ਕਲਾਕਾਰਾਂ ਦਾ ਕਰਕੇ ਲੱਗਦੇ ਹੁੰਦੇ ਸੀਗੇ ਕਿ ਚੱਕਵੇਂ ਗਾਣੇ ਸੁਣਦੇ ਆ ਤੇ ਪਤਾ ਨਹੀਂ ਕਿਹੜੇ ਪਾਸੇ ਨੂੰ ਤੁਰੇ ਹੋਏ ਆ, ਉਹ ਇਲਜ਼ਾਮ ਸਾਰੇ ਧੋ ਦਿੱਤੇ ਆ। ਇਹਨੂੰ ਲੈ ਕੇ ਤੁਹਾਡਾ ਕੀ? ਇਹ ਤਾਂ ਤੁਸੀਂ ਸਾਰੀ ਗੱਲ ਪੁੱਛ ਵੀ ਗਏ ਹੋ ਤੇ ਜਵਾਬ ਦੇ ਵੀ ਗਏ ਹੋ, ਤੇ ਇਹ ਤਾਂ ਅੰਡਰਸਟੂਡ ਹੀ ਹੈ ਜੀ, ਸਭ ਨੂੰ ਪਤਾ ਹੈ ਕਿ ਜਿਹੜੇ ਪੰਜਾਬ ਦੇ ਜੋ ਫਿਲਮਾਂ ਵੀ ਬਣੀਆਂ ਔਰਤਾਂ ਪੰਜਾਬ ਵਰਗੀਆਂ ਫਿਲਮਾਂ, ਹੋਰ ਵੀ ਜਿਹੜਾ ਠੱਪਾ ਤੁਸੀਂ ਕਹਿ ਗਏ ਹੋ ਵੀ ਲਾਇਆ ਸੀਗਾ ਬਾਕੀ ਸਟੇਟਾਂ ਨੇ ਜਾਂ ਸਰਕਾਰ ਨੇ ਜਾਂ ਗਵਰਨਮੈਂਟ ਨੇ ਜਾਂ ਸਕੀਮਾਂ ਦੇ ਨਾਲ, ਉਹ ਜਿਹੜਾ ਠੱਪਾ ਆ ਦਾਗ ਲੱਗਾ ਸੀ ਉਹਨੂੰ ਸਾਡੀ ਜਵਾਨੀ ਨੇ ਧੋਤਾ, ਉਹਦਾ ਪ੍ਰੂਫ ਦੇ ਦਿੱਤਾ। ਮੋਢੇ ਨਾਲ ਮੋਢਾ ਲਾ ਕੇ ਜਵਾਨੀ ਖੜੀ ਹੈ। ਜੇ ਮੇਰਾ ਖਿਆਲ ਹੈ ਵੀ 25 ਤੋਂ 30% ਬਜ਼ੁਰਗ ਤੇ ਮਿਡ ਏਜ ਦੇ ਬੰਦੇ ਆ, ਤੇ ਉੱਤੇ ਬਾਕੀ ਦੇ 70% ਯੂਥ ਬੈਠਾ, ਨੌਜਵਾਨ ਬੈਠਾ। ਨੌਜਵਾਨਾਂ ਨੇ ਸਾਰਾ ਇਹ ਕਹਿ ਲਓ ਵੀ ਉਹਨਾਂ ਨੂੰ ਸਿਰਾ ਜਾਂਦਾ, ਉਹਨਾਂ ਦੀ ਬਹੁਤ ਵੱਡੀ ਸਪੋਰਟ ਆ। ਜਿਹੜੇ ਬਜ਼ੁਰਗ ਵੀ ਮੈਂ ਕਹਿੰਦਾ ਬੜੇ ਕੌਨਫੀਡੈਂਸ ਨਾਲ ਉੱਥੇ ਬੈਠੇ ਆ, ਉਹਨਾਂ ਦੇ ਮਗਰ ਸਾਡੀ ਜਵਾਨੀ ਦਾ ਇੱਕ ਬਹੁਤ ਵੱਡਾ ਹੱਥ ਆ। ਉਹਨਾਂ ਨੂੰ ਪਤਾ ਵੀ ਸਾਡੇ ਪੁੱਤ ਤਾਂ ਪੋਤਰੇ ਸਾਡੇ ਮਗਰ ਬੈਠੇ ਆ। ਇਹ ਇੱਕ ਬਹੁਤ ਵੱਡਾ ਹਿੰਮਤ ਹੁੰਦੀ ਆ, ਬਹੁਤ ਵੱਡੀ, ਤੇ ਬਹੁਤ ਵਧੀਆ ਸਾਈਨ। ਔਰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਇਹ ਥੱਪਾ ਸੀ ਵੀ ਜਵਾਨੀ ਆਈਲੈਟਸ ਕਰਕੇ ਬਾਹਰ ਨੂੰ ਭੱਜਦੀ ਆ, ਉਹਦੇ ਵਿੱਚ ਕਿਸੇ ਬੰਦੇ ਨੂੰ ਵੀ ਦੇਖੋ ਜੀ ਆਪਣਾ ਘਰ-ਬਾਰ ਛੱਡ ਕੇ ਪਰਦੇਸੀ ਹੋਣਾ ਕੋਈ ਸੌਖਾ ਨਹੀਂ। ਅਸੀਂ ਅੱਜ ਤੋਂ 31 ਸਾਲ ਪਹਿਲਾਂ ਪਰਦੇਸੀ ਹੋਏ ਆ, ਖਾਲੀ ਹੱਥੀਂ ਗਏ ਸੀ। 10 ਸਾਲ ਜਾ ਕੇ ਉੱਥੇ ਝਾੜੂ ਵੀ ਮਾਰਿਆ, ਰਾਤ ਦਿਨ ਇੱਕ ਕੀਤਾ, 4 ਪੈਸੇ ਕਮਾ ਕੇ ਸਿੰਗਿੰਗ ਲਾਈਨ 'ਚ ਆਏ, ਲੋਕਾਂ ਨੇ ਆਪਣੇ ਗਲ ਲਾਇਆ। ਦੂਜੀ ਕੰਟਰੀ ਵਿੱਚ ਖਾਲੀ ਹੱਥ ਜਾ ਕੇ ਸੈੱਟ ਹੋਣਾ ਸੌਖਾ ਨਹੀਂ ਆ। ਇਹ ਇਹਨਾਂ ਨੂੰ ਜਿਹੜੇ ਕਹਿੰਦੇ ਨੇ ਕਿ ਪੰਜਾਬ ਦੀ ਜਵਾਨੀ ਤੇ ਬਾਹਰ ਹੀ ਜਾ ਰਹੀ, ਛੱਡ ਕੇ ਮੈਦਾਨ ਭੱਜ ਰਹੀ ਹੈ, ਛੱਡ ਕੇ ਮੈਦਾਨ ਨਹੀਂ ਭੱਜ ਰਹੀ। ਜਵਾਨੀ ਨੇ ਉਹ ਪ੍ਰੈਕਟੀਕਲੀ ਗੱਲਾਂ ਦੇਖੀਆਂ, ਬਹੁਤ ਵਧੀਆ ਸਟੱਡੀ, ਬਹੁਤ ਅੱਛੇ ਲੈਵਲ ਦੀ ਸਟੱਡੀ ਕਰਕੇ ਇੱਥੇ ਕੁੜੀਆਂ ਮੁੰਡੇ ਰੁਲਦੇ ਫਿਰਦੇ ਆ। ਕੋਈ ਰੁਜ਼ਗਾਰ ਨਹੀਂ ਹੈ ਹਿੰਦੁਸਤਾਨ ਦੇ ਵਿੱਚ, ਪੰਜਾਬ ਦੇ ਵਿੱਚ, ਤੇ ਉਹ ਬੱਚਾ ਕਰੇਗਾ ਕੀ? ਹੌਲੀ ਹੌਲੀ ਪਿਰਤ ਪੈਂਦੀ ਹੁੰਦੀ ਹੈ ਵੀ ਹਾਂ ਇੱਥੇ ਭਾਈ ਕਰਨ ਨੂੰ ਹੈ ਨਹੀਂ। ਜ਼ਮੀਨਾਂ ਪੰਜਾਬ ਦੇ ਵਿੱਚ ਇੰਨੀਆਂ ਖੁੱਲੀਆਂ ਨਹੀਂ ਹੈ। ਜਿੱਦਾਂ ਪਾਪੂਲੇਸ਼ਨ ਹੋ ਗਈ, ਮੇਰਾ ਖਿਆਲ ਦੁਆਬੇ ਦੇ ਵਿੱਚ ਅੱਜ 1 ਏਕੜ ਤੋਂ ਵੱਧ ਕਿਸੇ ਨੌਜਵਾਨ ਨੂੰ ਇੱਕ ਜ਼ਮੀਨ ਨਹੀਂ ਆ ਰਹੀ। ਹਿੱਸੇ ਦੇ ਵਿੱਚ ਜੇ ਵੰਡ ਕੇ ਦੇਖਿਆ, ਜੇ ਹਿੱਸੇ ਦੇ ਵਿੱਚ ਵੰਡ ਕੇ ਦੇਖਾਂਗੇ ਤਾਂ 1 ਏਕੜ ਦੇ ਵਿੱਚੋਂ ਉਸ ਨੌਜਵਾਨ ਦਾ, ਉਸ ਲੜਕੀ ਦਾ ਵਿਆਹ ਵੀ ਹੋਣਾ। ਉਸ 1 ਏਕੜ ਦੇ ਵਿੱਚੋਂ ਕੀ ਕਮਾਏਗਾ? ਨੌਕਰੀਆਂ ਹੈ ਨਹੀਂ। ਤੇ ਇਹ ਸਭ ਕੁਝ ਦੇਖ ਕੇ ਜਵਾਨੀ ਬਾਹਰ ਨੂੰ ਨਿਕਲਦੀ ਹੈ। ਇਹ ਫਿਰ ਕੈਨੇਡਾ ਵਰਗਾ, ਅਮਰੀਕਾ ਵਰਗਾ, ਆਸਟ੍ਰੇਲੀਆ ਵਰਗਾ ਦੇਸ਼ ਕਿਉਂ ਨਹੀਂ ਬਣਾਉਂਦੇ ਸਾਡੀ ਸਰਕਾਰ, ਸਾਡੀਆਂ ਸਰਕਾਰਾਂ? ਉੱਦਾਂ ਦਾ ਇਹ ਦੇਸ਼ ਬਣਾ ਦੇਣ, ਮੇਰਾ ਖਿਆਲ ਕੋਈ ਵੀ ਜਿਹੜਾ ਨੌਜਵਾਨ ਆ ਉਹ ਬਾਹਰ ਜਾਣ ਦਾ ਨਾਂ ਨਹੀਂ ਲਏਗਾ। ਜਦੋਂ ਲੋਕਤੰਤਰ ਦੀ ਗੱਲ ਕਰਦੇ ਆ ਨਾ, ਤੇ ਮੈਂ ਡੈਫੀਨੇਸ਼ਨ ਜਦੋਂ ਪੜ੍ਹਦਾ ਸੀ ਲੋਕਤੰਤਰ ਦੀ, ਉਹਦੇ ਵਿੱਚ ਲਿਖਿਆ ਸੀਗਾ ਲੋਕਤੰਤਰ ਮਤਲਬ ਲੋਕਾਂ ਦੀ, ਲੋਕਾਂ ਦੁਆਰਾ ਤੇ ਲੋਕਾਂ ਲਈ ਚੁਣੀ ਹੋਈ ਸਰਕਾਰ। ਇਸ ਵੇਲੇ ਇਹ ਸਰਕਾਰ ਕਹਿੰਦੀ ਮੈਂ ਕਾਨੂੰਨ ਲੋਕਾਂ ਲਈ ਬਣਾਏ ਆ, ਮੈਂ ਕਿਸਾਨਾਂ ਲਈ ਬਣਾਏ। ਕਿਸਾਨ ਕਹਿੰਦੇ ਸਾਨੂੰ ਇਹ ਕਬੂਲ ਨਹੀਂ ਹੈ, ਇਹ ਸਾਡੇ ਪੱਖ ਦੇ ਨਹੀਂ ਹੈ। ਤੇ ਫਿਰ ਜਿਹੜੇ ਲੋਕਾਂ ਦੀ ਸਰਕਾਰ ਹੈ, ਲੋਕਾਂ ਲਈ ਉਹਨੇ ਕਾਨੂੰਨ ਬਣਾਇਆ, ਲੋਕ ਕਹਿੰਦੇ ਸਾਨੂੰ ਮਨਜ਼ੂਰ ਨਹੀਂ। ਲੱਗਦਾ ਨਹੀਂ ਕਿ ਸਰਕਾਰ ਨੂੰ ਉਹ ਆਪਣੀ ਜ਼ਿੱਦ ਛੱਡ ਕੇ, ਆਪਣੇ ਨੱਕ ਦਾ ਸਵਾਲ ਜਿਹਨੂੰ ਬਣਾਇਆ ਹੋਇਆ, ਉਹ ਸਾਰੀਆਂ ਚੀਜ਼ਾਂ ਛੱਡ ਕੇ ਤੇ ਇਹਨਾਂ ਨੂੰ ਰੱਦ ਕਰਨਾ ਚਾਹੀਦਾ? ਦੇਖੋ ਨਾ ਬਾਜੀ, ਇਹਦੇ ਜਿਹੜਾ ਹੁਣ ਮੇਨ ਕਾਨੂੰਨ ਆ MSP ਦਾ, ਔਰ ਜਿਹੜੇ 3 ਕਾਨੂੰਨ ਹੋਰ ਨੇ, ਉਹਨਾਂ ਦੇ ਨਾਲ ਕਿੰਨੇ ਇਹਨਾਂ ਨੇ ਇੱਕ ਫਾਈਨ ਹੈ ਉਹਦੇ ਵਿੱਚ ਕਿ ਜਿਹੜਾ ਪਰਾਲੀ ਨੂੰ ਅੱਗ ਲਾਊਗਾ ਕਿਸਾਨ, ਪ੍ਰਦੂਸ਼ਣ ਆਰਡੀਨੈਂਸ ਜਿਹੜਾ ਲਿਆਂਦਾ, ਹਾਂਜੀ, ਉਹਨੂੰ ਕਰੋੜ ਰੁਪਏ ਦਾ ਫਾਈਨ ਹੈ। ਤੇ ਮੈਂ ਪਹਿਲਾਂ ਗੱਲ ਕਰ ਚੁੱਕਾ ਵੀ ਐਵਰੇਜ ਇੱਕ ਜਵਾਨ ਨੂੰ ਇੱਕ ਖੇਤ ਦੀ ਆ ਰਹੀ ਹੈ ਪੰਜਾਬ ਦੇ ਵਿੱਚ ਐਵਰੇਜ। ਤਾਂ ਉਹ ਜਿਹਨੂੰ ਕਰੋੜ ਰੁਪਏ ਦਾ ਫਾਈਨ ਹੋ ਜਾਊਗਾ, ਮੇਰਾ ਖਿਆਲ ਉਹ ਖੇਤ ਤਾਂ ਕੀ, ਜਿਹੜੀ ਬਾਕੀ ਦੀ ਪ੍ਰੋਪਰਟੀ ਆ, ਰਿਸ਼ਤੇਦਾਰਾਂ ਕੋਲੋਂ 40-50 ਲੱਖ ਰੁਪਈਆ ਲੈ ਕੇ ਉਹ ਫਾਈਨ ਦਊਗਾ। ਕੋਈ ਸੈਂਸ ਬਣਦੀ ਹੈ 1 ਕਰੋੜ ਰੁਪਈਆ ਪਰਾਲੀ ਦਾ ਫਾਈਨ? ਕੋਈ ਇਹਦਾ ਹੱਲ ਕੱਢੋ ਵੀ ਪਰਾਲੀ ਕਿੱਦਾਂ ਨਸ਼ਟ ਕੀਤੀ ਜਾ ਸਕਦੀ ਹੈ। ਮਤਲਬ ਚੁੱਕ ਕੇ ਤੁਸੀਂ 1 ਏਕੜ ਵਾਲੇ ਬੰਦੇ ਨੂੰ 1 ਕਰੋੜ ਦਾ ਫਾਈਨ ਕਰ ਰਹੇ ਹੋ। ਤਾਂ ਹੁਣ ਤੁਸੀਂ ਜਦੋਂ ਮੀਟਿੰਗਸ ਹੋ ਰਹੀਆਂ ਜੀ, ਅਸੀਂ ਉਹ ਵਾਲਾ ਪਰਾਲੀ ਵਾਲਾ ਕਾਨੂੰਨ ਖਤਮ ਕਰ ਦਿੰਦੇ ਹਾਂ ਜੀ। ਤੇ ਮਤਲਬ ਇਹ ਲੰਬੀਆਂ ਚੌੜੀਆਂ ਗੱਲਾਂ ਨੇ। ਮੇਰਾ ਖਿਆਲ ਇਹ ਤਾਂ ਕਲੀਅਰ ਗੱਲ ਆ ਜੀ। ਜਿੰਨਾ ਚਿਰ ਸੰਘਰਸ਼ ਹੁਣ ਡਟ ਗਏ ਨੇ ਮੋਰਚਿਆਂ ਦੇ ਕਿਸਾਨ, ਪ੍ਰੋਪਰ ਉਹਨਾਂ ਨੇ ਫੈਸਲੇ ਕਰ ਲਏ ਆਪਣੀਆਂ ਜ਼ਿੰਦਗੀਆਂ ਤੱਕ ਵੀ। ਉਹਨਾਂ ਨੇ ਇਹ ਵੀ ਸੋਚ ਲਿਆ ਵੀ ਅਸੀਂ ਵਾਢੀਆਂ ਕਿੱਦਾਂ ਕਰਨੀਆਂ, ਉਹਨੇ ਇਹ ਵੀ ਸੋਚ ਲਿਆ ਵੀ ਝੋਨਾ ਅੱਗੇ ਕਿੱਦਾਂ ਲੱਗੇਗਾ, ਕਿਹਨੇ ਆਉਣਾ ਤਾਂ ਕਿਹਨੇ ਜਾਣਾ, ਕਿਹਨੇ ਰਹਿਣਾ। ਇਹ ਤਾਂ ਲੰਬਾ ਕੰਮ ਆ। ਇਹ ਜਿੰਨਾ ਜਲਦੀ ਗਵਰਨਮੈਂਟ ਇਸ ਗੱਲ ਤੇ ਅਸਰ ਹੋ ਜਾਏਗਾ, ਜਿੰਨੀ ਜਲਦੀ ਬਿੱਲ ਵਾਪਸ ਲੈਣਗੇ ਬਹੁਤ ਵਧੀਆ ਗੱਲ। ਅਦਰਵਾਈਜ਼ ਨੁਕਸਾਨ ਹੋਏਗਾ, ਗਵਰਨਮੈਂਟ ਦਾ ਵੀ ਹੋਏਗਾ, ਪਬਲਿਕ ਦਾ ਵੀ ਹੋਏਗਾ, ਦੇਸ਼ ਦਾ ਹੋਏਗਾ, ਉਹ ਸਾਰਿਆਂ ਦੇ ਨੁਕਸਾਨ ਹੈ। ਬਹੁਤ ਬਹੁਤ ਸ਼ੁਕਰੀਆ ਚੀਮਾ ਸਾਹਿਬ। ਸੋ ਕਿਉਂਕਿ ਸਿੰਘੂ ਬਾਰਡਰ ਤੇ ਬਕਾਇਦਾ ਇਹਨਾਂ ਨੇ ਹਾਜ਼ਰੀ ਵੀ ਲਵਾਈ ਹੈ ਔਰ ਉੱਥੇ ਜਾ ਕੇ ਕਿਸਾਨਾਂ ਦੇ ਨਾਲ ਖੜੇ ਵੀ ਹੈ ਔਰ ਵਿਦੇਸ਼ ਤੋਂ ਖਾਸ ਤੌਰ ਤੇ ਆਈ ਇਸ ਕੰਮ ਲਈ ਹੈ ਕਿ ਇਸ ਵੇਲੇ ਇਤਿਹਾਸ ਸਿਰਜਿਆ ਜਾ ਰਿਹਾ ਇਸ ਅੰਦੋਲਨ ਦੇ ਜ਼ਰੀਏ ਔਰ ਉਸ ਇਤਿਹਾਸ ਦਾ ਹਿੱਸਾ ਇਹਨਾਂ ਨੇ
ਬਣਨ ਦਾ ਤਹੀਆ ਕੀਤਾ ਸੀ ਔਰ ਉਸ ਤਹੀਏ ਦੇ ਤਹਿਤ ਹੀ ਅੱਜ ਜਿਹੜਾ ਉਹ ਪੰਜਾਬ ਦੇ ਵਿੱਚ ਇਹ ਪਹੁੰਚੇ ਹੋਏ ਨੇ। ਪੰਜਾਬੀ ਗਾਇਕਾਂ ਦੇ ਵਿੱਚ ਇੱਕ ਇਹੋ ਜੀ ਆਵਾਜ਼ ਹੈ ਜਿਹੜੀ ਬੜੀ ਸੋਝ ਵੀ ਰੱਖਦੀ ਹੈ, ਸੋਜ਼ ਵੀ ਰੱਖਦੀ ਹੈ ਤੇ ਨਾਲ ਦੀ ਨਾਲ ਮੁਹੱਬਤੀ ਗੀਤਾਂ ਦੀ ਵੀ ਗੱਲ ਕਰਦੀ ਹੈ। ਉਹ ਆਵਾਜ਼ ਹੈ ਫਿਰੋਜ਼ ਖਾਨ ਹੋਰਾਂ ਦੀ। ਫਿਰੋਜ਼ ਖਾਨ ਹੋਰੀ ਸਾਡੇ ਨਾਲ ਮੌਜੂਦ ਨੇ। ਖਾਨ ਸਾਹਿਬ, ਤੁਹਾਡੇ ਗੀਤਾਂ ਦੇ ਵਿੱਚ ਕਹਿ ਸਕਦੇ ਕਿ ਸੌਫਟਨੈਸ ਜਿਹੜੀ ਆ ਉਹ ਬਹੁਤ ਜ਼ਿਆਦਾ ਹੁੰਦੀ ਹੈ, ਬੜੇ ਸੋਲ ਜਿਹੇ ਹੁੰਦੇ ਤੇ ਸੋਜ਼ ਭਰਪੂਰ ਹੁੰਦੇ ਗੀਤ। ਪਰ ਇਸ ਵੇਲੇ ਜਿਹੜੇ ਹਾਲਾਤ ਨੇ ਉਹ ਬੜੇ ਕੁਰਖਤ ਜਿਹੇ ਆ, ਬੜੇ ਸਖਤ ਜਿਹੇ ਆ। ਜਦੋਂ ਤੁਸੀਂ ਆਪਣੇ ਗੀਤਾਂ ਨੂੰ ਦੇਖਦੇ ਹੋ ਤੇ ਇਹਨਾਂ ਹਾਲਾਤਾਂ ਨੂੰ ਦੇਖਦੇ ਹੋ ਤੇ ਫਿਰ ਉਹਨਾਂ ਸਾਰੀਆਂ ਚੀਜ਼ਾਂ ਦਾ ਕੰਪੈਰੀਜ਼ਨ ਕਰਦੇ ਆ, ਕਿਹੜੀ ਚੀਜ਼ ਤੁਹਾਡੇ ਦਿਮਾਗ ਦੇ ਵਿੱਚ ਆਉਂਦੀ ਹੈ ਕਿ ਉਹ ਜੋ ਕੁਝ ਦਿੱਲੀ ਦੇ ਬਾਰਡਰ ਤੇ ਹੋ ਰਿਹਾ ਉਹ ਸਾਰਾ ਕੁਝ, ਤੇ ਤੁਸੀਂ ਮੁਹੱਬਤੀ ਗੀਤ ਜਦੋਂ ਗਾਉਂਦੇ ਆ ਤੇ ਲੱਗਦਾ ਹੈ ਕਿ ਇਸ ਵੇਲੇ ਮੁਹੱਬਤੀ ਗੀਤਾਂ ਦੇ ਨਾਲੋਂ ਕ੍ਰਾਂਤੀ ਦੇ ਗੀਤਾਂ ਦੀ ਬਹੁਤ ਵੱਡੀ ਲੋੜ ਹੈ। ਬਿਲਕੁਲ ਜੀ, ਬਿਲਕੁਲ ਜੀ। ਮੈਂ ਇੱਕ ਗੀਤ ਗਾਇਆ ਸੀ ਨਵੇਂ ਸਾਲ ਤੇ, ਉਹਦੇ ਵਿੱਚ ਮੈਂ ਗੱਲ ਕੀਤੀ ਸੀ ਕਿ ਹੋਸ਼ ਵਿੱਚ ਰਹੇ ਜਵਾਨੀ, ਕਰ ਲੈ ਨਾ ਕਿਤੇ ਨਾਦਾਨੀ, ਹੱਕ ਨਾ ਕੋਈ ਕਿਸੇ ਦਾ ਖੋਵੇ, ਸੜਕੀ ਨਾ ਰੁਲੇ ਕਿਸਾਨੀ, ਰਾਜ ਭਲੇ ਬੰਦੇ ਦਾ ਲਿਆਈ ਮੇਰੇ ਮਾਲਕਾ, ਨਵਾਂ ਸਾਲ ਸੁੱਖ ਦਾ ਚੜਾਈ ਮੇਰੇ ਮਾਲਕਾ, ਨਵਾਂ ਸਾਲ ਸੁੱਖ ਦਾ ਚੜਾਈ ਮੇਰੇ ਮਾਲਕਾ। ਮੇਰੇ ਗੀਤਾਂ ਦੇ ਵਿੱਚ ਮੁਹੱਬਤ, ਮੇਰੇ ਗੀਤਾਂ 'ਚ ਪਿਆਰ ਔਰ ਮੇਰੇ ਗੀਤਾਂ ਦੇ ਵਿੱਚ ਸਭ ਕੁਝ ਹੀ ਆਂਦਾ ਜੀ। ਮੈਂ ਇੱਕੋ ਜਿਹਾ ਗੀਤ ਨਹੀਂ ਗਾਉਂਦਾ, ਸਾਰੇ ਤਰ੍ਹਾਂ ਦੇ ਗੀਤ ਗਾਉਣਾ ਮੈਂ। ਸੋ ਅੱਜ ਦਾ ਜਿਹੜਾ ਸਮਾਂ ਕੁਰਖਤ ਸਮਾਂ ਚੱਲ ਰਿਹਾ ਹੈ, ਇਹਦੇ ਵਿੱਚ ਮੈਂ ਬੇਨਤੀ ਕਰੂੰਗਾ ਸਰਕਾਰ ਨੂੰ, ਕੇਂਦਰ ਸਰਕਾਰ ਨੂੰ ਕਿ ਆਪਣੇ ਬਿੱਲ ਵਾਪਸ ਲੈ ਲਓ। ਲਾਸ਼ਾਂ ਦੇ ਉੱਤੇ, ਲੋਕਾਂ ਦੇ ਮਰੇ ਹੋਇਆਂ ਦੇ ਉੱਤੇ, ਕਬਰਾਂ ਦੇ ਉੱਤੇ ਤੁਸੀਂ ਜਾਂ ਸਿਵਿਆਂ ਦੇ ਉੱਤੇ ਤੁਸੀਂ ਕਾਨੂੰਨ ਬਣਾ ਕੇ ਕੋਈ ਸੁੱਖ ਨਹੀਂ ਪਾ ਸਕਦੇ। ਇਸ ਵੇਲੇ ਵੱਡਾ ਦਿਲ ਦਿਖਾਉਣ ਦੀ ਤੁਹਾਨੂੰ ਲੋੜ ਹੈ। ਤੁਸੀਂ ਫਿਰਾਕ ਦਿਲੀ ਦਿਖਾਓ। ਅਗਰ ਤੁਸੀਂ ਕਾਨੂੰਨ ਵਾਪਸ ਲੈਣੇ ਹੋ ਤਾਂ ਜੈ ਜੈਕਾਰ ਤੁਹਾਡੀ ਹੀ ਹੋਣੀ ਹੈ। ਤੁਸੀਂ ਕਹਿੰਦੇ ਕਿ ਹਰ ਤਰ੍ਹਾਂ ਦੇ ਗੀਤ ਗਾਏ, ਪਰ ਮੈਂ ਕਹਿੰਦਾ ਤੁਸੀਂ ਇੱਕ ਤਰ੍ਹਾਂ ਦੇ ਗੀਤ ਨਹੀਂ ਗਾਏ ਜਿੱਦਾਂ ਦੇ ਗੀਤਾਂ ਦੇ ਉੱਤੇ ਬਹੁਤ ਸਾਰੇ ਕਿੰਤੂ ਪਰੰਤੂ ਹੁੰਦੇ ਆ, ਜਾਂ ਹਥਿਆਰ ਦਿਖਾ ਰਹੇ ਨੇ, ਆ ਹਥਿਆਰਾਂ ਬਾਰੇ ਗੱਲ ਕਰ ਰਹੇ ਆ, ਉਹ ਹੋ ਰਿਹਾ, ਉੱਦਾਂ ਦੇ ਗੀਤ ਨਹੀਂ ਗਾਏ। ਪਰ ਇਸ ਸਮੇਂ ਜੇ ਗੱਲ ਕਰ ਲਈਏ ਤੇ ਉਹ ਗਾਇਕ ਜਿਨ੍ਹਾਂ ਨੇ ਇੱਦਾਂ ਦੇ ਗੀਤ ਗਾਏ ਸੀ, ਉਹ ਵੀ ਜਦੋਂ ਇਸ ਕ੍ਰਾਂਤੀ ਦੀ ਗੱਲ ਕਰਦੇ ਆ, ਇਸ ਅੰਦੋਲਨ ਦੀ ਗੱਲ ਕਰਦੇ ਆ, ਗੀਤਾਂ ਦੇ ਰੰਗ ਬਦਲ ਗਏ, ਗੀਤਾਂ ਦੇ ਸੁਰ ਬਦਲ ਗਏ, ਗੀਤਾਂ ਦੇ ਅੰਦਾਜ਼ ਬਦਲ ਗਏ। ਲੱਗਦਾ ਕਿ ਗਾਇਕੀ ਦੇ ਵਿੱਚ ਵੀ ਹੁਣ ਇਸ ਅੰਦੋਲਨ ਨੇ ਸੁਧਾਰ ਲਿਆਂਦਾ, ਨੌਜਵਾਨਾਂ ਨੂੰ ਤਾਂ ਜੋੜ ਹੀ ਲਿਆ ਜਿਨ੍ਹਾਂ ਦੇ ਉੱਤੇ ਕਈ ਤਰੀਕੇ ਦੀਆਂ ਇਲਜ਼ਾਮ ਤਰਾਸ਼ੀਆਂ ਕੀਤੀਆਂ ਜਾਂਦੀਆਂ। ਦੇਖੋ ਅਸੀਂ ਆਰਟਿਸਟ ਲੋਕ ਹਾਂ, ਅਸੀਂ ਸਮੇਂ ਦੇ ਹਿਸਾਬ ਨਾਲ ਆਪਣੇ ਆਪ ਨੂੰ ਢਾਲਦੇ ਹਾਂ। ਅਗਰ ਅਸੀਂ, ਸਾਡਾ ਪੰਜਾਬ ਦੁਖੀ ਹੈ, ਸਾਡਾ ਕਿਸਾਨ ਦੁਖੀ ਹੈ, ਸਾਨੂੰ ਉਹ ਗੀਤ ਚੰਗੇ ਨਹੀਂ ਲੱਗਦੇ ਜਿਹੜੇ ਅਸੀਂ ਗਾਉਂਦੇ ਹਾਂ। ਅਸੀਂ ਰੋਮਾਂਟਿਕ ਗੀਤ, ਸਾਨੂੰ ਸੈਡ ਗੀਤ, ਜਿਹੜੇ ਸਾਡੇ ਕਮਰਸ਼ੀਅਲ ਗੀਤ ਨੇ, ਸਾਨੂੰ ਉਹ ਚੰਗੇ ਨਹੀਂ ਲੱਗਦੇ, ਕਿਸੇ ਹੱਦ ਤੱਕ ਚੰਗੇ ਨਹੀਂ ਲੱਗਦੇ ਸਾਨੂੰ ਉਹ। ਜਦੋਂ ਸਾਡੇ ਕਿਸਾਨ ਭਰਾ ਸਾਡੇ ਜਿੱਤ ਕੇ ਆਉਣਗੇ, ਜਦੋਂ ਸਾਡੇ ਕਿਸਾਨ ਭਰਾ, ਸਾਡਾ ਪੰਜਾਬ ਸੁਖੀ ਹੋਏਗਾ ਤਾਂ ਅਸੀਂ ਗਾਉਂਦੇ ਨੱਚਦੇ ਚੰਗੇ ਲੱਗਦੇ ਹਾਂ। ਸੋ ਇਹ ਸਮੇਂ ਦੀ ਜਿਹੜੀ ਇਹ ਰਫ਼ਤਾਰ ਹੈ, ਸਾਨੂੰ ਉਹਦੇ ਮੁਤਾਬਕ ਹੀ ਚੱਲਣਾ ਚਾਹੀਦਾ ਸਾਰੇ ਆਰਟਿਸਟਾਂ ਨੂੰ, ਔਰ ਅਸੀਂ ਚੱਲ ਵੀ ਰਹੇ। ਆਖਰੀ ਸਵਾਲ ਹੈ, ਮੈਂ ਵੀ ਕਿੰਤੂ ਪਰੰਤੂ ਕਈ ਵਾਰੀ ਕੀਤਾ, ਬਹੁਤ ਸਾਰੇ ਲੋਕਾਂ ਨੇ ਕਿੰਤੂ ਪਰੰਤੂ ਕੀਤਾ ਕਿ ਪੰਜਾਬ ਦੇ ਗਾਇਕ ਜਿਹੜੇ ਆ ਉਹ ਪੰਜਾਬ ਦੀ ਜਵਾਨੀ ਨੂੰ ਕੁਰਾਹੇ ਪਾ ਰਹੇ ਆ। ਇਸ ਵੇਲੇ ਜਦੋਂ ਅਸੀਂ ਦੇਖਦੇ ਹਾਂ ਕਿ ਉਹਨਾਂ ਦੇ ਗੀਤਾਂ ਦੇ ਵਿੱਚ ਉਸ ਅੰਦੋਲਨ ਦੀਆਂ ਗੱਲਾਂ ਹੁੰਦੀਆਂ, ਪੁਰਾਣੇ ਇਤਿਹਾਸ ਦੀਆਂ ਗੱਲਾਂ ਹੁੰਦੀਆਂ, ਨੌਜਵਾਨੀ 'ਚ ਜੋਸ਼ ਭਰਨ ਦੀਆਂ ਗੱਲਾਂ ਹੁੰਦੀਆਂ, ਜਦੋਂ ਉਹ ਸਾਰਾ ਕੁਝ ਹੋ ਰਿਹਾ ਤੇ ਨਾਲ ਇਹ ਦੇਖਦੇ ਹਾਂ ਕਿ ਨੋਟਿਸ ਆ ਰਹੇ ਨੇ, ਕਿਸੇ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਆ, ਕਿਸੇ ਨੂੰ ਪੇਸ਼ੀ ਲਈ ਸੱਦਿਆ ਜਾਂਦਾ। ਸ਼੍ਰੀ ਬਰਾੜ ਨੂੰ ਗ੍ਰਿਫਤਾਰ ਕਰ ਲਿਆ ਗਿਆ, ਜਸ ਬਾਜਵਾ ਨੂੰ ਕਿਹਾ ਗਿਆ ਕਿ ਤੁਸੀਂ ਥਾਣੇ ਆਣ ਕੇ ਪੇਸ਼ੀ ਦਿਓ, ਦਲਜੀਤ ਨੂੰ ਆਈਟੀ ਦੇ ਨੋਟਿਸ ਜਿਹੜੇ ਚੱਲ ਜਾਂਦੇ ਆ, ਜਿਹੜੇ ਇਸ ਅੰਦੋਲਨ ਨਾਲ ਖੜਦੇ ਆ। ਤੇ ਜਦੋਂ ਅਸੀਂ ਇਹ ਕਹਿੰਦੇ ਆ ਕਿ ਇਹ ਹੁਣ ਸਹੀ ਥਾਂ ਤੇ ਆਏ ਹੋਏ ਪੰਜਾਬ ਦੇ ਗਾਇਕ, ਤੇ ਹੁਣ ਸਰਕਾਰਾਂ ਕਿਸੇ ਹੋਰ ਤਰੀਕੇ ਨਾਲ ਉਹਨਾਂ ਨੂੰ ਫੇਰ ਭਟਕਾਉਣ ਦੀ ਕੋਸ਼ਿਸ਼ ਕਰ ਰਹੀਆਂ। ਦੇਖੋ ਜੀ, ਜਿਹੜਾ ਅੰਦੋਲਨ ਦੇ ਵਿੱਚ ਜਾਊਗਾ ਬੰਦਾ, ਉਹਦੇ ਲਈ ਤਾਂ ਸਰਕਾਰ ਨੇ ਕੁਛ ਨਾ ਕੁਛ ਕਰਨਾ ਹੀ ਹੈ, ਕਿਉਂਕਿ ਅੰਦੋਲਨ ਨੂੰ ਢਾਹ ਲਾਉਣ ਵਾਸਤੇ ਸਰਕਾਰਾਂ ਬਹੁਤ ਕੁਝ ਕਰਦੀਆਂ ਨੇ। ਸਰਕਾਰਾਂ ਨੇ ਆਪਣੀ ਪੋਲੀਟਿਕਸ ਖੇਡਣੀ ਹੈ। ਸੋ ਅਸੀਂ ਡਟੇ ਹੋਏ ਹਾਂ ਸਾਰੇ ਜਾਣੇ, ਸਾਡਾ ਸਾਰਾ ਪੰਜਾਬ ਡਟਿਆ ਹੋਇਆ, ਅਸੀਂ ਡਟੇ ਹੋਏ ਹਾਂ, ਅਸੀਂ ਡਟੇ ਰਹਿਣਾ ਹੈਗਾ। ਜਿੰਨੀ ਦੇਰ ਸਾਡੀ ਲੋੜ ਹੈ, ਅਸੀਂ ਖੜੇ ਹਾਂ, ਨਾਲ ਖੜੇ, ਹਮੇਸ਼ਾ ਖੜਾ, ਹਮੇਸ਼ਾ ਖੜੇ ਰਹਿਣਾ, ਡਟੇ ਹੋਏ ਸੀ ਔਰ ਡਟੇ ਰਵਾਂਗੇ। ਇੱਕ ਖਾਸਾ ਆ ਪੰਜਾਬੀਆਂ ਦਾ, ਉਹ ਪੰਜਾਬੀ ਗਾਇਕ ਵੀ ਹੋ ਸਕਦਾ, ਉਹ ਪੰਜਾਬੀ ਕਿਸਾਨ ਵੀ ਹੋ ਸਕਦਾ, ਉਹ ਪੰਜਾਬੀ ਜਿਹੜਾ ਆ ਉਹ ਮਜ਼ਦੂਰ ਵੀ ਹੋ ਸਕਦਾ ਹੈ, ਆਮ ਜਨ ਵੀ ਹੋ ਸਕਦਾ। ਸੋ ਸਿੱਧੇ ਤੌਰ ਤੇ ਕਹਿ ਲਈਏ ਕਿ ਡਟੇ ਹੋਣ ਦਾ ਦਾਅਵਾ ਜਿਹੜਾ ਉਹ ਫਿਰੋਜ਼ ਖਾਨ ਹੋਰਾਂ ਵੱਲੋਂ ਵੀ ਕੀਤਾ ਜਾ ਰਿਹਾ ਹੈ। ਸੋ ਇਸ ਵੇਲੇ ਜੋਤੀ ਨੂਰਾ ਹੋਰੀ ਸਾਡੇ ਨਾਲ ਨੇ। ਜੋਤੀ ਜੀ, ਲੜਕੀਆਂ ਦੀ ਲੋਹੜੀ ਪਾਈ ਜਾ ਰਹੀ ਹੈ, ਕੁੜੀਆਂ ਦੀ ਲੋਹੜੀ ਜਿਹੜੀ ਉਹ ਪਾਈ ਜਾ ਰਹੀ ਹੈ, ਕਿੱਦਾਂ ਦਾ ਮਹਿਸੂਸ ਹੋ ਰਿਹਾ? ਇੱਕ ਤਾਂ ਇਸ ਲੋਹੜੀ ਦੀ ਗੱਲ ਕਰ ਦੇਣੀ ਆਪਾਂ, ਇੱਕ ਲੋਹੜੀ ਉੱਥੇ ਦਿੱਲੀ ਦੇ ਬਾਰਡਰ ਤੇ ਵੀ ਕਿਸਾਨਾਂ ਵੱਲੋਂ ਪਾਈ ਜਾਣੀ ਆ 13 ਤਰੀਕ ਨੂੰ, ਉਹ ਜਿਹੜੇ ਕੇਂਦਰੀ ਕਾਨੂੰਨ ਨੇ ਉਹਨਾਂ ਨੂੰ ਸਾੜਿਆ ਜਾਣਾ। ਦੋਨਾਂ ਦੇ ਬਾਰੇ ਗੱਲ ਕਰਦੇ ਹੋ ਕਿਉਂਕਿ ਦਿੱਲੀ ਦੇ ਵਿੱਚ ਵੀ ਤੁਸੀਂ ਬਕਾਇਦਾ ਹਾਜ਼ਰੀ ਲਵਾ ਕੇ ਆਏ ਹੋ ਉਸ ਬਾਰਡਰ ਦੇ ਉੱਤੇ। ਪਹਿਲਾਂ ਇਹਨਾਂ ਕੁੜੀਆਂ ਦੀ ਲੋਹੜੀ ਦੇ ਬਾਰੇ ਤੇ ਫਿਰ ਦਿੱਲੀ ਦੀ ਲੋਹੜੀ ਦੇ ਬਾਰੇ ਦੱਸ।
ਪਹਿਲੀ ਤਾਂ ਗੱਲ ਇਹ ਹੈ ਜੀ, ਸਾਰੀਆਂ ਧੀਆਂ ਸਭ ਦੀਆਂ ਸਾਂਝੀਆਂ ਜੀ, ਤੇ ਪੁੱਤਾਂ ਦੀ ਵੀ ਲੋਹੜੀ ਪਾਉਂਦੇ ਆ ਤੇ ਆਪਾਂ ਧੀਆਂ ਦੀ ਵੀ ਉਨੀ ਲੋਹੜੀ ਪਾਉਣੀ ਚਾਹੀਦੀ ਜੀ। ਹਾਂਜੀ, ਔਰ ਧੀਆਂ ਦਾ ਸਤਿਕਾਰ ਕਰੋ, ਧੀਆਂ ਨੂੰ ਪਿਆਰ ਕਰੋ ਜੀ, ਕਿਉਂਕਿ ਇਹ ਧੀਆਂ ਬਹੁਤ ਕੁਝ ਕਰਦੀਆਂ ਨੇ। ਅੱਜ ਕੱਲ ਸਾਨੂੰ ਤੁਸੀਂ ਦੇਖ ਹੀ ਰਹੇ ਹੋ ਜੀ। ਹਾਂਜੀ, ਅਸੀਂ ਵੀ ਤੁਹਾਡੇ ਧੀਆਂ ਵਰਗੇ ਆ ਜੀ। ਹਾਂਜੀ, ਤੇ ਦਿੱਲੀ ਦੀ ਲੋਹੜੀ ਜਿਹੜੀ ਆ, ਕਿਸਾਨ ਬੈਠੇ ਨੇ ਉੱਥੇ, ਤੁਸੀਂ ਹਾਜ਼ਰੀ ਵੀ ਲਵਾ ਕੇ ਆਏ ਹੋ, ਉਸ ਲੋਹੜੀ ਦੇ ਬਾਰੇ ਵੀ ਗੱਲ ਕਰਦੇ ਹੋ, ਉਹਨਾਂ ਕਿਸਾਨਾਂ ਦੇ ਬਾਰੇ ਵੀ ਗੱਲ ਕਰੋ। ਬਸ ਇਹ ਹੈ ਜੀ, ਇਹ ਵਕਤ ਜੋ ਚੱਲ ਰਿਹਾ ਇਹ ਸਭ ਕੁਝ ਠੀਕ ਹੋਵੇ ਤੇ ਹੋਰ ਕੁਝ ਨਹੀਂ ਕਹਿ ਸਕਦੇ। ਅੱਛਾ, ਇੱਕ ਗੀਤ ਗਾਇਆ ਸੀ ਤੁਸੀਂ ਕਿਸਾਨਾਂ ਨੂੰ ਲੈ ਕੇ, ਉਹਦੇ 2 ਬੋਲ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਸਾਂਝੇ ਜ਼ਰੂਰ ਕਰ ਦਿਓ ਸਾਡੇ ਦਰਸ਼ਕਾਂ ਦੇ ਨਾਲ। ਕੁਝ ਯਾਦ ਵੀ ਨਹੀਂ ਹੈ ਕੁਝ ਲਾਈਨਾਂ। ਜ਼ਿੰਦਾਬਾਦ ਕਿਸਾਨ, ਜ਼ਿੰਦਾਬਾਦ ਕਿਸਾਨ, ਜ਼ਿੰਦਾਬਾਦ ਕਿਸਾਨ, ਜ਼ਿੰਦਾਬਾਦ ਕਿਸਾਨ। ਬਹੁਤ ਬਹੁਤ ਸ਼ੁਕਰੀਆ। ਸੋ ਜੋਤੀ ਨੂਰਾ ਹੋਰੀ ਜ਼ਿੰਦਾਬਾਦ ਕਿਸਾਨ, ਜਿਨ੍ਹਾਂ ਨੇ ਸਿੰਘੂ ਬਾਰਡਰ ਦੇ ਉੱਤੇ ਹਾਜ਼ਰੀ ਵੀ ਲਵਾਈ ਸੀ ਔਰ ਅੱਜ ਇਸ ਕੁੜੀਆਂ ਦੀ ਲੋਹੜੀ ਦੇ ਵਿੱਚ ਆਏ ਨੇ। ਪਰ ਕਿਸਾਨਾਂ ਦੀ ਗੱਲ ਲਾਜ਼ਮੀ ਤੌਰ ਤੇ ਇਸ ਸਮਾਗਮ ਦੇ ਦੌਰਾਨ ਵੀ ਕਰਨੀ ਬਣਦੀ ਹੈ। ਸੋ ਇਸ ਵੇਲੇ ਸਾਡੇ ਨਾਲ ਮਾਸ਼ਾ ਅਲੀ ਹੋਰੀ ਮੌਜੂਦ ਨੇ। ਮਾਸ਼ਾ ਅਲੀ ਜੀ, ਟਰੈਕ ਤੁਹਾਡਾ ਇੱਕ ਕਿਸਾਨੀ ਨੂੰ ਲੈ ਕੇ ਆਉਂਦਾ, ਕਿਉਂਕਿ ਗੱਲ ਕਿਸਾਨੀ ਦੀ ਹੋ ਰਹੀ ਹੈ। ਭਾਵੇਂ ਕਿਸੇ ਵੀ ਤੁਸੀਂ ਪ੍ਰੋਗਰਾਮ 'ਚ ਚੱਲ ਜਾਓ, ਅੱਜ ਧੀਆਂ ਦੀ ਲੋਹੜੀ ਦੇ ਵਿੱਚ ਆਏ ਹੋ। ਇਹ ਧੀਆਂ ਦੀ ਲੋਹੜੀ ਵੀ ਕਿਸਾਨ ਅੰਦੋਲਨ ਨੂੰ ਸਮਰਪਿਤ ਕੀਤੀ ਗਈ ਹੈ। ਇੱਕ ਟਰੈਕ ਆਇਆ ਸੀਗਾ, ਇੱਕ ਪਾਸੇ ਤੇ ਜਿਹੜੇ ਕਲਾਕਾਰ ਜਾਂਦੇ ਆ, ਪਤਾ ਲੱਗਾ ਕਿਸੇ ਨੂੰ ਗ੍ਰਿਫਤਾਰ ਕਰ ਲਿਆ, ਕਿਸੇ ਨੂੰ ਪੇਸ਼ੀ ਲਈ ਕਹਿ ਦਿੱਤਾ ਕਿ ਥਾਣੇ ਆ ਜਾਓ, ਕਿਸੇ ਨੂੰ ਆਈਟੀ ਦੇ ਨੋਟਿਸ ਚਲੇ ਗਏ, ਤੇ ਪਤਾ ਲੱਗਾ ਤੁਹਾਡਾ ਗੀਤ ਦਾ ਵੈਸੇ ਹੀ ਉਡਾ ਦਿੱਤਾ ਗਿਆ, ਜਿਹੜਾ ਗੀਤ ਕਿਸਾਨੀ ਨੂੰ ਲੈ ਕੇ ਗਾਇਆ ਤੁਸੀਂ ਅੰਦੋਲਨ। ਬਸ ਜੀ ਕੁਝ ਹੋਣਾ ਇਦਾਂ ਦਾ, ਆਪਾਂ ਕੀ ਕਹੀਏ। ਹੁਣ ਸਾਡਾ ਹੱਕ ਆ ਜਿਹੜਾ ਅਸੀਂ ਗਾਈ ਜਾਂਦੇ ਆ, ਬਾਕੀ ਉਹਨਾਂ ਦਾ ਹੱਕ ਉਡਾਈ ਜਾਂਦੇ ਆ। ਆਪਾਂ ਕੁਝ ਨਹੀਂ ਕਹਿਣਾ, ਆਪਾਂ ਇਹ ਕਹਿਣਾ ਵੀ ਅਸੀਂ ਕਿਸਾਨਾਂ ਦੇ ਨਾਲ ਆ ਜੀ। ਅਸੀਂ ਆਪ ਕਿਸਾਨ ਹੀ ਆ, ਜੇ ਕਿਸਾਨ ਆ ਤੇ ਕਲਾਕਾਰ। ਅਸੀਂ ਆਪਣੇ ਹੱਕਾਂ ਲਈ ਲੜ ਰਹੇ, ਨਾ ਕਿ ਕਿਸੇ ਲਈ ਜ਼ੋਰ ਜ਼ਬਰਦਸਤੀ ਕਰ ਰਹੇ ਹਾਂ। ਔਰ ਪੰਜਾਬ ਦਾ ਕਿਸਾਨ ਉੱਥੇ ਜਾ ਕੇ ਲੰਗਰ ਹੀ ਲਾਇਆ, ਉਹਨੇ ਸੇਵਾ ਹੀ ਕੀਤੀ ਹੈ, ਚਾਹੇ ਜਿਹੜਾ ਮਰਜ਼ੀ ਵਗ ਜੇ, ਉਹਨੂੰ ਖਾਣਾ ਹੀ ਖਵਾਇਆ। ਇਸ ਕਰਕੇ ਨੁਕਸਾਨ ਤੇ ਕੋਈ ਕਰ ਹੀ ਨਹੀਂ ਰਿਹਾ। ਇਹ ਗਾਣਿਆਂ ਨਾਲ ਇੱਕ ਜਜ਼ਬਾ ਹੈ, ਜਿਹੜੀ ਯੂਥ ਬੈਠਾ ਵੀ ਚੱਲ ਉਹਨਾਂ ਨੂੰ ਪਤਾ ਲੱਗ ਜਾਂਦਾ। ਕੋਈ ਸੋਸ਼ਲ ਮੀਡੀਆ ਤੇ ਆਰਟਿਸਟ ਕੋਈ ਆਪਣੀ ਪੋਸਟ ਪਾਉਂਦਾ ਨਾ ਕਿਸਾਨੀ ਦੀ, ਜਾਂ ਕੋਈ ਗਾਣਾ ਗਾਉਂਦਾ, ਤਾਂ ਇੱਕ ਜਿਹੜਾ ਮੋਟੀਵੇਸ਼ਨ, ਜਿਹੜਾ ਮੇਨ ਜਿਹੜਾ ਰੀਜ਼ਨ ਆ, ਉਹ ਇਹੀ ਹੈ ਵੀ ਅਸੀਂ ਕਿਸਾਨ ਨੂੰ ਅੱਗੇ ਲੈ ਕੇ ਜਾਈਏ, ਜਿਹੜਾ ਯੂਥ ਨੂੰ ਅੱਗੇ ਲੈ ਕੇ ਜਾਈਏ। ਔਰ ਇਹਦੇ ਵਿੱਚ ਸਭ ਦਾ ਫਾਇਦਾ ਹੀ ਹੈ। ਜੇ ਕਿਸਾਨ ਖੁਸ਼ ਹੈ ਤਾਂ ਦੁਨੀਆ ਖੁਸ਼ ਹੈ ਭਾਈ, ਹੈ ਨਾ। ਜੇ ਕਿਸਾਨ ਹੀ ਨਿਰਾਸ਼ ਹੈ ਤੇ ਫਿਰ ਖਾਵਾਂਗੇ ਕਿੱਥੋਂ ਅਸੀਂ ਲੋਕ। ਅਸੀਂ ਕਲਾਕਾਰ ਵੀ ਇਸ ਕਰਕੇ ਜੁੜੇ ਕਿਉਂਕਿ ਹੋਂਦ ਦੀ ਲੜਾਈ ਹੈ, ਇਹ ਤੁਹਾਡੇ ਹੋਣ ਦੀ ਲੜਾਈ ਹੈ। ਤੇ ਉਹ ਗਾਣਾ ਜਿਹੜਾ ਤੁਹਾਡਾ ਬੈਨ ਕੀਤਾ ਗਿਆ, ਮੈਂ ਚਾਹੁੰਦਾ ਕਿ ਉਹਦੇ ਚੰਦ ਬੋਲ ਜਿਹੜੇ ਆ ਉਹ ਜ਼ਰੂਰ ਟੀਵੀ ਪੰਜਾਬ ਦੇ ਦਰਸ਼ਕਾਂ ਦੇ ਨਾਲ ਸਾਂਝੇ ਕਰ ਦਿਓ। ਹਾਂ, ਗਾਣਾ ਸੀਗਾ ਉਹੀ ਗਾਣਾ। ਬਿਲਕੁਲ। ਉਹ ਸਾਡਾ ਸੀ ਪੰਜਾਬ ਇੱਕ ਖਿੜਿਆ ਗੁਲਾਬ, ਇਹਦੇ ਜੜੀ ਸਭਰੇ ਹਾਂ ਜਿਹੜੇ ਪਾ ਗਏ, ਹੱਥ ਜੋੜ ਜੋੜ ਜਿਹੜੇ ਮੰਗਦੇ ਸੀ ਵੋਟਾਂ, ਨਾਲੇ ਵੋਟਾਂ ਲੈ ਗਏ ਨਾਲੇ ਸਾਨੂੰ ਖਾ ਗਏ। ਸਾਨੂੰ ਪਿੱਛੇ ਛੱਡ ਉੱਚੀ ਮਾਰ ਗਏ ਉਡਾਰੀ, ਉਹ ਸਾਨੂੰ ਪਿੱਛੇ ਛੱਡ ਉੱਚੀ ਮਾਰ ਗਏ ਉਡਾਰੀ, ਫੜ ਸਾਰੇ ਉਹ ਧਰਤੀ ਤੇ ਤਾਰ ਦਿਓ। ਇਹੋ ਜਿਹੇ ਬੰਦੇ ਤੋਂ ਕਰਾਉਣਾ ਕੀ ਆ ਜੱਗ ਉੱਤੇ, ਚੌਂਕ 'ਚ ਖੜਾ ਕੇ ਗੋਲੀ ਮਾਰ ਦਿਓ। ਇਹ ਗੱਲ ਭਾਈ ਕਿਸੇ ਲਈ ਪੋਲੀਟੀਕਲ ਨਹੀਂ, ਗੱਲ ਉਹਦੇ ਲਈ ਜਿਹੜਾ ਦਗੇਬਾਜ਼ ਆ। ਦਗੇਬਾਜ਼ ਅਸੀਂ ਵੀ ਹੋ ਸਕਦੇ ਹਾਂ, ਕੁਛ ਵੀ ਹੋ ਸਕਦੇ ਹਾਂ, ਕੋਈ ਵੀ ਹੋ ਸਕਦਾ। ਇਹ ਹਰ ਉਸ ਇਨਸਾਨ ਲਈ ਹੈ ਜੋ ਕਿਸੇ ਨਾਲ ਕੋਈ ਦਗਾ ਕਰਦਾ। ਪਾਰਟੀ ਕੋਲ ਇੱਕ ਚੀਜ਼ ਲਈ ਨਹੀਂ ਗਾਇਆ ਗਿਆ। ਸੋ ਥੈਂਕ ਯੂ ਸੋ ਮਚ ਜੀ ਤੁਹਾਡਾ। ਮੈਂ ਇੱਕ ਗੱਲ ਹੋਰ, ਇੱਕ ਸਵਾਲ ਹੋਰ, ਮੈਨੂੰ ਪਤਾ ਕਾਹਲੀ ਬਹੁਤ ਆ ਤੁਹਾਨੂੰ ਜਾਣ ਦੀ, ਪਰ ਇੱਕ ਸਵਾਲ ਆ। ਪੰਜਾਬ ਦੇ ਕਲਾਕਾਰਾਂ ਦੇ ਤੁਹਾਡੇ ਗੀਤ ਮੈਂ ਸੁਣਿਆ, ਉਹ ਸਾਫ਼ ਸੁਥਰੇ ਗੀਤ ਆ, ਪਰਿਵਾਰਕ ਗੀਤ ਆ, ਔਰ ਸੁਰ ਕਲਾਮ ਜਿਹੜਾ ਹੁੰਦਾ ਨਾ, ਖਾਸ ਤੌਰ ਤੇ ਗਾਇਕੀ ਦੇ ਵਿੱਚ ਕਲਾ ਦੀ ਕਹਿ ਲਈਏ ਤੁਹਾਨੂੰ ਬਖਸ਼ਿਸ਼ ਹੈ। ਸਰਵਸਵਤੀ ਜਿਹੜੀ ਆ ਉਹ ਪੂਰੇ ਤਰੀਕੇ ਨਾਲ ਤੁਹਾਡੇ ਤੇ ਮਿਹਰਬਾਨ ਹੈ। ਬਹੁਤ ਸਾਰੇ ਇਹ ਦਾਗ ਲੱਗਦੇ ਰਹੇ ਕਲਾਕਾਰਾਂ ਤੇ ਕਿ ਇਹ ਹਥਿਆਰਾਂ ਦੇ ਗੀਤ ਗਾਉਂਦੇ ਆ, ਸ਼ਰਾਬ ਵਾਲੇ ਗੀਤ ਗਾਉਂਦੇ ਆ, ਇੱਦਾਂ ਦੇ ਅਸ਼ਲੀਲ ਵੀਡੀਓ ਬਣਾਉਂਦੇ ਆ ਜਿਹੜੇ ਯੂਥ ਨੂੰ ਕੁਰਾਹੇ ਪਾ ਰਹੇ ਆ। ਪਰ ਇਸ ਅੰਦੋਲਨ ਦੇ ਦੌਰਾਨ ਜਿਹੜਾ ਹੈ ਉਹ ਪੰਜਾਬੀ ਕਲਾਕਾਰਾਂ ਨੇ ਬਹੁਤ ਬਣਦੀ ਜਿਹੜੀ ਆ ਭੂਮਿਕਾ ਜਿਹੜੀ ਆ ਉਹ ਨਿਭਾਈ ਹੈ। ਗੀਤ ਉਹਨਾਂ ਦੇ ਕ੍ਰਾਂਤੀ ਵਾਲੇ ਗੀਤ ਹੋ ਗਿਆ, ਅੰਦੋਲਨ ਨਾਲ ਜੁੜੇ ਹੋਏ ਗੀਤ ਹੋ ਗਿਆ। ਲੱਗਦਾ ਕਿ ਇਸ ਅੰਦੋਲਨ ਨੇ ਗਾਇਕੀ ਨੂੰ ਵੀ ਇੱਕ ਨਵਾਂ ਮੋੜ ਦਿੱਤਾ, ਗਾਇਕਾਂ ਨੂੰ ਵੀ ਇੱਕ ਨਵਾਂ ਵਿਸ਼ਾ ਦਿੱਤਾ, ਜਿਹੜੇ ਉਹ ਹਮੇਸ਼ਾ ਸ਼ਰਾਬ, ਸ਼ਬਾਬ ਜਾਂ ਕਬਾਬ ਦੀਆਂ ਗੱਲਾਂ ਕਰਦੇ ਰਹਿੰਦੇ ਸੀ। ਦੇਖੋ, ਜਿੱਦ ਤੱਕ ਪੰਜਾਬੀ ਦੀ ਹੋਂਦ ਦੀ ਗੱਲ ਹੈ ਨਾ, ਤੇ ਹਰ ਬੱਚਾ ਉੱਠ ਖੜਦਾ ਜੀ। ਇਹਦੇ ਵਿੱਚ ਕਹਿਣ ਦੀ ਲੋੜ ਨਹੀਂ ਪੈਂਦੀ। ਤੁਸੀਂ ਪੰਜਾਬੀ, ਤੁਹਾਡਾ ਵੀ ਤਾਂ ਦਿਲ ਕਰਦਾ ਹੀ ਹੈ ਆਪਣੀ ਹੋਂਦ ਲਈ ਖੜੇ ਹੋਣ ਦਾ। ਜਿੱਥੇ ਤੁਹਾਡੀ ਕਦਰ ਭੁੱਲ ਜਾਂਦੀ ਹੈ, ਜਿੱਥੇ ਪੰਜਾਬੀਅਤ ਖਤਮ ਹੋਣ ਲੱਗਦੀ ਹੈ, ਫਿਰ ਉੱਥੇ ਪੰਜਾਬੀ ਨੂੰ ਖੜਾ ਹੋਣਾ ਪੈਂਦਾ ਵਾ, ਹੈ ਨਾ। ਇੱਥੇ ਤਾਂ ਫਿਰ ਹੋਂਦ ਹੀ ਖਤਮ ਹੋਣ ਵਾਲੀ ਗੱਲ ਸੀ ਨਾ। ਜੇ ਪੰਜਾਬੀਆਂ ਦੀ ਹੋਂਦ ਹੀ ਖਤਮ ਹੋ ਗਈ, ਫਿਰ ਗਾਣੇ ਕੀ ਕੰਮ ਕਰਨਗੇ? ਫਿਰ ਗਾਣੇ ਪੁੱਛ ਕੇ ਗਾਉਣੇ ਪਿਆ ਕਰਨਗੇ। ਇਸ ਕਰਕੇ ਪੰਜਾਬੀਆਂ ਲਈ ਇੱਥੇ ਜਿੰਨੇ ਵੀ ਆਰਟਿਸਟ ਭਰਾ ਸਾਡੇ ਖੜੇ ਨੇ, ਉਹ ਸਾਰੇ ਪਹਿਲਾਂ ਕਿਸਾਨ ਦੇ ਪੁੱਤ ਨੇ। ਹਾਂ, ਇਸ ਕਰਕੇ ਆਰਟਿਸਟ ਲਾਈਨ ਦਾ ਬਹੁਤ ਬਾਅਦ ਦੇ ਵਿੱਚ ਹੈ ਬਾਈ ਜੀ। ਪਹਿਲਾਂ ਕਿ ਇਨਸਾਨ ਹੋਣਾ ਬਹੁਤ ਜ਼ਰੂਰੀ ਹੈ। ਔਰ ਇਨਸਾਨ ਹਮੇਸ਼ਾ, ਜੇ ਆਪਣੇ ਪੰਜਾਬ ਦੀ ਗੱਲ ਕਰੀਏ, ਤੇ ਫਿਰ ਉਹ ਕਿਸਾਨ ਦਾ ਪੁੱਤ ਹੈ, ਤੇ ਕਿਸਾਨ ਦਾ ਪੁੱਤ ਆਪਣੇ ਮਾਂ ਪਿਓ ਲਈ ਨਹੀਂ ਖੜੂਗਾ। ਬਿਲਕੁਲ। ਨਾਲੇ ਵੈਸੇ ਵੀ ਕਿਹਾ ਜਾ ਰਿਹਾ ਇਸ ਸਮੇਂ ਅੰਦੋਲਨ ਦੇ ਵਿੱਚ, ਜੇ ਜ਼ਮੀਨ ਨਹੀਂ ਹੈ ਤਾਂ ਜ਼ਮੀਰ ਤਾਂ ਘੱਟੋ ਘੱਟ ਜਿਉਂਦੇ ਜਾਗਦੇ ਹੈਗੇ ਆ। ਜ਼ਮੀਰਾਂ ਦੀ ਲੜਾਈ ਤਾਂ ਅਸੀਂ ਲੜ ਸਕਦੇ ਹਾਂ ਨਾ। ਬਿਲਕੁਲ ਬਾਈ ਜੀ, ਜ਼ਮੀਰਾਂ ਦੀ ਲੜਾਈ ਹੀ ਲੜ ਰਹੇ ਨੇ ਉੱਥੇ ਬੈਠੇ ਬੰਦੇ।
ਔਰ ਸਭ ਤੋਂ ਵੱਡੀ ਗੱਲ ਹੈ ਬਾਈ ਜੀ, ਕੋਈ ਖੂਨ ਖਰਾਬਾ ਨਹੀਂ, ਕੋਈ ਕਿਸੇ ਨਾਲ ਲੜਾਈ ਝਗੜਾ ਨਹੀਂ। ਹਰ ਇੱਕ ਨੂੰ ਕਹਿ ਰਿਹਾ ਕੋਈ ਡੰਡਾ ਹੀ ਮਾਰ ਰਿਹਾ, ਭਾਈ ਪਹਿਲਾਂ ਰੋਟੀ ਖਾਇਆ ਫਿਰ ਮਾਰ ਲਈ। ਇਸ ਤੋਂ ਵੱਧ ਕੇ ਕੀ ਹੋਣਾ ਯਾਰ। ਇਹ ਸਾਡਾ ਪੰਜਾਬ ਆ ਬਾਈ, ਅਸੀਂ ਖੁਸ਼ਕਿਸਮਤ ਹਾਂ ਕਿ ਅਸੀਂ ਪੰਜਾਬ ਦੇ ਵਿੱਚ ਪੈਦਾ ਹੋਏ ਹਾਂ। ਮਾਲਕ ਕਰੇ ਅਗਲਾ ਜਨਮ ਵੀ ਸਾਡਾ ਪੰਜਾਬ ਦੇ ਵਿੱਚ ਹੀ ਹੋਵੇ। ਇਸ ਤੋਂ ਵਧੀਆ ਜ਼ਿੰਦਗੀ ਨਹੀਂ ਕਿਤੇ ਮਿਲ ਸਕਦੀ ਪੰਜਾਬ ਤੋਂ ਵਧੀਆ। ਬੰਦੇ ਨੂੰ ਪਾਣੀ ਮੰਗੋ, ਤੁਹਾਨੂੰ ਪਤਾ ਜੇ ਕਿਤੇ ਕੋਈ ਲੜਾਈ ਲੱਗ ਜਾਂਦੀ ਹੈ ਜਾਂ ਰੱਬ ਕਰੇ ਕੋਈ ਇਹੋ ਜਿਹਾ ਮਾੜਾ ਦਿਨ ਨਾ ਆਵੇ, ਆਪਣੇ ਇਕੱਲੇ ਪੰਜਾਬ ਨੂੰ ਛੱਡ ਕੇ ਬਾਕੀ ਕਿਸੇ ਵੀ ਸਟੇਟ ਦੇ ਵਿੱਚ ਕੋਈ ਮਾੜਾ ਮੋਟਾ ਬਾੜ ਆ ਜਾਂਦੀ ਹੈ ਤੇ ਪਾਣੀ ਦੀ ਬੋਤਲ 200-300 ਦੀ ਕਰ ਦਿੰਦੇ ਆ। ਤੇ ਆਪਣੇ ਉਹ ਦਿਨਾਂ ਦੇ ਵਿੱਚ ਬੰਦਾ ਕੋਈ ਪਾਣੀ ਮੰਗੇ ਦੁੱਧ ਪਿਆਉਂਦੇ ਆ। ਇਹ ਪੰਜਾਬ ਆ ਯਾਰ, ਖੁਸ਼ਕਿਸਮਤ ਅਸੀਂ ਪੰਜਾਬੀ ਆ ਤੇ ਮਾਣ ਆ ਸਾਨੂੰ ਇਸ ਗੱਲ ਦਾ ਬਾਈ ਜੀ। ਫਖਰ ਨਾਲ ਕਹਿੰਦੇ ਅਸੀਂ ਪੰਜਾਬੀ ਆ ਹਮੇਸ਼ਾ। ਥੈਂਕ ਯੂ। ਫਖਰ ਨਾਲ ਕਹਿੰਦੇ ਔਰ ਸਾਨੂੰ ਵੀ ਫਖਰ ਹੁੰਦਾ ਜਦੋਂ ਤੁਹਾਡੇ ਵਰਗੇ ਕਲਾਕਾਰਾਂ ਨੂੰ ਸੁਣੀਦਾ ਕਿ ਘੱਟੋ ਘੱਟ ਜਦੋਂ ਗਾਇਕੀ ਦੀ ਗੱਲ ਚੱਲਦੀ ਹੈ, ਸਹੀ ਮਾਇਨਿਆਂ ਦੇ ਵਿੱਚ ਜਿਹੜਾ ਗਾਇਕ ਹੋਣਾ, ਜਿਹੜਾ ਕਲਾਕਾਰ ਹੋਣਾ, ਜਦੋਂ ਤੁਹਾਡੇ ਵਰਗੇ ਕਲਾਕਾਰਾਂ ਨੂੰ ਸੁਣੀਦੀ ਹੈ ਜਿਹੜੇ ਰਿਆਜ਼ ਪੂਰਾ ਕਰਦੇ ਆ, ਜਿਨ੍ਹਾਂ ਦੇ ਉੱਤੇ ਸਰਸਵਤੀ ਦੀ ਮਿਹਰ ਹੈਗੀ ਆ, ਜਿਨ੍ਹਾਂ ਨੂੰ ਸੁਰ ਦਾ ਪਤਾ ਆ। ਤੇ ਨਹੀਂ ਤਾਂ ਸੁਰੀਲੇ ਗਾਉਣ ਵਾਲੇ ਬਹੁਤ ਘੱਟ ਹੈ, ਸ਼ੋਰੀਲੇ ਗਾਉਣ ਵਾਲੇ ਬਹੁਤ ਜ਼ਿਆਦਾ ਹੈ ਇਸ ਇੰਡਸਟਰੀ ਦੇ ਵਿੱਚ ਮਿਲ ਜਾਂਦੇ। ਕਹਿਣਾ ਨਹੀਂ ਵੇ ਕਿਸੇ ਲਈ ਯਾਰ, ਸਾਰੇ ਭਰਾ ਨੇ ਆਪਣੇ, ਬਸ ਠੀਕ ਹੈ, ਆਪਾਂ ਨੂੰ ਸਾਰੇ ਪਿਆਰ ਕਰਦੇ ਆ, ਆਪਾਂ ਕਾਹਨੂੰ ਕਿਸੇ ਨੂੰ ਕਹਿਣਾ। ਜਿਹਦਾ ਮਾਰਕ ਜਿੰਨਾ ਟਾਈਮ ਆ ਉਹਨਾਂ ਕੱਢੀ ਜਾਂਦਾ ਵਾ, ਕਹਿਣਾ ਨਹੀਂ ਕਦੇ ਕਿਸੇ ਨੂੰ। ਹਾਂ, ਆਪ ਵਾਲੇ ਆਪ ਨਹੀਂ, ਆਪਾਂ ਨੂੰ ਕੁਛ ਆਉਂਦਾ ਔਕਾਤ ਆਪਣੀ ਹੈ ਨਹੀਂ ਕਿਸੇ ਨੂੰ ਕਹੀਏ ਆਪਾਂ। ਇਸ ਕਰਕੇ ਠੀਕ ਹੈ, ਜਿੰਨਾ ਚੱਲੀ ਸਭ ਠੀਕ ਨੇ, ਵਧੀਆ ਨੇ। ਤੁਹਾਡਾ ਵਡੱਪਣ ਹੈ ਜਦੋਂ ਕਹਿੰਦੇ ਤੁਸੀਂ ਕਿ ਕੁਝ ਨਹੀਂ ਆਉਂਦਾ, ਪਰ ਇਹ ਤੁਹਾਨੂੰ ਸੁਣਨ ਵਾਲੇ ਜਾਣਦੇ ਨੇ, ਤੁਹਾਨੂੰ ਚਾਹਣ ਵਾਲੇ ਜਾਣਦੇ ਨੇ ਕਿ ਤੁਹਾਡੀ ਗਾਇਕੀ ਜਿਹੜੀ ਆ ਕਿਸ ਪਾਏ ਦੀ ਹੈ, ਤੁਹਾਡੀ ਆਵਾਜ਼, ਤੁਹਾਡਾ ਅੰਦਾਜ਼ ਕਿਸ ਪਾਏ ਦਾ। ਸੋ ਕੁੱਲ ਮਿਲਾ ਕੇ ਕਹਿ ਲਈਏ ਕਿ ਗੀਤਾਂ ਦਾ ਕਰਕੇ ਉਹ ਜਿਹੜੇ ਅੰਦੋਲਨ ਨੂੰ ਲੈ ਕੇ ਗਾਏ ਜਾ ਰਹੇ ਆ, ਸਿਰਫ ਨੋਟਿਸ ਨਹੀਂ ਜਾ ਰਿਹਾ, ਬਹੁਤ ਸਾਰੇ ਗੀਤ ਜਿਹੜੇ ਆ ਉਹ ਬੈਨ ਵੀ ਕੀਤੇ ਜਾ ਰਹੇ ਆ, YouTube ਜਾਂ Facebook ਤੋਂ ਉਡਾਏ ਵੀ ਜਾ ਰਹੇ ਆ। ਕੌਣ ਉਡਾ ਰਿਹਾ, ਕਿਉਂ ਉਡਾ ਰਿਹਾ, ਇਹਦੇ ਬਾਰੇ ਜਿਹੜਾ ਆ ਉਹ ਤੁਸੀਂ ਸਾਡੇ ਦਰਸ਼ਕ ਜਿਹੜੇ ਆ ਉਹ ਬਿਹਤਰ ਜਾਣਦੇ ਹੋ। ਇੱਕ ਪਾਸੇ ਬਾਰਡਰ ਦੇ ਉੱਤੇ, ਯਾਨੀ ਕਿ ਦਿੱਲੀ ਦੇ ਬਾਰਡਰ ਦੇ ਉੱਤੇ ਕਿਸਾਨ ਤੇ ਆਮ ਜਵਾਨ ਜਿਹੜੇ ਆ ਉਹ ਦਿਲ ਜਾਨ ਦੇ ਨਾਲ ਲੱਗੇ ਹੋਏ ਨੇ, ਕੇਂਦਰ ਸਰਕਾਰ ਦੇ ਖਿਲਾਫ ਸੰਘਰਸ਼ ਕਰ ਰਹੇ ਨੇ ਕਿ ਇਹਨਾਂ 3 ਕੇਂਦਰੀ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕੀਤਾ ਜਾਵੇ। ਤੇ ਦੂਜੇ ਪਾਸੇ ਮੇਰੇ ਨਾਲ ਇਸ ਵੇਲੇ ਬਿਲਕੁਲ ਪਿਆਰੇ ਜਿਹੇ ਨਾਮ ਵਾਲੇ ਦਿਲ ਜਾਨ ਜਿਨ੍ਹਾਂ ਦਾ ਨਾਮ ਆ ਉਹ ਗਾਇਕ ਮੌਜੂਦ ਨੇ। ਦਿਲਜਾਨ ਜੀ, ਤੁਹਾਡਾ ਪਹਿਲਾਂ ਤਾਂ ਨਾਮ ਬਹੁਤ ਸੋਹਣਾ ਆ, ਦੂਜੀ ਗੱਲ ਤੁਸੀਂ ਗਾਉਂਦੇ ਬਹੁਤ ਸੋਹਣਾ ਹੈ। ਮੈਂ ਖੁਦ ਤੁਹਾਡਾ ਮੁਰੀਦ ਹਾਂ ਇਸ ਗੱਲ ਨੂੰ ਲੈ ਕੇ, ਕਿਉਂਕਿ ਬਹੁਤ ਚੰਦ ਗਾਇਕ ਨੇ ਕਹਿ ਸਕਦੇ ਜਿਹੜੇ ਸੁਰ ਤੇ ਸੋਜ਼ ਜਿਹੜਾ ਦੋਨੋਂ ਚੀਜ਼ਾਂ ਆਪਣੇ ਗਲੇ ਦੇ ਵਿੱਚ ਜਿਹੜਾ ਰੱਖਦੇ ਆ। ਔਰ ਇਹ ਕੋਈ ਕਹਿ ਸਕਦੇ ਵੱਡੀ ਗੱਲ ਨਹੀਂ ਆ ਕਿ ਇਦਾਂ ਦੇ ਕਲਾਕਾਰ ਬਹੁਤੇ ਨੇ ਜਿਹੜੇ ਸ਼ੋਰੀਲਾ ਵੱਧ ਗਾਉਂਦੇ ਨੇ ਤੇ ਸੁਰੀਲਾ ਘੱਟ ਗਾਉਂਦੇ ਨੇ। ਉਹ ਸੁਰੀਲਾ ਗਾਉਣ ਵਾਲਿਆਂ ਦੇ ਵਿੱਚ ਤੁਹਾਡਾ ਸ਼ੁਮਾਰ ਹੁੰਦਾ। ਗੱਲ ਜਦੋਂ ਵੀ ਚੱਲਦੀ ਆ ਹੁਣ ਨਾ, ਭਾਵੇਂ ਮੈਂ ਇੱਕ ਬਾਰ-ਬਾਰ ਇਹ ਦੁਹਰਾ ਰਿਹਾ ਜਿੰਨੇ ਵੀ ਕਲਾਕਾਰਾਂ ਨਾਲ ਮੇਰੀ ਗੱਲ ਹੋ ਰਹੀ ਹੈ ਕਿ ਭਾਵੇਂ ਇਹ ਕੁੜੀਆਂ ਦੀ ਲੋਹੜੀ ਦਾ ਸਮਾਗਮ ਹੈ, ਇਹ ਕੁੜੀਆਂ ਦੀ ਲੋਹੜੀ ਦੇ ਸਮਾਗਮ ਨੂੰ ਵੀ ਸਮਰਪਿਤ ਕੀਤਾ ਗਿਆ ਉਸ ਕਿਸਾਨ ਅੰਦੋਲਨ ਨੂੰ। ਉਸ ਕਿਸਾਨ ਅੰਦੋਲਨ ਦੇ ਵਿੱਚ ਪੰਜਾਬੀ ਗਾਇਕਾਂ ਨੇ ਜਿਸ ਤਰੀਕੇ ਨਾਲ ਸਾਥ ਦਿੱਤਾ, ਨੌਜਵਾਨੀ ਨੂੰ ਪ੍ਰੋਤਸਾਹਿਤ ਕੀਤਾ ਉਸ ਅੰਦੋਲਨ ਦੇ ਨਾਲ ਜੋੜਨ ਦੇ ਲਈ, ਉੱਥੇ ਲਗਾਤਾਰ ਹਾਜ਼ਰੀਆਂ ਵੀ ਲਵਾ ਰਹੇ ਆ ਪੰਜਾਬੀ ਗਾਇਕ। ਸੋ ਉਸ ਸਾਰੇ ਜਿਹੜੇ ਜੋ ਕੁਝ ਵਾਪਰਿਆ ਇਸ ਸਾਰੇ ਨੂੰ ਉਹ ਕਿਸ ਨਜ਼ਰੀਏ ਨਾਲ ਦੇਖਦੇ ਹੋ, ਪੰਜਾਬੀ ਗਾਇਕਾਂ ਦੀ ਭੂਮਿਕਾ ਨੂੰ ਕਿਸ ਨਜ਼ਰੀਏ ਨਾਲ ਦੇਖਦੇ ਹੋ? ਸਭ ਤੋਂ ਪਹਿਲਾਂ ਤਾਂ ਤੁਹਾਡਾ ਸ਼ੁਕਰਗੁਜ਼ਾਰ ਹਾਂ ਜੀ, ਤੁਸੀਂ ਅੱਜ ਸਭ ਦੇ ਰੂਬਰੂ ਕਰਵਾ ਰਹੇ ਹੋ ਔਰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਭ ਤੋਂ ਪਹਿਲਾਂ ਜਿਹੜਾ ਅੱਜ ਦੇ ਆਪਾਂ ਜੇ ਪ੍ਰੋਗਰਾਮ ਦੀ ਗੱਲ ਕਰਦੇ ਹਾਂ ਤੇ ਸਾਡੇ ਪਿੰਦੂ ਭਾਜੀ ਜਿਨ੍ਹਾਂ ਦੇ ਕਰਕੇ ਅੱਜ ਇਹ ਸਾਰਿਆਂ ਨੂੰ ਸੱਦਾ ਆਇਆ ਤੇ ਮੈਂ ਪਹਿਲੀ ਵਾਰ ਇਸ ਪ੍ਰੋਗਰਾਮ ਤੇ ਆਇਆ। ਔਰ ਜਿਹੜੀ ਗੱਲ ਸਾਡੇ ਕਿਸਾਨ ਭਰਾਵਾਂ ਦੀ ਹੈ ਉਹ ਇਹ ਹੈ ਕਿ ਬੜਾ ਦੁੱਖ ਹੈ ਜੀ ਉਸ ਗੱਲ ਦਾ, ਕਿਉਂਕਿ ਕਿੰਨੇ ਦਿਨ ਹੋ ਗਏ ਨੇ, ਕਿੰਨਾ ਸਮਾਂ ਹੋ ਗਿਆ, ਹੁਣ ਤਾਂ ਮਹੀਨੇ ਹੋ ਗਏ ਨੇ, ਮਹੀਨੇ ਤੋਂ ਉੱਪਰ ਹੋ ਗਿਆ ਦਿੱਲੀ ਬੈਠਿਆਂ ਨੂੰ ਔਰ 3 ਮਹੀਨਿਆਂ ਤੋਂ ਉੱਪਰ ਹੋ ਗਿਆ ਪੰਜਾਬ ਦੇ ਧਰਨੇ ਤੇ ਬੈਠਿਆਂ ਨੂੰ। ਬਿਲਕੁਲ ਜੀ, ਬਹੁਤ ਮਾੜੀ ਗੱਲ ਹੈ ਕਿਉਂਕਿ ਇਹ ਦਿਨ ਜਿਹੜੇ ਨੇ ਇਹ ਘਰ 'ਚ ਬੈਠ ਕੇ ਅੱਗ ਸੇਕਣ ਵਾਲੇ ਦਿਨ ਨੇ ਔਰ ਉਹ ਸਾਡੇ ਕਿਸਾਨ ਭਰਾ ਜਿਹੜੇ ਉਹ ਠੰਡ ਸੇਕ ਰਹੇ ਨੇ। ਸੋ ਸਾਡੇ ਲਈ ਇਸ ਤੋਂ ਮਾੜੀ ਗੱਲ ਨਹੀਂ ਹੋ ਸਕਦੀ। ਇਹ ਜੇ ਮੈਂ ਆਪਣੀ ਗੱਲ ਕਰਾਂ ਕਿ ਹੁਣ ਤੱਕ ਦੀ ਮੇਰੀ ਜ਼ਿੰਦਗੀ 'ਚ ਮੈਂ ਐਡਾ ਵੱਡਾ ਕੋਈ ਅੰਦੋਲਨ ਨਹੀਂ ਦੇਖਿਆ ਆਪਣੀ ਜ਼ਿੰਦਗੀ 'ਚ, ਤੇ ਸਾਰਾ ਵਰਲਡ ਜਿਹੜਾ ਜੁੜ ਗਿਆ ਇਸ ਅੰਦੋਲਨ ਨਾਲ। ਤੇ ਸਾਡੀ ਸਰਕਾਰ ਅੱਗੇ ਬੇਨਤੀ ਹੈ ਜੀ ਕਿ ਸਾਡੀ ਬੇਨਤੀ ਨੂੰ ਕਬੂਲ ਕਰੋ ਔਰ ਇਹਨਾਂ ਜਿਹੜੇ ਕਾਨੂੰਨ ਨੇ ਇਹਨਾਂ ਬਿੱਲਾਂ ਨੂੰ ਵਾਪਸ ਲਓ ਔਰ ਉਸ ਵਾਹਿਗੁਰੂ ਅੱਗੇ ਬੇਨਤੀ ਹੈ ਕਿ ਜਿਹੜੇ ਸਾਡੇ ਭਰਾ ਉੱਤੇ ਬੈਠੇ ਨੇ ਉਹ ਤੰਦਰੁਸਤ ਰਹਿਣ, ਉਹਨਾਂ ਦੀ ਸਿਹਤ ਠੀਕ ਠਾਕ ਰਹੇ। ਇੱਕ ਲੈਨਿਨ ਦੀ ਗੱਲ ਕਰ ਲਈਏ। ਲੈਨਿਨ ਕਹਿੰਦਾ ਹੁੰਦਾ ਸੀਗਾ ਕਿ ਜੇ ਤੁਸੀਂ ਮੇਰੇ ਕੋਲ ਇਹ ਜਾਣਨਾ ਚਾਹੁੰਦੇ ਹੋ ਕਿ ਤੁਹਾਡੀ ਆਉਣ ਵਾਲੀਆਂ ਨਸਲਾਂ ਦਾ ਭਵਿੱਖ ਕਿਹੋ ਜਿਹਾ ਹੋਏਗਾ ਤੇ ਮੈਨੂੰ ਇਹ ਦੱਸ ਦਿਓ ਕਿ ਤੁਹਾਡੇ ਨੌਜਵਾਨਾਂ ਦੇ ਬੁੱਲਾਂ ਦੇ ਉੱਤੇ ਗੀਤ ਕਿਹੜੇ ਬੋਲਦੇ ਪਏ ਨੇ, ਮੈਂ ਉਹ ਗੀਤ ਸੁਣ ਕੇ ਦੱਸ ਦੂੰਗਾ ਕਿ ਤੁਹਾਡਾ ਭਵਿੱਖ ਕਿਹੋ ਜਿਹਾ ਹੋਏਗਾ। ਪਹਿਲਾਂ ਗੀਤ ਕਿਸੇ ਹੋਰ ਤਰੀਕੇ ਦੇ ਸੀ ਨੌਜਵਾਨੀ ਦੇ ਬੁੱਲਾਂ ਦੇ ਉੱਤੇ। ਅੱਜ ਇਸ ਸਮੇਂ ਇਸ ਅੰਦੋਲਨ ਦੇ ਦਰਮਿਆਨ ਪੰਜਾਬੀ ਗਾਇਕਾਂ ਨੇ ਇਸ ਅੰਦੋਲਨ ਨੂੰ ਲੈ ਕੇ ਗੀਤ ਗਾਏ, ਇਤਿਹਾਸਕ ਗੀਤ ਗਾਏ, ਵੀਰ ਰਸ ਦੇ ਨਾਲ ਭਰੇ ਹੋਏ ਗੀਤ ਗਾਏ। ਕੀ ਲੱਗਦਾ ਕਿ ਤਬਦੀਲੀ ਜਿਹੜੀ ਆਈ ਉਹ ਗਾਇਕੀ ਦੇ ਵਿੱਚ
ਕਲਾ ਦੇ ਵਿੱਚ ਤਬਦੀਲੀ ਇੱਕ ਤਰੀਕੇ ਨਾਲ ਆ ਗਈ ਹੈ। ਮੁਹਾਨ ਬਿਲਕੁਲ ਮੁੜ ਗਿਆ ਪੰਜਾਬੀ ਗਾਇਕਾਂ ਦਾ ਕਿ ਉਹ ਗੀਤ ਜਿਹੜੇ ਪਹਿਲਾਂ ਗਾਏ ਜਾਂਦੇ ਸੀ, ਜਿਨ੍ਹਾਂ ਤੇ ਇਤਰਾਜ਼ ਵੀ ਕਈ ਵਾਰੀ ਜਤਾਏ ਜਾਂਦੇ ਸੀ, ਉਹ ਸਾਰੀਆਂ ਚੀਜ਼ਾਂ ਛੱਡ ਕੇ ਅੰਦੋਲਨ ਦੇ ਗੀਤ ਗਾਏ ਜਾ ਰਹੇ। ਇਸ ਤਬਦੀਲੀ ਨੂੰ ਕਿਸ ਨਜ਼ਰੀਏ ਨਾਲ ਦੇਖਦੇ ਹੋ? ਦੇਖੋ ਇਹ ਜਿਹੜੀ ਤਬਦੀਲੀ ਹੁੰਦੀ ਹੈ ਉਹ ਆਉਣੀ ਹੁੰਦੀ ਹੈ, ਕਿਉਂਕਿ ਮੌਸਮ ਜਿਵੇਂ ਬਦਲਦਾ ਹੈ ਇੱਦਾਂ ਹੀ ਇਹ ਚੀਜ਼ਾਂ ਵੀ ਬਦਲਦੀਆਂ ਨੇ। ਪਰ ਜਿਹੜੀ ਹੁਣ ਤਬਦੀਲੀ ਆਈ ਹੈ ਉਹ ਇੱਕ ਅੰਦੋਲਨ ਦੇ ਕਰਕੇ ਤਬਦੀਲੀ ਆਈ ਹੈ। ਸੋ ਸਾਨੂੰ ਵੀ ਵੈਸੇ ਜੇ ਮੈਂ ਸੱਚੀ ਗੱਲ ਦੱਸਾਂ ਕਿ ਦੁੱਖ ਤੇ ਹੁੰਦਾ ਸੀਗਾ ਜਿਸ ਤਰ੍ਹਾਂ ਦੇ ਗਾਣੇ ਸਾਡੀ ਆਵਾਮ ਨੂੰ ਸੁਣਾਏ ਜਾਂਦੇ ਸੀ, ਪਰ ਹੁਣ ਅਸੀਂ ਉਸ ਚੀਜ਼ ਦਾ ਵੀ ਸ਼ੁਕਰਗੁਜ਼ਾਰ ਕਰਦੇ ਹਾਂ ਕਿ ਉਸ ਜਿੱਥੇ ਨੈਗੇਟਿਵਿਟੀ ਉਹਦੇ ਨਾਲ ਨਾਲ ਪੋਜ਼ਿਟਿਵਿਟੀ ਵੀ ਨਿਕਲ ਕੇ ਆ ਰਹੀ ਹੈ। ਪੋਜ਼ਿਟਿਵਿਟੀ ਇਹ ਹੈ, ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਹੜਾ ਸਾਡੇ ਯੰਗ ਜਨਰੇਸ਼ਨ ਹੈ ਉਹਨਾਂ ਨੂੰ ਸਾਰੇ ਕਹਿੰਦੇ ਸੀ ਇਹ ਅਮਲੀ ਨੇ, ਰਾਈਟ, ਪੰਜਾਬ ਨੂੰ ਤੇ ਅਮਲੀ ਬਣਾਤਾ ਸੀ ਸਾਰਿਆਂ, ਪਰ ਉਹ ਦੇਖੋ ਉੱਥੇ ਕੈਸੇ ਸਾਡੇ ਯੰਗਸਟਰ ਜਿਹੜੇ ਨੇ ਉਹ ਇਸ ਅੰਦੋਲਨ ਚ ਅੱਗੇ ਪੱਥਰ ਰੋੜ ਕੇ ਪਰਾਂ ਕਰ ਦਿੱਤੇ ਉਹਨਾਂ ਨੇ, ਮਾਰ ਕੇ। ਬਿਲਕੁਲ ਜੀ, ਉਹਨਾਂ ਨੇ ਤਾਂ ਮੇਰੇ ਖਿਆਲ ਨਾਲ ਮਿੱਟੀ ਵਾਂਗ ਐ ਉਡਾਤਾ ਸਭ ਕੁਝ, ਰਾਈਟ। ਤੇ ਉਹਦੇ ਨਾਲ ਨਾਲ ਜੇ ਆਪਾਂ ਮਿਊਜ਼ਿਕ ਦੀ ਗੱਲ ਕਰੀਏ ਤਾਂ ਸਹੀ ਗੱਲ ਹੈ ਕਿ ਗਾਣੇ ਜਿਹੜੇ ਹੁਣ ਆ ਰਹੇ ਨੇ ਉਹ ਉਹਨਾਂ ਦਾ ਕੋਈ ਸਿਰ ਪੈਰ ਹੈ, ਉਹਨਾਂ ਦਾ ਕੋਈ ਮਤਲਬ ਹੈ, ਰਾਈਟ। ਤੇ ਈਵਨ ਕਿ ਅਸੀਂ ਵੀ ਸਾਡਾ ਪਰਸੋਂ ਨੂੰ ਗਾਣਾ ਰਿਲੀਜ਼ ਹੋ ਰਿਹਾ, ਸਤਨਾਮ ਸਿੰਘ ਮਾਣਕ ਜੀ ਉਹਨਾਂ ਦਾ ਲਿਖਿਆ ਹੋਇਆ ਗਾਣਾ ਹੈ ਔਰ ਕਿਸਾਨੀ ਤੇ ਹੀ ਹੈ, ਜ਼ਿੰਦਾਬਾਦ ਗਾਣੇ ਦਾ ਨਾਮ ਹੈ। ਮੇਰਾ ਖਿਆਲ ਉਹਦੇ ਬੋਲ ਸਾਂਝੇ ਕਰ ਦਿੱਤੇ ਜਾਣ ਤੇ ਜ਼ਿਆਦਾ ਬਿਹਤਰ ਹੋਏਗਾ। ਜ਼ਰੂਰ ਜੀ, ਮੈਂ ਉਹਦੀ ਸਥਾਈ ਤੁਹਾਡੀ ਨਜ਼ਰ ਕਰਦਾ। ਔਖੇ ਪੈਂਡੇ ਲੰਮੀਆਂ ਨੇ ਵਾਟਾਂ ਸਾਡੇ ਇਸ਼ਕ ਦੀਆਂ, ਔਖੇ ਪੈਂਡੇ ਲੰਮੀਆਂ ਨੇ ਰਾਵਾਂ ਸਾਡੇ ਇਸ਼ਕ ਦੀਆਂ, ਹਾਕਮਾਂ ਤੂੰ ਕੀ ਜਾਣੇ ਸਾਰਾ ਸਾਡੇ ਇਸ਼ਕ ਦੀਆਂ, ਹਾਕਮਾਂ ਤੂੰ ਕੀ ਜਾਣੇ ਸਾਰਾ ਸਾਡੇ ਇਸ਼ਕ ਦੀਆਂ, ਮਜ਼ਦੂਰ ਕਿਸਾਨ ਏਕਤਾ ਜ਼ਿੰਦਾਬਾਦ, ਮਜ਼ਦੂਰ ਕਿਸਾਨ ਏਕਤਾ ਜ਼ਿੰਦਾਬਾਦ। ਮੁਹੱਬਤ ਦੇ ਗੀਤ ਗਾਉਣ ਵਾਲੇ ਨਾ ਜਦੋਂ ਜੰਗ ਯੁੱਧ ਦੀ ਵੀ ਗੱਲ ਕਰਦੇ ਤੇ ਉਹਦੇ ਵਿੱਚ ਵੀ ਮੁਹੱਬਤ ਲੈ ਆਉਂਦੇ ਆ। ਤੁਸੀਂ ਇਹ ਅੰਦੋਲਨ ਦੇ ਵਿੱਚ ਵੀ ਇਸ਼ਕ ਦੀ ਗੱਲ ਕਰ ਦਿੱਤੀ ਹੈ ਕਿ ਇਹ ਅੰਦੋਲਨ ਲੜਨਾ ਵੀ ਸਾਡਾ ਇਸ਼ਕ ਹੀ ਹੈ, ਇਹ ਵੀ ਅਸੀਂ ਇਸ਼ਕ ਦੇ ਵਾਂਗੂ ਲੜਦੇ ਹਾਂ। ਔਰ ਪੰਜਾਬੀਆਂ ਦਾ ਖਾਸਾ ਆ ਜਦੋਂ ਕਿਸੇ ਨਾਲ ਕਹਿੰਦੇ ਦੁਸ਼ਮਣੀ ਪਾਲਦੇ ਆ ਉਹ ਵੀ ਸਿਖਰ ਦੀ ਹੁੰਦੀ ਹੈ, ਜਦੋਂ ਕਿਸੇ ਨੇ ਮੁਹੱਬਤ ਪਾਉਂਦੇ ਆ ਤੇ ਉਹ ਵੀ ਸਿਖਰ ਦੀ ਹੁੰਦੀ ਹੈ। ਬਿਲਕੁਲ ਬਿਲਕੁਲ ਸਹੀ ਗੱਲ ਆ ਜੀ। ਪੰਜਾਬੀ ਜੇ ਖੜੇ ਨੇ ਤਾਂ ਉਹ ਜਾਨ ਤੱਕ ਦੀ ਬਾਜ਼ੀ ਲਾਉਣ ਲਈ ਖੜੇ ਨੇ, ਤੇ ਜੇ ਉਹਨਾਂ ਦੀ ਜਾਨ ਤੇ ਜੇ ਬਣ ਜਾਵੇ ਤਾਂ ਫਿਰ ਜਾਨ ਲੈਣਾ ਵੀ ਜਾਣਦੇ ਨੇ, ਇਹ ਸੱਚੀ ਗੱਲ ਹੈ। ਪਰ ਮੈਂ ਸਹੀ ਗੱਲ ਕਹਿੰਦਾ ਕਿ ਹੁਣ ਤੱਕ ਦੀ ਮੇਰੀ ਜ਼ਿੰਦਗੀ 'ਚ ਮੈਂ ਐਡਾ ਵੱਡਾ ਅੰਦੋਲਨ ਨਹੀਂ ਦੇਖਿਆ, ਕਿਉਂਕਿ ਉਹ ਅੰਦੋਲਨ ਜਿਸ ਨਾਲ ਪੂਰਾ ਵਰਲਡ ਹੀ ਖੜ ਗਿਆ। ਮੇਰੇ ਖਿਆਲ ਨਾਲ ਤੁਸੀਂ ਵੀ ਸੁਣਿਆ ਹੋਣਾ ਕਿ ਕੱਲ੍ਹ ਪਰਸੋਂ ਦੀ ਗੱਲ ਹੈ ਕਿ 26 ਜਨਵਰੀ ਨੂੰ ਜਿਹੜੀ ਪਰੇਡ ਹੋ ਰਹੀ ਹੈ ਉੱਥੇ ਜਿਹੜੇ ਹੋਰ ਦੇਸ਼ਾਂ ਤੋਂ PM ਆ ਰਹੇ ਸੀਗੇ, ਉਹਨਾਂ ਨੇ ਉਹ ਦੌਰਾ ਬਿਲਕੁਲ ਇੰਗਲੈਂਡ ਤੋਂ ਉਹਨਾਂ ਨੇ ਉਹ ਆਪਣਾ ਦੌਰਾ ਕੈਂਸਲ ਕਰਤਾ ਹੈ। ਔਰ ਇਹ ਇਸ ਤੋਂ ਵੱਡੀ ਸ਼ਰਮ ਦੀ ਗੱਲ ਨਹੀਂ ਹੋ ਸਕਦੀ ਮੇਰੇ ਖਿਆਲ ਨਾਲ। ਲਾਹਨਤਾਂ ਪੈ ਰਹੀਆਂ ਨੇ ਸਰਕਾਰ ਤੇ ਏਡੀਆਂ। ਤੇ ਹੁਣ ਵੀ ਅਸੀਂ ਬੇਨਤੀ ਹੀ ਕਰਦੇ ਹਾਂ ਜੀ ਤੁਹਾਨੂੰ ਜਿੰਨੇ ਵੀ ਦੇਖ ਰਹੇ ਨੇ ਕਿ ਪਲੀਜ਼ ਇਹਨਾਂ ਬਿੱਲਾਂ ਨੂੰ ਵਾਪਸ ਲਓ। ਜਿਹੜੇ ਸਾਡੇ ਭਰਾ, ਸਾਡੇ ਬਜ਼ੁਰਗ, ਸਾਡੀਆਂ ਭੈਣਾਂ ਉੱਥੇ ਦੁਖੀ ਨੇ ਇਹਨਾਂ ਚੀਜ਼ਾਂ ਤੋਂ, ਏਡੀ ਠੰਡ ਦੇ ਮੌਸਮ 'ਚੋਂ ਬੈਠੇ ਨੇ, ਉਹ ਆਪਣੇ ਘਰਾਂ ਨੂੰ ਆ ਸਕਣ। ਬਹੁਤ ਬਹੁਤ ਸ਼ੁਕਰੀਆ ਦਿਲਜਾਨ ਜੀ ਗੱਲਬਾਤ ਕਰਨ ਲਈ। ਔਰ ਤੁਹਾਡਾ ਇਹ ਟਰੈਕ ਜਿਹੜਾ ਆ ਰਿਹਾ ਜਿਹਦੇ ਵਿੱਚ ਅੰਦੋਲਨ ਦੀ ਵੀ ਗੱਲ ਇਸ਼ਕ ਦੇ ਨਜ਼ਰੀਏ ਦੇ ਨਾਲ ਜਿਹੜੀ ਕੀਤੀ ਹੈ, ਕਿਉਂਕਿ ਇਸ਼ਕ ਦੇ ਵਿੱਚ ਵੀ ਸ਼ਿੱਦਤ ਹੁੰਦੀ ਹੈ ਤੇ ਉੱਥੇ ਜਿਹੜੇ ਬੈਠੇ ਨੇ ਬਾਰਡਰ ਦੇ ਉੱਤੇ ਉਹ ਵੀ ਸ਼ਿੱਦਤ ਨਾਲ ਬੈਠੇ ਨੇ। ਉਹ ਕਹਿੰਦੇ ਕੋਈ ਗੱਲ ਨਹੀਂ 2024 ਤੱਕ ਵੀ ਬੈਠਣਾ ਪਿਆ ਤਾਂ ਵੀ ਅਸੀਂ ਬੈਠਣ ਨੂੰ ਤਿਆਰ ਹਾਂ। ਰਾਸ਼ਨ ਲੈ ਕੇ 6 ਮਹੀਨਿਆਂ ਦਾ ਤਾਂ ਬੈਠੇ 24 ਤੱਕ ਵੀ ਬੈਠ ਸਕਦੇ ਹਾਂ। ਸੋ ਬਹੁਤ ਬਹੁਤ ਸ਼ੁਕਰੀਆ ਗੱਲਬਾਤ ਕਰਨ ਲਈ। ਸੋ ਇਹ ਸਨ ਦਿਲਜਾਨ ਹੁਣੀ ਜਿਨ੍ਹਾਂ ਦਾ ਟਰੈਕ ਬਹੁਤ ਜਲਦੀ ਜਿਹੜਾ ਆ ਉਹ ਕਿਸਾਨ ਅੰਦੋਲਨ ਨੂੰ ਲੈ ਕੇ ਜਿਹੜਾ ਸਰੋਤਿਆਂ ਦੇ ਲਈ ਆ ਰਿਹਾ ਆ। ਔਰ ਜਿਸ ਤਰੀਕੇ ਨਾਲ ਲਗਾਤਾਰ ਪੰਜਾਬੀ ਗਾਇਕਾਂ ਦੇ ਵੱਲੋਂ ਉੱਥੇ ਆਪਣੀ ਹਾਜ਼ਰੀ ਦਿੱਤੀ ਜਾ ਰਹੀ ਹੈ ਅੰਦੋਲਨ ਦੇ ਵਿੱਚ, ਹਾਜ਼ਰੀ ਦੇ ਨਾਲ ਨਾਲ ਗੀਤ ਇਸ ਅੰਦੋਲਨ ਦੇ ਗਾਉਣ, ਇਸ ਅੰਦੋਲਨ ਦੇ ਗਾਏ ਜਾ ਰਹੇ ਨੇ। ਕਿਉਂਕਿ ਪੁਰਾਣੇ ਜ਼ਮਾਨੇ ਦੇ ਵਿੱਚ ਵੀ ਇੰਝ ਹੀ ਹੋਇਆ ਕਰਦਾ ਸੀ, ਜਦੋਂ ਜੰਗਾਂ ਯੁੱਧ ਲੱਗਦੇ ਸੀਗੇ ਤੇ ਉੱਥੇ ਫੌਜੀਆਂ ਦੇ ਵਿੱਚ ਜੋਸ਼ ਭਰਨ ਦੇ ਲਈ ਕਦੇ ਕਵੀਸ਼ਰੀ ਗਾਈ ਜਾਂਦੀ ਸੀ, ਵਾਰਾਂ ਗਾਈਆਂ ਜਾਂਦੀਆਂ ਸੀਗੀਆਂ ਤੇ ਗੱਲਾਂ ਸਿਰਫ ਯੋਧਿਆਂ ਦੀਆਂ ਕੀਤੀਆਂ ਜਾਂਦੀਆਂ ਸੀ। ਸੋ ਇਸ ਅੰਦੋਲਨ ਦੇ ਵਿੱਚ ਵੀ ਹੁਣ ਉਹੀ ਕੁਝ ਹੁੰਦਾ ਜਿਹੜਾ ਉਹ ਨਜ਼ਰ ਆ ਰਿਹਾ ਹੈ। ਸੋ ਕੁੱਲ ਮਿਲਾ ਕੇ ਕਿਹਾ ਜਾ ਸਕਦਾ ਕਿ ਜਿੰਨੇ ਕੁ ਪੰਜਾਬੀ ਕਲਾਕਾਰਾਂ ਨਾਲ ਗੱਲ ਕੀਤੀ ਜਾ ਸਕਦੀ ਸੀ ਇਸ ਪ੍ਰੋਗਰਾਮ ਦੇ ਵਿੱਚ ਉਨ੍ਹਾਂ ਨਾਲ ਕੀਤੀ, ਪਰ ਹਰ ਕਲਾਕਾਰ ਦੀ ਜ਼ੁਬਾਨ ਦੇ ਉੱਤੇ ਕਿਸਾਨ ਅੰਦੋਲਨ ਦਾ ਜ਼ਿਕਰ ਸੀ, ਉੱਥੇ ਧਰਨੇ ਤੇ ਬੈਠੇ ਲੋਕਾਂ ਦੀ ਫਿਕਰ ਸੀ ਤੇ ਨਾਲ ਦੀ ਨਾਲ ਇਸ ਗੱਲ ਦੀ ਸ਼ਾਦੀ ਭਰਦੇ ਨਜ਼ਰ ਆਏ ਕਿ ਉਹ ਵੀ ਇਸ ਅੰਦੋਲਨ ਦੇ ਨਾਲ ਨੇ ਤੇ ਉਹਨਾਂ ਲੋਕਾਂ ਦੇ ਨਾਲ ਨੇ ਜਿਹੜੇ ਉੱਥੇ ਧਰਨੇ 'ਚ ਠੰਡੀਆਂ ਰਾਤਾਂ ਜਿਹੜੀਆਂ ਉਹ ਆਪਣੇ ਸਿਰਾਂ ਦੇ ਉੱਤੇ ਖੁੱਲ੍ਹੇ ਅਸਮਾਨ ਦੇ ਹੇਠਾਂ ਕੱਟਦੇ ਪਏ ਆ।
ਧੀਆਂ ਦੀ ਲੋਹੜੀ ਪਾਈ ਗਈ, ਬਹੁਤ ਚੰਗਾ ਕੰਮ। ਪਰ ਇਹਦਾ ਸਮਰਪਣ ਇਸ ਸਮਾਗਮ ਦਾ ਜਿਹੜਾ ਕਿਸਾਨ ਅੰਦੋਲਨ ਨੂੰ ਕੀਤਾ ਗਿਆ, ਉਹਦੀ ਤਾਰੀਫ ਹਰ ਵੱਲੋਂ ਕੀਤੀ ਜਾ ਰਹੀ ਹੈ। ਤੇ ਉਮੀਦ ਰੱਖਦੇ ਹਾਂ ਕਿ ਸਾਡੇ ਤਿੱਥਾਂ ਤਿਉਹਾਰਾਂ ਦੇ ਵਿੱਚ ਵੀ ਜਿਵੇਂ ਕਿਸਾਨ ਅੰਦੋਲਨ ਸ਼ਾਮਲ ਹੋ ਰਿਹਾ, ਘੱਟੋ ਘੱਟ ਕੇਂਦਰ ਦੀ ਸਰਕਾਰ ਇਸ ਗੱਲ ਨੂੰ ਸਮਝੇਗੀ ਕਿ ਇਹ ਇਤਿਹਾਸ ਜਿਹੜਾ ਸਿਰਜਿਆ ਗਿਆ ਅੰਦੋਲਨ ਦੇ ਰੂਪ ਦੇ ਵਿੱਚ, ਇਹ ਆਉਣ ਵਾਲੀਆਂ ਸਦੀਆਂ ਤੱਕ ਕਾਇਮ ਰਹੇਗਾ। ਸਾਡੇ ਤਿਉਹਾਰਾਂ ਦੇ ਵਿੱਚ ਵੀ ਇਹਦਾ ਬੋਲਬਾਲਾ ਹੁੰਦਾ ਰਹੇਗਾ ਤੇ ਲਾਜ਼ਮੀ ਹੈ ਫਿਰ ਇਦਾਂ ਦੇ ਇਤਿਹਾਸਕ ਅੰਦੋਲਨਾਂ ਦੇ ਅੱਗੇ ਸਰਕਾਰਾਂ ਜੇ ਇਹ ਕਬੂਲ ਕਰ ਲੈਣ ਕਿ ਹਾਂ ਇਹ ਕਾਨੂੰਨ ਰੱਦ ਕੀਤੇ ਜਾ ਸਕਦੇ, ਮੰਗਾਂ ਮੰਨੀਆਂ ਜਾ ਸਕਦੀਆਂ, ਤੇ ਉਹਦੇ ਵਿੱਚ ਸਰਕਾਰਾਂ ਦਾ ਵੀ ਵਡੱਪਣ ਹੋਏਗਾ, ਕਿਤੇ ਵੀ ਛੋਟੀਆਂ ਪੈਂਦੀਆਂ ਨਜ਼ਰ ਨਹੀਂ ਆਉਣਗੀਆਂ। ਉਮੀਦ ਰੱਖਦੇ ਹਾਂ ਕਿ ਇਹ ਅੰਦੋਲਨ ਜਿੱਤ ਕੇ ਖਤਮ ਹੋਏਗਾ ਤੇ ਜਿਹੜਾ ਲੰਬਾ ਅੰਦੋਲਨ ਕਰਨ ਦੀ ਗੱਲ ਕੀਤੀ ਜਾ ਰਹੀ ਹੈ ਉਨਾ ਲੰਬਾ ਨਹੀਂ ਹੋਏਗਾ ਕਿ ਸਾਨੂੰ ਲੱਗੇ ਕਿ ਉਡੀਕ ਬਹੁਤ ਲੰਬੀ ਹੋ ਗਈ ਹੈ, ਸਰਕਾਰ ਛੇਤੀ ਹੀ ਕਿਸਾਨਾਂ ਦੀਆਂ ਮੰਗਾਂ ਮੰਨ ਲੈਗੀ। ਕੈਮਰਾਮੈਨ ਪ੍ਰਵੀਨ ਬੌਬੀ ਦੇ ਨਾਲ ਜਸਵੀਰ, ਟੀਵੀ ਪੰਜਾਬ, ਗੁਰਾਇਆ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਕੂੜਾ ਟੈਕਸ ਸੈਟਲਮੈਂਟ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ ਟੀਵੀ ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ ਟੀਵੀ ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।